ਮੰਨਿਆ ਕੇ ਰਾਜ ਨੇਰੇ ਤਾਂ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਮੰਨਿਆ ਕੇ ਰਾਜ ਨੇਰੇ ਦਾ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਬਾਲ ਜੋਤਾਂ ਜ਼ਿੰਦਗੀ ਦੇ ਮਾਣ ਮੱਤੀਆਂ, ਜਗਾ ਦੇ ਮੋਮਬੱਤੀਆਂ। ਵੀ ਮੈਂ ਕੁਝ ਸੁਰਜੀਤ ਪਾਤਰ, ਡਾਕਟਰ ਸੁਰਜੀਤ ਪਾਤਰ ਦਾ ਹੀ ਲਿਖਿਆ ਹੋਇਆ ਗਾਉਂਗੀ, ਤੇ ਇਹਦੇ ਲਈ ਕਾਲ ਕੀਤਾ ਗਿਆ ਡਾਕਟਰ ਸੁਰਜੀਤ ਪਾਤਰ ਨੂੰ ਕਿ ਕੀ ਗਾਇਆ ਜਾਵੇ, ਤਾਂ ਉਹ ਕਹਿੰਦੇ ਕਿ ਕੱਚ ਦਾ ਗਲਾਸ ਗਾ ਲਓ। One of your favorites, that's so great. ਤੇ ਮੈਂ ਕਿਹਾ ਕਿ ਮੈਨੂੰ ਆਉਂਦੀ ਨਹੀਂ, and you won't believe it, ਮੈਂ ਆਇਆ ਬਸ ਮੈਂ ਆਪਾਂ ਬਹਿ ਕੇ, ਤੇ ਉਹ ਆ ਗਏ, ਉਹਨਾਂ ਨੇ ਮੈਨੂੰ ਕੱਚ ਦਾ ਗਲਾਸ ਆਪ ਗਾਣੀ ਸਿਖਾਈ। ਦੋਸਤੋ, ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਰਿੰਦਰ ਖਾਣਾ ਸ਼ੋ ਦਾ ਵੋਕਲ ਪੰਜਾਬ YouTube ਚੈਨਲ ਦੇ ਉੱਤੇ। ਅਸੀਂ ਪੋਡਕਾਸਟ ਦੇ ਵਿੱਚ ਯੰਗ ਇੰਟਲੈਕਚੁਅਲਸ ਦੇ ਨਾਲ ਗੱਲਬਾਤ ਕਰ ਰਹੇ ਹਾਂ, ਯੰਗ ਇੰਟਲੈਕਚੁਅਲ ਸੀਰੀਜ਼ ਚਲਾ ਰਹੇ ਹਾਂ। ਉਸੇ ਲੜੀ ਤਹਿਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਸਹਿਜਮੀਤ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਵਿੱਚੋਂ ਉਹਨਾਂ ਨੇ ਰੀਸੈਂਟਲੀ ਡਾਕਟਰੇਟ ਕੀਤੀ ਹੈ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਹਿਜ ਤੁਹਾਡਾ। ਥੈਂਕ ਯੂ। ਸਹਿਜ, PhD ਵੱਡਾ ਮਸਲਾ ਹੁੰਦਾ, ਬਹੁਤ ਵੱਡਾ। ਅਤੇ ਜਿਹੜੇ ਮਤਲਬ ਜਿਸ ਏਜ ਦੇ ਦੋਸਤਾਂ ਦੇ ਨਾਲ, ਸੱਜਣਾਂ ਦੇ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ, ਉਹ ਲਗਭਗ ਇਸੇ ਏਜ ਦੇ ਆ। ਕੋਈ PhD ਕਰ ਰਿਹਾ, ਕੋਈ PhD ਹੁਣੇ ਕਰਕੇ ਹਟਿਆ, ਕਿਸੇ ਦੀ ਉਨੀ ਉਮਰ ਹੈਗੀ ਹੈ ਪਰ ਉਹ ਨਹੀਂ ਕਰ ਰਿਹਾ, ਉਹ ਵੱਖਰਾ ਮਸਲਾ, ਉਹ ਫਾਰਮਲ ਐਜੂਕੇਸ਼ਨ ਦੇ ਵਿੱਚ ਨਹੀਂ ਆਏ ਬਟ ਉਸ ਲੈਵਲ ਦੇ ਹੈਗੇ ਆ। ਤੁਸੀਂ ਪਹਿਲੇ ਹੋ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੱਕ ਜਿਨ੍ਹਾਂ ਨੂੰ ਜਿਹੜੇ ਵਾਕਿਆ ਦੇ ਵਿੱਚ ਸਕਸੈਸਫੁਲੀ ਆਪਦਾ ਥੀਸਿਸ ਡਿਫੈਂਡ ਕਰਕੇ PhD ਕਰਕੇ ਆਏ। ਕਿਵੇਂ ਲੱਗ ਰਿਹਾ? ਸਭ ਤੋਂ ਪਹਿਲਾਂ ਤਾਂ ਇਹ ਦੱਸੋ, PhD ਕਰਕੇ। ਕਾਫੀ ਅਨਐਮਪਲੋਇਡ। ਮੈਨੂੰ ਲੱਗਦਾ ਕਿ PhD ਜਦੋਂ ਤੱਕ ਚੱਲ ਰਹੀ ਹੁੰਦੀ ਹੈ, ਤੁਹਾਡੇ ਕੋਲ ਕੋਈ ਨਾ ਕੋਈ ਇੱਕ ਉਹ ਹੁੰਦਾ ਕਿ ਆਹ ਕਰੀ ਜਾਂਦੇ ਆ, ਔਨ ਦ ਬੈਕ ਆਫ ਯੋਰ ਮਾਈਂਡ ਤੁਹਾਡੇ ਵਿੱਚ ਇਹ ਹੁੰਦਾ ਕਿ ਅੱਜ ਆਹ ਲਿਖ ਲੈਣਾ, ਅੱਜ ਆਹ ਪੜ੍ਹ ਲਾਂਗੇ। ਪਰ ਜਦੋਂ PhD ਹੋ ਜਾਂਦੀ ਹੈ, ਇਟਸ ਓਵਰ, ਨੋਟੀਫਾਈਡ, ਯੂ ਆਰ ਨੋਟੀਫਾਈਡ। ਤੇ ਫਿਰ ਇੱਕਦਮ ਲੱਗਦਾ ਕਿ ਹੁਣ ਅਗਲਾ ਸਟੈਪ ਤਾਂ ਜੋਬ ਹੀ ਹੈ ਨਾ, ਤੇ ਜੋਬ ਕਿੱਥੋਂ ਲਿਆਵਾਂ, ਮਤਲਬ ਵਾਟ ਡੂ ਆਈ ਡੂ, ਕਿਉਂਕਿ PhD ਤਾਂ ਕਰ ਲਈ। ਸੋ ਵੈਰੀ ਅਨਇੰਪਲੋਇਡ। ਅੱਛਾ, ਮਤਲਬ ਅਗਲਾ ਸਟੈਪ ਜੋਬ ਹੈ। ਜੋਬ ਵੀ ਉਹ ਕਿਉਂਕਿ ਤੁਸੀਂ ਇੱਕ ਹਾਈਐਸਟ ਡਿਗਰੀ ਕਰ ਲਈ, ਅਤੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਅਤੇ ਹੈ ਵੀ ਕਿ ਤੁਸੀਂ ਜਦੋਂ PhD ਕਰ ਲਈ ਅਤੇ ਤੁਸੀਂ ਐਲੀਜੀਬਲ ਹੋ ਇੱਕ ਅਸਿਸਟੈਂਟ ਪ੍ਰੋਫੈਸਰ ਬਣਨ ਲਈ। ਹਾਂਜੀ, ਅਧਿਆਪਕ ਦਿਵਸ ਲੰਘ ਕੇ ਗਿਆ ਅਤੇ ਤੁਸੀਂ ਮਨਾਇਆ ਵੀ ਆਪਦੇ ਟੀਚਰਸ ਦੇ ਨਾਲ। ਬਿਲਕੁਲ। ਪੰਜਾਬ ਦੇ ਵਿੱਚ ਜਾਂ ਓਵਰਆਲ ਅਸੀਂ ਇੰਡੀਆ ਦੀ ਗੱਲ ਹੀ ਕਰੀਏ, ਤੁਸੀਂ ਅਨਐਮਪਲੋਇਮੈਂਟ ਦੀ ਗੱਲ ਕੀਤੀ, ਖਾਸ ਕਰਕੇ ਹਾਇਰ ਐਜੂਕੇਸ਼ਨ ਦੀ ਅਨਐਮਪਲੋਇਮੈਂਟ ਜਿਹੜੀ ਹੈ, ਕਿਵੇਂ ਉਹਨੂੰ ਮਹਿਸੂਸ ਕਰਦੇ ਹੋ ਹੁਣ ਇਹਨਾਂ ਦਿਨਾਂ ਦੇ ਵਿੱਚ? ਇਹਨਾਂ ਦਿਨਾਂ ਦੇ ਵਿੱਚ ਤਾਂ ਇਟ ਹੈਜ਼ ਕਮ ਲਾਈਕ ਰੀਅਲਾਈਜ਼ੇਸ਼ਨ ਕਿ ਉਸ ਤੋਂ ਪਹਿਲਾਂ ਨਾ ਤੁਸੀਂ ਅਕਸਰ ਤੁਹਾਡੇ ਕੋਲ ਇਹ ਐਕਸਕਿਊਜ਼ ਹੁੰਦਾ ਕਿ ਹਜੇ ਤਾਂ ਕੰਮ ਚੱਲ ਰਿਹਾ, ਮੈਂ ਇਸ ਲਈ ਨਹੀਂ ਜੋਬ ਕਰ ਰਹੀ ਕਿਉਂਕਿ ਮੈਨੂੰ ਚਾਹੀਦੀ ਨਹੀਂ ਹੈਗੀ। ਇਹ ਗੱਲ ਆਪਾਂ ਆਪਣੇ ਆਪ ਨੂੰ ਐਕਟਿਵਲੀ ਦੱਸਦੇ ਹਾਂ ਤਾਂ ਕਿ ਆਪਾਂ ਨੂੰ ਨਾ ਰੀਅਲਾਈਜ਼ ਹੋਵੇ ਕਿ ਕਿੰਨੇ ਸਾਰੇ ਲੋਕ, ਮੇਰੇ ਆਪਦੇ ਪੇਰੈਂਟਸ ਦੋਨੋਂ PhD ਨੇ, ਉਹ ਜਦੋਂ PhD ਹਜੇ ਕਰਨ ਲੱਗੇ ਸੀਗੇ ਉਦੋਂ ਵੀ ਉਹਨਾਂ ਕੋਲ ਜੋਬ ਓਪਰਚੁਨਿਟੀ ਸੀ। ਉਹਨਾਂ ਨੇ ਕੀਤੀਆਂ ਜਾਂ ਨਹੀਂ ਕੀਤੀਆਂ ਬਾਅਦ ਦੀ ਗੱਲ ਹੈ, ਪਰ ਇਨ ਆਰ ਕੇਸ, ਤੁਹਾਡਾ ਕੇਸ, ਮੇਰਾ ਕੇਸ, ਬਹੁਤ ਸਾਰੇ ਜਾਣਿਆਂ ਦਾ ਕੇਸ, ਇਟ ਇਜ਼ ਲਾਈਕ ਨਹੀਂ ਹੈਗੀ ਜੋਬ। ਅਤੇ ਹੁਣ ਜਦੋਂ ਇੱਕਦਮ ਜਦੋਂ ਕੁਛ ਬਚਿਆ ਹੀ ਨਹੀਂ ਹੈਗਾ, ਇੰਸਟੈਡ ਆਫ ਫੀਲਿੰਗ ਰਿਲੀਵਡ ਕਿ ਹੁਣ ਜੋਬ ਤਾਂ ਮਿਲ ਹੀ ਜਾਣੀ ਹੈ, ਹੁਣ ਨਹੀਂ ਰੋਕ ਸਕਦਾ ਕੋਈ, ਇੱਦਾਂ ਦੀ ਕੋਈ ਫੀਲਿੰਗ ਨਹੀਂ ਹੈਗੀ। ਮਤਲਬ ਕੌਨਸਟੈਂਟਲੀ ਲੋਕ ਗੱਲ ਕਰ ਰਹੇ। ਆਪਾਂ ਹੁਣੇ ਗੱਲ ਕੀਤੀ ਕਿ 5 ਸਤੰਬਰ ਨਿਕਲ ਕੇ ਗਿਆ, ਅਸੀਂ ਆਪਣੇ ਟੀਚਰ ਨਾਲ ਸੈਲੀਬ੍ਰੇਟ ਕੀਤਾ, ਪਰ ਸਾਡੇ ਟੀਚਰ ਨੇ ਇਸ ਗੱਲ 'ਤੇ ਕੰਮ ਕੀਤਾ ਕਿ ਆਪਾਂ ਇਹਨੂੰ ਸੈਲੀਬ੍ਰੇਟ ਕਿਉਂ ਕਰੀਏ। ਇਹਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਕੁਛ ਸਵਾਲ ਜਿਹੜੀ ਗਵਰਨਮੈਂਟ ਹੈ ਉਹਨੂੰ ਕੀਤੇ ਨੇ, ਸਿੱਧੇ ਤੌਰ 'ਤੇ ਕੀਤੇ ਨੇ, ਅਤੇ ਉਹ ਸਵਾਲ ਕਾਫੀ ਇੰਪੋਰਟੈਂਟ ਨੇ ਕਿ ਕਿਵੇਂ ਹੋ ਗਿਆ। ਮਸਲਨ ਕਿ ਕਿਵੇਂ ਹੋ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਭਰਤੀਆਂ ਕਰਾਉਣੀਆਂ, ਠੀਕ ਹੈ, ਕਾਲਜ, ਯੂਨੀਵਰਸਿਟੀ ਕਾਲਜਿਸ ਵਿੱਚ ਭਰਤੀਆਂ ਕਰਾਉਣੀਆਂ,
ਉਹ ਬਾਰ-ਬਾਰ ਅਨਾਉਂਸ ਹੋ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਲੜ ਰਹੇ ਆ ਇਹ ਲੜਾਈ ਕਿ ਸਾਨੂੰ ਇਹ ਜੌਬ ਮਿਲ ਜੇ, ਪਰ ਦੇਰ ਇਜ਼ ਸਮਹਾਉ ਤੇ ਸਾਰੇ ਡਿਪਾਰਟਮੈਂਟ ਖਾਲੀ ਪਏ। ਸਾਡੇ ਡਿਪਾਰਟਮੈਂਟ ਵਿੱਚ 4 ਟੀਚਰਸ ਨੇ ਇਸ ਵੇਲੇ, 4 ਅਸਿਸਟੈਂਟ ਪ੍ਰੋਫੈਸਰਸ ਨੇ, ਠੀਕ ਹੈ, ਇਨਕਲੂਡਿੰਗ HOD and the last professor recently retired ਤੇ I think 14 ਟੀਚਰਸ ਹੋਣੇ ਚਾਹੀਦੇ ਆ ਉਸ ਡਿਪਾਰਟਮੈਂਟ ਵਿੱਚ। ਪਰ ਇਹ ਕਿਵੇਂ ਹੈ ਕਿ ਜੌਬਸ ਦੀਆਂ ਪੋਸਟਿੰਗਸ ਵੀ ਨਿਕਲਦੀਆਂ ਨੇ, ਠੀਕ ਹੈ, ਓਪਰਚੁਨਿਟੀਜ਼ ਵੀ ਨਿਕਲਦੀਆਂ ਨੇ, ਪਰ ਸਰਕਾਰ ਨੂੰ ਨਹੀਂ ਲੋੜ ਲੱਗਦੀ ਹੈਗੀ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਲੋਕ ਆ ਕੇ ਮਤਲਬ ਪੜ੍ਹਾਉਣ। ਜਦਕਿ ਇਹ ਤਾਂ ਬਹੁਤ ਹੀ ਬੇਸਿਕ ਜੀ ਗੱਲ ਹੈ ਨਾ ਕਿ ਟੀਚਰ ਹੀ ਨਹੀਂ ਹੈਗਾ ਤੇ ਕਲਾਸਰੂਮ ਕਿਨੇ ਉਹ ਲੈਣੀ ਹੈ। ਦੈਟਸ ਵੇਅਰ ਜਿਹੜੀ ਆਹ ਕੰਟਰੈਕਚੁਅਲ ਐਗਰੀਮੈਂਟਸ ਹੁੰਦੇ ਜਿਹੜੇ ਕਿ ਪਰ ਆਰ ਤੁਹਾਨੂੰ ਅਸੀਂ ਪੇ ਕਰਾਂਗੇ, ਤੁਸੀਂ ਆ ਜਾਓ, ਲੈਕਚਰ ਬੇਸਡ ਪੇਮੈਂਟਸ ਹੁੰਦੀਆਂ, ਗੈਸਟ ਫੈਕਲਟੀ, ਠੀਕ ਹੈ, ਗੈਸਟ ਫੈਕਲਟੀ, ਤੇ ਉਹ ਸਾਰੀਆਂ ਚੀਜ਼ਾਂ ਬਹੁਤ ਤੁਹਾਨੂੰ ਇੱਕਦਮ ਹੀ ਰਿਅਲਾਈਜ਼ ਹੋਣ ਲੱਗ ਜਾਂਦੀ, ਤੁਸੀਂ ਅੱਖਾਂ ਦੇ ਸਾਹਮਣੇ ਆ ਕੇ ਬਹਿਨੇ, ਦੇ ਆਰ ਸੋ ਅਨਅਵੋਇਡੇਬਲ ਕਿ ਤੁਹਾਨੂੰ ਇਹ ਲੱਗਦਾ ਕਿ ਹੁਣ ਨਹੀਂ ਭੱਜ ਸਕਦੇ ਕਿਤੇ, ਹੁਣ ਤਾਂ ਗੱਲ ਕਰਨੀ ਪੈਣੀ ਇਹਦੇ ਬਾਰੇ। ਅੱਛਾ, ਗੈਸਟ ਫੈਕਲਟੀ ਦਾ ਨਾਮ ਤੁਸੀਂ ਉਹਦੇ 'ਚ ਲਿਆ, ਮਤਲਬ ਸਰਕਾਰ ਨੇ ਪਰਮਾਨੈਂਟ ਇੰਪਲੋਇਮੈਂਟ ਤੱਕ ਹੀ ਦੇਣੀ ਸੀ ਯੂਨੀਵਰਸਿਟੀ ਵਿੱਚ। ਜਿਹੜੇ ਗੈਸਟ ਫੈਕਲਟੀ ਹੈਗੇ ਉਹਨਾਂ ਉੱਤੇ ਵੀ ਹਰ ਸੈਸ਼ਨ ਬਾਅਦ ਵੀ ਤੇ ਕਈ ਵਾਰ ਤਾਂ ਹਰ ਸਮੈਸਟਰ ਬਾਅਦ ਇੰਟਰਵਿਊ ਦੀ ਤਲਵਾਰ ਲਟਕਾਉਂਦੇ। ਤੇ ਮਤਲਬ ਤੁਸੀਂ ਫੋਲੋ ਕਰ ਰਹੇ ਹੋ ਵੈਸੇ ਉਹ ਜਿਹੜਾ ਪ੍ਰੋਟੈਸਟ ਹੁਣੇ ਰੀਸੈਂਟ ਯੂਨੀਵਰਸਿਟੀ ਦੇ ਵਿੱਚ ਚੱਲਿਆ? ਕਾਫੀ ਹੱਦ ਤੱਕ, ਹਾਂਜੀ। ਤੇ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਵੀ ਤੁਸੀਂ? ਮਤਲਬ ਤੁਸੀਂ ਖੁਦ ਇੱਕ ਗੈਸਟ ਫੈਕਲਟੀ ਰਹੇ? ਹਾਂਜੀ, ਇਨ ਦ ਡਿਪਾਰਟਮੈਂਟ ਆਫ ਇੰਗਲਿਸ਼। ਤੁਸੀਂ ਉਹ ਛੱਡੀ ਵੀ? ਹਾਂਜੀ। ਮੇਰੇ ਨੌਲੇਜ 'ਚ ਨਹੀਂ ਕਿ ਤੁਹਾਨੂੰ ਇੰਟਰਵਿਊ ਦੇ ਤਹਿਤ ਉਹਨਾਂ ਨੇ ਕਿਹਾ ਕਿ ਬਸ ਹੁਣ ਬਹੁਤ ਹੋ ਗਿਆ, ਜਾਂ ਤੁਸੀਂ ਆਪ? ਨਹੀਂ, ਮੈਂ ਆਪ ਹੀ ਛੱਡੀ ਕਿਉਂਕਿ ਇੰਨਾ ਹਿਊਮਿਲੀਏਟਿੰਗ ਹੈ। ਤੁਸੀਂ ਕੰਮ ਸਾਰੇ ਉਹ ਕਰ ਰਹੇ ਹੋ ਜਿਹਦੇ ਲਈ ਤੁਸੀਂ ਕੁਆਇਟ ਲਿਟਰਲੀ ਕੁਆਲੀਫਾਈਡ ਹੋ, ਠੀਕ ਹੈ, ਤੁਸੀਂ UGC ਨੈਟ ਕਰ ਚੁੱਕੇ ਹੋ ਹੁਣ, ਫॉर दैट मैटर ਹੁਣ ਤਾਂ PhD ਵੀ ਹੋ ਗਈ, ਪਰ ਤੁਹਾਨੂੰ ਕਿਹਾ ਜਾਂਦਾ ਹੈ ਗੈਸਟ ਫੈਕਲਟੀ, ਤੁਹਾਨੂੰ ਇੱਕ ਲੈਕਚਰ ਵਾਸਤੇ 750 ਰੁਪਇਆ ਦਿੱਤਾ ਜਾਂਦਾ ਤੇ ਤੁਹਾਨੂੰ ਕਿਹਾ ਜਾਂਦਾ ਕਿ ਇੰਨਾ ਕੀ ਬਜਟ ਹੈ ਸਾਡੇ ਕੋਲ ਤੇ ਤੁਹਾਨੂੰ ਇੰਨੇ ਕੁ ਲੈਕਚਰ ਅਸੀਂ ਦੇਵਾਂਗੇ ਤੇ ਤੁਸੀਂ ਕੰਮ ਪਰ ਸਾਰਾ ਕਰੋ। ਜਿਹੜਾ ਤੁਸੀਂ ਨਵੇਂ ਟੈਕਸਟਸ ਨੇ ਤਾਂ ਨਵੇਂ ਟੈਕਸਟ ਦੀ ਤਿਆਰੀ ਕਰੋ ਤੁਸੀਂ, ਤੇ ਉਹ ਕਰਨੀ ਵੀ ਚਾਹੀਦੀ ਹੈ। ਮਤਲਬ ਦੈਟ ਇਜ਼ ਅ ਟੀਚਰਸ ਜੌਬ ਕਿ ਉਹਨੇ ਰੋਜ਼ ਬਦਲਣਾ, ਰੋਜ਼ ਸਿੱਖਣਾ, ਰੋਜ਼ ਪੜ੍ਹਨਾ, ਇਹ ਤਾਂ ਹੋਣਾ ਹੀ ਚਾਹੀਦਾ ਹੈ, ਦੈਟਸ ਨੋ ਪ੍ਰੋਬਲਮ। ਪਰ ਇਸ ਚੀਜ਼ ਨੂੰ ਫੈਸਿਲਿਟੇਟ ਆਪਾਂ ਥਰੂ ਉਹ ਸੈਲਰੀ ਕਰਦੇ ਆ ਨਾ ਕਿ ਇੰਨੀ ਤੁਸੀਂ ਲੇਬਰ ਦੇ ਰਹੇ ਹੋ, ਇਹ ਤੁਹਾਡੀ ਲੇਬਰ ਦੀ ਵੈਲਿਊ। ਦੈਟ ਇਜ਼ ਨਾਟ ਵੈਲ ਪੇਡ ਐਕਚੁਅਲੀ, ਇਟ ਇਜ਼ ਨਾਟ ਵੈਲ ਪੇਡ ਐਟ ਆਲ। ਤੇ ਮਸਲਾ ਸਿਰਫ ਇੰਨਾ ਨਹੀਂ, ਆਪਾਂ ਹੁਣ ਕਿੰਨੀ ਕੁ ਦੇਰ ਤੱਕ ਇਹ ਗੱਲ ਨੂੰ ਐਕਸੈਪਟ ਕਰੀ ਜਾਵਾਂਗੇ ਕਿ ਠੀਕ ਹੈ ਕੋਈ ਗੱਲ ਨਹੀਂ। ਤੇ ਇਹ ਨਾ ਈਵਨ ਜਿਹੜੀ ਮੇਰੀ ਲੈਕ ਆਫ ਇਨਫੋਰਮੇਸ਼ਨ ਇੱਥੇ ਹੈ ਉਹ ਵੀ ਇੱਕ ਪ੍ਰਿਵਿਲੇਜ 'ਚੋਂ ਆਉਂਦੀ, ਕਿਉਂਕਿ ਮੈਨੂੰ ਕਦੇ ਵੀ ਇਹ ਨਹੀਂ ਸੋਚਣਾ ਪੈਂਦਾ ਹੈਗਾ ਕਿ ਮੈਂ ਬਿੱਲ ਭਰਨੇ ਆ, ਠੀਕ ਹੈ, ਜਿਨ੍ਹਾਂ ਨੇ ਭਰਨੇ ਆ ਪਰ ਮੈਨੂੰ ਉਹਨਾਂ ਦੀਆਂ ਸਟਰਗਲਸ ਪਤਾ ਨੇ। ਉਹ ਬਹੁਤ ਸਾਰੇ ਲੋਕ ਫਿਰ 2-2, 3-3 ਜੌਬਸ ਕਰਦੇ ਨੇ, ਠੀਕ ਹੈ, ਤੇ ਇਹ ਇੱਕ ਹਿਊਮਨ ਕੈਪੈਸਿਟੀ ਤੋਂ ਬਹੁਤ ਹੀ ਨਜਾਇਜ਼ ਡਿਮਾਂਡ ਹੈ ਕਿ ਤੁਸੀਂ ਫੁੱਲ ਟਾਈਮ ਜੌਬ ਕਰਕੇ ਯੂ ਆਰ ਬੀਇੰਗ ਟਰੀਟਡ ਇਨ ਟਰਮਸ ਆਫ ਫਾਈਨੈਂਸਿਸ ਤੇ ਇਨ ਟਰਮਸ ਆਫ ਬਿਹੇਵੀਅਰ ਵੀ, ਠੀਕ ਹੈ, ਕਿ ਤੁਹਾਨੂੰ ਟਰੀਟ ਇੱਦਾਂ ਕੀਤਾ ਜਾਂਦਾ ਕਿ ਜਿਵੇਂ ਤੁਸੀਂ ਸੈਕਿੰਡ ਕਲਾਸ ਸਿਟੀਜ਼ਨ ਹੁੰਦੇ ਹੋ, ਜਿਵੇਂ ਵੀ ਆਪਾਂ ਜਿਵੇਂ ਉਸ ਵਰਡ ਨੂੰ ਯੂਜ਼ ਕਰਦੇ ਹਾਂ। ਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਗੈਸਟ ਫੈਕਲਟੀ ਵਾਲੀ ਜਿਹੜੀ ਸਾਰੀ ਲੜਾਈ ਚੱਲ ਰਹੀ ਬਹੁਤ ਜੈਨੂਇਨ, ਤੇ ਮੈਨੂੰ ਇਹ ਲੱਗਦਾ ਕਿ ਵੇਅਰ ਆਰ ਦ ਟੀਚਰਸ, ਮਤਲਬ ਜਿਹੜੇ ਪਰਮਾਨੈਂਟ ਟੀਚਰਸ ਨੇ ਉਹਨਾਂ ਨੂੰ ਤਾਂ ਇਹ ਸਟਰਗਲਸ ਦਾ ਪਤਾ ਨਾ, ਦੇ ਸ਼ੁੱਡ ਬੀ ਅ ਪਾਰਟ ਆਫ ਇਟ ਮੋਰ। ਪਰ ਆਈ ਡੋਂਟ ਨੋ ਕਿਉਂ ਯੂਨੀਵਰਸਿਟੀ ਦੇ ਵਿੱਚ, ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਟੀਚਰਸ ਜਿਹੜੇ ਮੰਨੇ ਜਾਂਦੇ ਆ ਕਿ ਦੇ ਆਰ ਸੇਵੀਅਰਸ ਆਫ ਡੈਮੋਕ੍ਰੈਟਿਕ ਰਾਈਟਸ, ਉਹਨੂੰ ਮਤਲਬ ਉਹਦੇ 'ਤੇ ਗੱਲ ਕਰਦੇ ਆ, ਐਂਡ ਈਵਨ ਇੱਕ ਸਮਾਂ ਸੀ ਜਦੋਂ ਲੜਦੇ ਵੀ ਸੀ, ਪਰ ਹੁਣ ਉਹ ਚੁੱਪ ਕਰਕੇ ਬੈਠੇ ਆ। ਕੀ ਕਾਰਨ ਹੋ ਸਕਦਾ ਇਹਦਾ? IAS ਤੋਂ ਡਰ ਲੱਗਦਾ ਜਾਂ ਕੀ? ਇੱਕ ਤਾਂ ਪ੍ਰਿਵਿਲੇਜ ਹੈ, ਪ੍ਰਿਵਿਲੇਜ ਮੈਨੂੰ ਲੱਗਦਾ ਬਹੁਤ ਕਨਵੀਨੀਅੰਸ ਕਿ ਸੌਖਾ ਨਾ ਗੱਲ ਕਰਨਾ ਬਹੁਤ ਸਾਰੇ ਜਾਣਿਆਂ ਲਈ ਤਾਂ ਇਹ ਮਸਲਾ ਹੈ। ਮਤਲਬ ਮੈਂ ਆਪ ਨਹੀਂ ਹੈਗੀ ਉਸ ਲੜਾਈ 'ਚ, ਹੂ ਡੂ ਆਈ ਕਾਲ ਆਊਟ, ਕਿਉਂਕਿ ਮੇਰੇ ਕੋਲ ਪ੍ਰਿਵਿਲੇਜ ਹੈਗੀ ਹੈ, ਮੈਂ ਆਪ ਉਸ
ਲੜਾਈ ਵਿੱਚ ਨਹੀਂ ਹੈ। ਯੂ ਆਰ not a part of university as a faculty, ਮੈਂ ਫੈਕਲਟੀਜ਼ ਦੀ ਗੱਲ ਕਰ ਰਿਹਾ। ਹਾਂ they are part of university। ਹਾਂ ਪਰ ਮਤਲਬ ਮੇਰੇ ਕੋਲ ਐਕਸਪੀਰੀਅੰਸ ਹੈਗਾ ਨਾ, ਬਟ ਦੈਨ ਯੈਸ ਵਾਟ ਯੂ ਆਰ ਟਾਕਿੰਗ ਅਬਾਊਟ ਕਨਵੀਨੀਅੰਸ ਇਜ਼ ਦ ਬਿਗੇਸਟ ਥਿੰਗ। ਮੈਨੂੰ ਇਹ ਲੱਗਦਾ ਹੁੰਦਾ ਕਿ ਪ੍ਰੋਟੈਸਟਸ ਨਾ ਜੁਆਇਨ ਕਰਨਾ ਬਹੁਤ ਵਾਰੀ ਜਿਨ੍ਹਾਂ ਲੋਕਾਂ ਕੋਲ ਪ੍ਰਿਵਿਲੇਜ ਹੈਗੀ ਹੈ ਉਹਨਾਂ ਲਈ ਕਨਵੀਨੀਅੰਸ ਦਾ ਮਸਲਾ ਬਣਨਾ ਕਿ ਕੌਣ ਜਾਊਗਾ ਉੱਠ ਕੇ। ਬਟ ਐਟ ਦ ਸੇਮ ਟਾਈਮ ਇਟ ਇਜ਼ ਟਰਨਿੰਗ ਅ ਬਲਾਈਂਡ ਆਈ ਕਿ ਤੁਸੀਂ ਅੱਖਾਂ ਮੀਚ ਲਓ ਤੇ ਉਹ ਵਾਲੀ ਗੱਲ ਹੈ ਕਿ ਬਿੱਲੀ ਨਹੀਂ ਦਿਖੂਗੀ ਉਹਨੂੰ, ਕਬੂਤਰ ਬਸ ਬਿੱਲੀ ਨਹੀਂ ਦੇਖਣੀ, ਕਿਉਂਕਿ ਬਿੱਲੀ ਦੇਖਣ ਦਾ ਮਤਲਬ ਹੈ ਬਹੁਤ ਲਾਰਜਰ ਕੁਐਸਚਨਸ ਨੂੰ ਐਡਰੈਸ ਕਰਨਾ ਪੈਣਾ। ਫਿਰ ਐਟ ਦ ਸੇਮ ਟਾਈਮ ਜਦੋਂ ਤਨਖਾਹ ਦਾ ਮਸਲਾ ਬਣਦਾ ਮਤਲਬ ਤਨਖਾਹ ਦਾ ਮਸਲਾ ਬਣਦਾ, ਯੂਨੀਵਰਸਿਟੀ ਨੂੰ ਗ੍ਰਾਂਟ ਦਿਵਾਉਣ ਲਈ ਸਟੂਡੈਂਟਸ ਲੜਦੇ ਆ, ਤਾਂ ਇਹੀ ਉਹ ਸਟੂਡੈਂਟਸ ਟੀਚਰਸ ਮਤਲਬ ਟੀਚਰਸ ਨੇ ਜਿਹੜੇ ਸਟੂਡੈਂਟ ਹੋਣ ਵੇਲੇ ਲੜ ਰਹੇ ਸੀ, ਬਹੁਤ ਵੱਡੀ ਲੜਾਈ ਲੜੀ ਉਹਨਾਂ ਨੇ। ਤੇ ਫਿਰ ਗ੍ਰਾਂਟ ਯੂਨੀਵਰਸਿਟੀ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਗ੍ਰਾਂਟ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ ਨੂੰ ਮਿਲਦੀ ਹੈ ਸਰਕਾਰ ਵੱਲੋਂ। ਫਿਰ ਵੀ ਮਤਲਬ ਇੱਕ ਹਿਊਮਨ ਬਿਹੇਵੀਅਰ ਹੋਣਾ ਚਾਹੀਦਾ ਕਿ ਉਹ ਨਹੀਂ ਹੈਗਾ। ਮਤਲਬ ਮੈਨੂੰ ਤਾਂ ਇਹ ਲੱਗਦਾ ਕਿ ਦਿਸ ਇਜ਼ ਵਨ ਆਫ ਦ ਮੋਸਟ ਕੈਪੀਟਲਿਸਟ ਥਿੰਗਸ ਅਬਾਊਟ ਦੀ ਇੰਟਾਇਰ ਡਿਸਕੋਰਸ, ਕਿ ਆਪਾਂ ਨੂੰ ਨਹੀਂ ਲੱਗਦਾ ਕਿ ਵੱਡੇ ਨੈਰੇਟਿਵਸ ਨੇ, ਆਪਾਂ ਉਹਨਾਂ ਨੂੰ ਹਰ ਰੋਜ਼ ਇੱਕ ਨਵਾਂ ਨੈਰੇਟਿਵ ਲੱਗਦਾ। ਇਹ ਆਪਾਂ ਨੂੰ ਦੱਸਿਆ ਗਿਆ, ਪੋਸਟ ਮਾਡਰਨਿਜ਼ਮ ਆਉਂਦਾ ਅਤੇ ਉਹ ਆ ਕੇ ਆਪਾਂ ਨੂੰ ਦੱਸਦਾ ਕਿ ਦੇਖੋ ਕੋਈ ਕੰਟੀਨਿਊਟੀ ਨਹੀਂ ਹੁੰਦੀ ਪਾਸਟ ਦੀ, ਠੀਕ ਹੈ, ਕੋਈ ਪਰਸੋਂ ਦੀ ਲੜਾਈ ਅੱਜ ਦੀ ਲੜਾਈ ਨਹੀਂ, ਠੀਕ ਹੈ, ਤੁਹਾਡੀ ਅੱਜ ਦੀ ਲੜਾਈ ਅੱਡ ਹੈ। ਇਕੋਨੋਮਿਸਟ ਜਿਹੜੀ ਟੈਂਡੈਂਸੀ ਹੈ ਉਹ ਇਸੇ ਗੱਲ 'ਚੋਂ ਨਿਕਲਦੀ ਹੈ, ਅਤੇ ਉਹ ਆਈ ਐਮ 100% ਸ਼ੋਰ ਕਿ ਇਟ ਇਜ਼ ਅ ਪਾਰਟ ਆਫ ਹਾਊ ਵੀ ਰਿਐਕਟ ਟੂ ਪ੍ਰੋਟੈਸਟਸ। ਚਲੋ ਮਤਲਬ ਇਹ ਜ਼ਰੂਰੀ ਵੀ ਨਹੀਂ ਗਾ ਕਿ ਤੁਸੀਂ ਜਾ ਕੇ ਉੱਠ ਕੇ ਉੱਥੇ ਜਾਓ, ਤੁਹਾਡਾ ਇੱਕ ਕੰਡਕਟ ਹੁੰਦਾ ਕਿ ਤੁਸੀਂ ਕਿਸੇ ਨਾਲ ਬਿਹੇਵ ਕਿਵੇਂ ਕਰ ਰਹੇ ਹੋ। ਤੁਸੀਂ ਕਿਸੇ ਨੂੰ ਜੇ ਮੰਨ ਲਓ ਤੁਸੀਂ ਉਹਦੇ ਨਾਲ ਨਹੀਂ ਖੜ ਸਕਦੇ, ਤੁਹਾਡੇ ਬੋਲਾਂ ਦੇ ਵਿੱਚ ਉਹਨਾਂ ਲਈ ਕਿੰਨੀ ਹਮਦਰਦੀ ਹੈ, ਤੁਹਾਡੀ ਲਿਖਤ ਦੇ ਵਿੱਚ ਉਹਨਾਂ ਲਈ ਕਿੰਨੀ ਹਮਦਰਦੀ ਹੈ। ਪਰ ਇੱਥੇ ਤਾਂ ਮਤਲਬ ਗੱਲ ਲੰਬੀ ਨਾ ਚਲੀ ਜੇ ਇਸ ਟੌਪਿਕ ਦੇ ਉੱਤੇ, ਉਹਦੇ 'ਚ ਇਹ ਹੈ ਵੀ ਇੱਥੇ ਤਾਂ ਮੀਟਿੰਗ ਲਈ ਟਾਈਮ ਦੇ ਕੇ ਵੀ ਅਥਾਰਟੀ ਗੈਸਟ ਫੈਕਲਟੀ ਨੂੰ ਬਾਹਰ ਖੜਾਈ ਰੱਖਦੀ ਹੈ ਤੇ ਇਹ ਕਹਿੰਦੀ ਹੈ ਕਿ ਯੂ ਆਰ, ਦਿਖਾਉਂਦੀ ਹੈ ਕਿ ਯੂ ਆਰ ਨੋਟ ਪਰਮਾਨੈਂਟ। ਬਿਲਕੁਲ ਬਿਲਕੁਲ ਮੇਰੇ ਨਾਲ ਇਹ ਹੋਇਆ, ਮਤਲਬ ਸਭ ਨੂੰ ਪਤਾ ਹੈ ਕਿ ਆਈ ਐਮ ਵਨ ਆਫ ਦੈਮ, ਆਈ ਐਮ ਐਨ ਅਸਿਸਟੈਂਟ ਪ੍ਰੋਫੈਸਰ ਇਨ ਡਿਪਾਰਟਮੈਂਟ ਆਫ ਲਿੰਗੁਇਸਟਿਕਸ। ਤੇ ਮੈਨੂੰ ਪਾਸ ਜਾਰੀ ਕਰਨ ਲਈ ਯੂਨੀਵਰਸਿਟੀ ਦੇ ਵਹੀਕਲ ਪਾਸ ਸੈੱਲ ਨੇ 4 ਗੇੜੇ ਮਰਵਾਏ ਜਾਣ ਬੁੱਝ ਕੇ ਸਟੇਟਸ ਕੋ ਸੈੱਟ ਕਰਨ ਵਾਸਤੇ ਕਿ ਤੁਸੀਂ ਆਓ। ਯੂ ਹੈਵ 2 ਕਾਰਸ, ਹਾਂਜੀ, ਦੋਨਾਂ ਤੇ ਪਾਸ ਹੈ, ਪਰਮਾਨੈਂਟ ਟੀਚਰਸ ਦਾ ਪਾਸ ਹੈ। ਮੇਰੀ ਗੱਡੀ ਵਨ ਆਫ ਮਾਈ ਫੈਮਿਲੀ ਮੈਂਬਰ ਚਲਾ ਰਿਹਾ ਸੀ ਐਂਡ ਉਹਨੂੰ ਰੋਕ ਲਿਆ ਕਿ ਯੂ ਕਾਂਟ ਟੇਕ ਦਾ ਕਾਰ ਇਨਸਾਈਡ ਦਾ ਯੂਨੀਵਰਸਿਟੀ। ਮੇਰਾ ਆਰਗੂਮੈਂਟ ਇਹ ਹੈ ਕਿ ਮੰਨ ਲਓ ਵੀ ਇੱਕ ਪ੍ਰੋਫੈਸਰ ਜਿਹਦੇ ਨਾਂ ਤੇ 2 ਪਾਸ ਜਾਰੀ ਹੈ, ਤੇ ਜੇ ਉਹਨੇ 2 ਕਾਰਾਂ ਅੰਦਰ ਲੈ ਕੇ ਜਾਣੀ ਹੈ, ਉਹ ਕਿਵੇਂ ਦੋਨਾਂ ਨੂੰ ਚਲਾ ਕੇ ਲੈ ਕੇ ਜਾਏਗਾ? ਨਹੀਂ, ਠੀਕ ਹੈ ਆਰਗੂਮੈਂਟ, ਆਈ ਐਗਰੀ ਵਿਦ। ਸੋ ਮਤਲਬ ਇਸ ਤਰੀਕੇ ਦੀ ਛੋਟੇ ਲੈਵਲ ਦੇ ਉੱਤੇ ਵੀ ਜਿਹੜਾ ਹੈ ਉਹ ਹਰਾਸਮੈਂਟ ਟੀਚਰਸ ਦੀ ਹੋ ਰਹੀ ਹੈ। ਬਿਲਕੁਲ ਹੋ ਰਹੀ ਹੈ। ਹਾਂ, ਉਹ ਤਾਂ ਸਟੇਟਸ ਕੋ ਸੈੱਟ ਕਰਨ ਲਈ ਕੀਤਾ ਜਾ ਰਿਹਾ, ਤੇ ਉਹ ਕੀਤਾ ਜਾਣਾ, ਮਤਲਬ ਉਹਨੂੰ ਹਾਈਲਾਈਟ ਕਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਜੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਵਿਲ ਨਾਟ ਸਪੀਕ ਟਰੂਥ ਟੂ ਪਾਵਰ, ਇਹ ਨਹੀਂ ਹੋਣਾ। ਮਤਲਬ ਅਸੀਂ ਨਹੀਂ ਹੈਗੇ ਉਹ ਵਾਲੇ ਲਿਸਨਰਸ ਕਿ ਸਾਨੂੰ ਦੱਸਦਾ ਜਾਊਗਾ ਕਿ ਨਹੀਂ ਇਹੀ ਹੁੰਦਾ, ਇਹ ਨਹੀਂ ਹੁੰਦਾ, ਤੇ ਵੀਲ ਜਸਟ ਗੋ ਵਿਦ ਇਟ ਕਿ ਹਾਂ ਸਾਨੂੰ ਪਤਾ ਨਹੀਂ। ਸੋ ਮੈਂ ਵੀ ਐਡੀਟਰਸ ਨੂੰ ਕਹਿ ਦਾਂ ਕਿ ਜਿਹੜੀ ਮੈਂ ਗੱਲ ਕਹੀ ਉਹ ਸਭ ਤੋਂ ਅੱਗੇ ਲਾ ਦੇਣ ਇੱਕ ਵਾਰ। ਓਕੇ, PhD ਦਾ ਟੌਪਿਕ ਕੀ ਸੀ? PhD ਦਾ ਟੌਪਿਕ ਸੀਗਾ ਬਿਟਵੀਨ ਮੈਮਰੀ ਐਂਡ ਫਾਰਮ, ਅ ਸਟੱਡੀ ਆਫ ਜੂਲੀਅਨ ਬਾਰਨਸ ਫਿਕਸ਼ਨ। ਓਕੇ, ਵਾਟ ਇਜ਼ ਇਟ? ਬੇਸਿਕਲੀ ਮੈਂ ਇਹ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਮਰੀ ਜਿਹਦੀ ਕੋਈ ਫਾਰਮ ਨਹੀਂ ਹੁੰਦੀ। ਤੁਸੀਂ ਕਦੇ ਆਪਦੀ ਮੈਮਰੀ ਬਾਰੇ ਸੋਚੋ, ਤੁਹਾਨੂੰ ਹਰ ਵਾਰ ਆਪਣੀ ਹਰ ਮੈਮਰੀ, ਹਰ ਕਿਸੇ ਵੀ ਕੋਈ ਇੰਸੀਡੈਂਟ ਲੈ ਲਓ ਪਰਟੀਕੂਲਰ, ਉਹਦੀ ਮੈਮਰੀ ਤੁਹਾਨੂੰ ਹਰ ਵਾਰ ਆਪ ਨੂੰ ਹੀ ਅਲੱਗ ਯਾਦ, ਕਿਸੇ ਹੋਰ ਨੂੰ ਤਾਂ ਤੁਹਾਡੇ ਨਾਲ ਦੀ ਸੇਮ ਕਿਵੇਂ ਆਉਣੀ ਹੈ, ਤੁਹਾਨੂੰ ਆਪ ਨੂੰ ਹੀ ਨਹੀਂ। ਸੋ ਆਈ ਪ੍ਰਪੋਜ਼ ਕਿ ਇਹ ਤਾਂ ਆਪਾਂ ਨੂੰ ਪਤਾ ਕਿ ਮੈਮਰੀ ਦੀ ਕੋਈ ਫਾਰਮ ਨਹੀਂ ਹੁੰਦੀ, ਹਰ ਕੋਈ ਐਵੇਂ ਦੀ ਰਿਕਾਰਡਿੰਗ ਨਹੀਂ ਚੱਲ ਰਹੀ ਆਪਣੇ ਦਿਮਾਗ ਵਿੱਚ। ਉਹ ਨਿਊਰੋਨਸ ਦਾ ਨੈਟਵਰਕ ਹੁੰਦਾ ਹੈ ਜਿਹੜਾ ਲਾਈਟ ਹੁੰਦਾ ਇਸ ਤਰੀਕੇ ਨਾਲ। ਤਾਂ ਜੇ ਫਾਰਮ ਹੀ ਨਹੀਂ ਹੈਗੀ ਮੈਮਰੀ ਦੀ, ਤਾਂ ਮੈਮਰੀ ਬਾਰੇ ਲਿਖਿਆ ਜਾ ਸਕਦਾ? ਠੀਕ ਹੈ, ਮੈਮਰੀ ਆਪਣੇ ਆਪ 'ਚ ਇਹੋ ਜਿਹੀ ਚੀਜ਼ ਹੈ ਜਿਹਦੀ ਕੋਈ ਫਾਰਮ ਨਹੀਂ ਹੈ। ਤਾਂ ਜਿਹੜੀ ਵਿਧਾ 'ਚ ਉਹਨੂੰ ਲਿਖਿਆ ਜਾਣਾ, ਉਹ ਵਿਧਾ ਕਿਹੋ ਜਿਹੀ ਹੋਊਗੀ, ਅਤੇ ਕੀ ਉਸ ਵਿਧਾ ਨਾਲ ਐਕਸਪੈਰੀਮੈਂਟ ਕੀਤਾ ਜਾਊਗਾ
ਕਿ ਉਹ ਇਨਐਵਿਟੇਬਲ ਹੋਊਗਾ, ਕਿ ਉਹ ਤਾਂ ਕਰਨਾ ਹੀ ਪਊਗਾ, ਕਿਉਂਕਿ ਇੰਨਾ ਜ਼ਿਆਦਾ ਤੁਸੀਂ ਸੋਚੋ ਕਿਓਸ ਨੂੰ ਤੁਸੀਂ ਇੱਕ ਇਕੱਠਾ ਕਰਨਾ, ਇੱਕ ਸ਼ੇਪ ਦੇਣੀ ਆ। ਸੋ ਹਾਊ ਦਿਸ ਵਨ ਪਰਟੀਕੂਲਰ ਰਾਈਟਰ ਕਾਲਡ ਜੂਲੀਅਨ ਬਾਰਨਸ, ਹੀ ਇਜ਼ ਅ ਬ੍ਰਿਟਿਸ਼ ਆਥਰ, ਉਹ ਕਿਵੇਂ ਆਪਦੇ ਨੋਵਲਸ ਦੇ ਵਿੱਚ ਕਿਸੇ ਇਹੋ ਜਿਹੀ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਹੈ ਜਿਹਦੇ ਬਾਰੇ ਗੱਲ ਕਰਨ ਲਈ ਉਸ ਚੀਜ਼ ਦੀ ਹੀ ਕੋਈ ਫਾਰਮ ਨਹੀਂ ਹੈਗੀ ਹੈ। ਸੋ ਦੈਟਸ ਹਾਊ ਆਈ ਐਮ ਟ੍ਰਾਈਂਗ ਟੂ ਮਤਲਬ ਜਦੋਂ ਅਸੀਂ ਯਾਤਰਾ ਦਾ ਬਰਤਾਂਤ ਲਿਖਦੇ ਹਾਂ ਤੇ ਉਦੋਂ ਅਸੀਂ ਬਹੁਤ ਚੀਜ਼ਾਂ ਵਿੱਚ ਫਿਰ ਫਿਕਸ਼ਨ ਹੁੰਦੀ ਹੈ। ਬਿਲਕੁਲ ਬਿਲਕੁਲ ਐਬਸੋਲੂਟਲੀ। ਯਾਤਰਾ ਦੇ ਬਿਰਤਾਂਤ ਫੈਸੀਨੇਟਿੰਗ ਇਸ ਲਈ ਹੁੰਦੇ ਆ, ਨਹੀਂ ਤਾਂ ਤੁਸੀਂ ਕੀ ਕਹੋਗੇ ਕਿ ਮੈਂ ਇੱਥੋਂ ਤੁਰਿਆ, ਮੈਂ ਚੰਡੀਗੜ੍ਹ ਪਹੁੰਚ ਗਿਆ, ਰਾਹ 'ਚ ਮੈਂ ਪੱਤੇ ਦੇਖੇ, ਫੁੱਲ ਪੱਤੇ ਦੇਖੇ। ਜੇ ਤੁਸੀਂ ਐਕਚੁਅਲੀ ਕਿਸੇ ਟਰੀ ਦੀ ਡਿਸਕ੍ਰਿਪਸ਼ਨ ਦੇਣੀ ਹੈ ਆਪਣੀ ਰਾਈਟਿੰਗ ਨੂੰ ਹੋਰ ਵਧੀਆ ਬਣਾਉਣ ਵਾਸਤੇ, ਤਾਂ ਜਿਹੜਾ ਤੁਸੀਂ ਟਰੀ ਡਿਸਕ੍ਰਾਈਬ ਕਰੋਗੇ ਨਾ, ਉਹ ਤਾਂ ਨਹੀਂ ਤੁਸੀਂ ਦੇਖਿਆ, ਉਹ ਦੈਟ ਇਜ਼ ਯੋਰ ਇਮੈਜਿਨੇਸ਼ਨ। ਥੋੜੇ ਟਾਈਮ ਲਈ ਇੰਟਰਨੈਟ ਤੇ ਵੀ ਜਾਓਗੇ ਤੇ ਪੱਤਿਆਂ ਦੀ ਸ਼ੇਪ ਕਿਵੇਂ ਦੀ ਹੁੰਦੀ ਹੈ, ਫੁੱਲ ਕਿਵੇਂ ਦੇ ਹੁੰਦੇ। ਬਿਲਕੁਲ ਬਿਲਕੁਲ, ਤੁਸੀਂ ਉਹਨੂੰ ਔਥੈਂਟਿਸਿਟੀ ਦੇਣ ਵਾਸਤੇ ਕਰੋਗੇ, ਪਰ ਇਟ ਵਿਲ ਬੀ ਇੰਟਾਇਰਲੀ ਯੋਰ ਇਮੈਜਿਨੇਸ਼ਨ। ਅੱਛਾ ਸਹਿਜ, ਇੱਕ ਚੀਜ਼ ਬਹੁਤ ਮਤਲਬ ਮਸ਼ਹੂਰ ਕੀਤੀ ਗਈ ਹੈ ਕਿ ਜਦੋਂ ਇੱਕ PhD ਸਕਾਲਰ ਥੀਸਿਸ ਦੇ ਦਿੰਦਾ ਹੈ, ਉਹ ਲਾਇਬ੍ਰੇਰੀ ਦੀ ਧੂੜ ਹੀ ਉਹਨੂੰ ਉਹਦੇ ਨੇੜੇ ਲੱਗਦੀ ਹੈ, ਹੋਰ ਉਹਦੇ ਕੋਈ ਨੇੜੇ ਨਹੀਂ ਲੱਗਦਾ। ਕਿਵੇਂ ਇਹ ਵਾਕਿਆ 'ਚ ਹੈ ਜਾਂ ਮਤਲਬ ਇਹਨੂੰ ਤੁਸੀਂ ਨਾ ਰੀਫਰੇਮ ਕਰੋ ਕੁਐਸਚਨ ਨੂੰ। ਮਤਲਬ ਇਹ ਮੰਨਿਆ ਜਾਂਦਾ ਹੈ ਵੀ ਕੋਈ ਉਹਨੂੰ ਪੜ੍ਹਦਾ ਨਹੀਂ, ਬਸ ਉਹ ਧੂੜ ਨੂੰ ਜਜ਼ਬ ਕਰਨ ਵਾਸਤੇ ਹੁੰਦਾ ਹੈ, ਲਾਇਬ੍ਰੇਰੀ ਦੇਣ ਵਾਸਤੇ, ਉਹਨੂੰ ਪੜ੍ਹਦਾ ਕੋਈ ਨਹੀਂ। ਇਹਦੇ ਬਾਰੇ ਮੈਨੂੰ ਹੈਗਾ ਕਿ ਮੈਨੂੰ ਖਾਸਾ ਕੌਨਫੀਡੈਂਸ ਹੈ ਕਿ ਇਹੀ ਹੋਊਗਾ, ਪਰ ਇਹਦੇ ਬਾਰੇ ਮੈਂ ਸੋਚਿਆ ਬਹੁਤ, ਕਿਉਂਕਿ 10 ਸਾਲ ਲੱਗ ਗਏ ਮੈਨੂੰ PhD ਕਰਨ 'ਚ, ਅਤੇ ਮੈਂ ਬਹੁਤ ਸਾਰੇ ਦੋਸਤਾਂ ਨਾਲ ਆਪਣਿਆਂ ਨਾਲ ਡਿਸਕਸ਼ਨਸ ਕੀਤੀਆਂ ਕਿ ਕੀ ਕਰੀਏ ਯਾਰ, ਵੀ ਜੇ ਧੂੜ ਹੀ ਖਾਣੀ ਹੈ ਥੀਸਿਸ ਨੇ ਤਾਂ ਕਿਤਾਬ ਵੀ ਕਿਉਂ ਬਣਾਈਏ, ਪਹਿਲਾਂ ਉਹ ਥੀਸਿਸ ਖਾਊਗਾ, ਫਿਰ ਕਿਤਾਬ ਦੀਆਂ 50 ਕਾਪੀਆਂ ਖਾਣੀਆਂ। ਅਤੇ ਮੇ ਬੀ ਉਹਦਾ ਇੱਕੋ ਹੀ ਤਰੀਕਾ ਹੈ ਕਿ ਕਿਤਾਬ ਵਧੀਆ ਬਣੇ, ਉਹਦੇ 'ਚੋਂ ਕੁਛ ਜੋ ਹੈ ਉਹਦੇ ਵਿੱਚ ਤੁਸੀਂ ਜਿਹੜਾ ਲੋਕਾਂ ਨਾਲ ਕਰਨਾ ਚਾਹੁੰਦੇ ਹੋ ਤਾਂ ਉਹ ਉਸ ਵਿਧਾ 'ਚ ਲਿਖ ਦਿਓ, ਜਿਹੜੀ ਵਿਧਾ ਲੋਕਾਂ ਤੱਕ ਪਹੁੰਚਦੀ ਸੌਖੀ ਹੈ। ਮੇਰਾ ਥੀਸਿਸ 195 ਪੇਜਸ ਦਾ, ਅਤੇ ਮੈਨੂੰ ਬਹੁਤ ਲੋਕਾਂ ਨੇ ਇਹ ਕਿਹਾ ਕਿ ਤੇਰਾ ਥੀਸਿਸ ਸਾਡੇ MPhil ਦੇ ਥੀਸਿਸ ਨਾਲੋਂ ਵੀ ਛੋਟਾ, ਅਤੇ ਮੈਂ 10 ਸਾਲ ਲਾ ਕੇ ਲਿਖਿਆ ਉਹ ਥੀਸਿਸ। ਤੁਸੀਂ ਮੇਰਾ ਥੀਸਿਸ ਪੜ੍ਹਿਓ, ਯੂ ਕੈਨ ਅੰਡਰਸਟੈਂਡ ਇਟ। ਮਤਲਬ ਜਿਵੇਂ ਤੁਸੀਂ ਅੰਡਰ ਕੌਨਫੀਡੈਂਟ ਫੀਲ ਕਰਦੇ ਹੋ, ਇਫ ਯੂ ਫੀਲ ਅੰਡਰ ਕੌਨਫੀਡੈਂਟ ਅਬਾਊਟ ਯਰ ਇੰਗਲਿਸ਼, ਮੈਂ ਤੁਹਾਨੂੰ ਇਹ ਪ੍ਰੋਮਿਸ ਕਰਨੀ ਹੈ ਕਿ ਤੁਹਾਨੂੰ ਉਹ ਥੀਸਿਸ ਸਮਝ ਆਓ, ਕਿਉਂਕਿ ਮੇਰਾ ਸਾਰਾ ਜਿਹੜਾ ਚੈਲੰਜ ਸੀਗਾ ਉਹ ਇਹ ਸੀਗਾ ਕਿ ਮੈਂ ਜਾਰਗਨ ਇੰਗਲਿਸ਼ ਯੂਜ਼ ਕਰਨੀ ਨਹੀਂ, ਅਤੇ ਉਹਦੇ 'ਤੇ ਸਭ ਤੋਂ ਵੱਧ ਟਾਈਮ ਲੱਗਿਆ। ਜਿਹੜੀਆਂ ਬਾਕੀ ਦੀਆਂ ਅੰਡਰਸਟੈਂਡਿੰਗ ਨੇ ਤੁਹਾਨੂੰ ਐਂ ਲੱਗੂਗਾ ਪੜ੍ਹ ਕੇ ਵੀ ਇਹ ਤਾਂ ਮੈਨੂੰ ਪਤਾ। ਮੈਂ ਤੁਹਾਡੀ ਗੱਲ ਸੁਣ ਕੇ ਮੈਂ ਸਮਝ ਗਿਆ ਵੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ, ਉਹਦੇ 'ਚ ਬਸ ਹੁਣ ਰੈਫਰੈਂਸ ਦੇਖਣੀ ਹੈ ਵੀ ਰਾਈਟਰ ਦੀ ਰੈਫਰੈਂਸ ਕੀ ਹੈ। ਹਾਂ ਯੈਸ, ਆਲ ਆਈ ਕੈਨ ਪ੍ਰੋਵਾਈਡ ਯੂ ਇਜ਼ ਵਿਦ ਐਗਜ਼ਾਮਪਲਸ ਕਿ ਆਹ ਬੰਦੇ ਨੇ ਦੇਖੋ ਇੱਥੇ ਕੀਤਾ ਇਹ ਕੰਮ, ਦੈਟ ਇਜ਼ ਇਟ। ਅਤੇ ਇਸ ਕਰਕੇ ਇਹਦਾ ਇੱਕੋ ਹੀ ਤਰੀਕਾ ਹੈ ਕਿ ਮੈਂ ਕਿਤਾਬ ਇੱਦਾਂ ਦੀ ਲਿਖਾਂ ਜਿਹੜੀ ਲੋਕਾਂ ਨੂੰ ਸਮਝ ਆ ਜਾਏ, ਅਤੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੰਪਲੈਕਸਿਟੀ ਆਫ ਥਾਟ ਨਹੀਂ ਰੱਖ ਸਕਦੇ ਉਹਦੇ 'ਚ। ਉਹਦਾ ਮਤਲਬ ਇਹ ਹੈ ਕਿ ਆਪਾਂ ਲੋਕਾਂ ਨੂੰ ਮੌਕਾ ਦੇਈਏ ਕਿ ਯੂ ਨੋ ਵੀ ਟਰਸਟ ਯੂ, ਅਤੇ ਦੇ ਦੀਏ ਇੱਕ ਵਾਰੀ, ਫਿਰ ਜੇ ਤੋੜ ਖਾਣੀ ਹੋਈ ਤਾਂ ਨਹੀਂ। ਵੈਸੇ ਵੀ ਲੋਕਾਂ ਨੂੰ ਭੇਡਾਂ ਸਮਝਣ ਵਾਲੇ, ਬੇਵਕੂਫ ਸਮਝਣ ਵਾਲੇ ਬਹੁਤ ਨੇ, ਬਹੁਤ ਲੋਕ ਸਿਆਣੇ ਸਮਝਣ ਵਾਲੇ ਘੱਟ ਨੇ, ਅਤੇ ਉਹ ਸਿਆਣੇ ਹੁੰਦੇ ਵੀ ਆ ਲੋਕ, ਬਹੁਤ ਸਿਆਣੇ ਹੁੰਦੇ ਲੋਕ, ਬਿਲਕੁਲ ਬਹੁਤ ਸਿਆਣੇ ਹੁੰਦੇ ਆ। ਬਿਲਕੁਲ ਕੁਛ ਮਿਸਗਾਈਡਡ ਜਿਹੜੇ ਹੋਣ ਉਹਨਾਂ ਨੂੰ ਦੀ ਐਕਸੈਪਸ਼ਨ ਦੇ ਤੌਰ 'ਤੇ ਆਪਾਂ ਪਾਸੇ ਰੱਖ ਦੀ, ਤੇ ਲੋਕ ਤੁਹਾਡੀ ਗੱਲ ਸੁਣਦੇ ਆ। ਬਿਲਕੁਲ, ਇਸੇ ਕਰਕੇ ਆਪਾਂ ਗੱਲਾਂ ਕਰ ਰਹੇ ਹਾਂ, ਹੋਪਿੰਗ ਕਿ ਸੁਣ ਰਹੇ ਆ ਲੋਕ, ਸੁਣ ਰਹੇ ਆ। ਤੁਸੀਂ ਮਦਰ ਪ੍ਰੋਫੈਸਰ ਹੈ, ਤੁਹਾਡੇ ਫਾਦਰ ਪ੍ਰੋਫੈਸਰ ਹੈ, ਬ੍ਰਦਰ PhD ਕਰ ਰਿਹਾ, ਤੁਸੀਂ ਵੀ PhD ਕਰ ਚੁੱਕੇ ਹੋ, ਹੋਰ ਵੀ ਫੈਮਿਲੀ ਮਾਸਟਰ ਪ੍ਰੋਫੈਸਰ ਬਹੁਤ ਨੇ। ਕਿਤਾਬਾਂ ਨਾਲ ਤੁਹਾਡਾ ਬਚਪਨ ਤੋਂ ਪਿਆਰ, ਘਰੇ ਕਿਤਾਬਾਂ ਬਹੁਤ ਨੇ। ਕਿਤਾਬਾਂ ਕਿਵੇਂ ਸ਼ੇਪ ਕਰਦੀਆਂ ਪਰਟੀਕੂਲਰਲੀ ਬੰਦੇ ਨੂੰ, ਸੌਰੀ ਜੇ ਇਨ ਜਨਰਲ ਬੰਦੇ ਨੂੰ, ਪਰਟੀਕੂਲਰ ਮਤਲਬ ਖਾਸ ਤੌਰ 'ਤੇ ਤੁਹਾਨੂੰ ਕਿਵੇਂ ਸ਼ੇਪ ਕੀਤਾ ਉਹਨੇ? ਠੀਕ ਹੈ, ਮੈਨੂੰ ਕਿਤਾਬਾਂ ਪੜ੍ਹਨੀਆਂ ਬਿਲਕੁਲ ਪਸੰਦ ਨਹੀਂ ਸੀ BA ਤੱਕ। BA ਤੱਕ ਮਤਲਬ ਘਰੇ ਪਾਪਾ ਨੇ ਬਹੁਤ ਕਿਤਾਬਾਂ ਲਿਆਉਣੀਆਂ, ਇਹ ਮੇਰੀ ਮੈਮਰੀ ਹੈ। ਮਤਲਬ ਮੈਂ ਇਸ ਤੋਂ ਪਹਿਲਾਂ ਇਹ ਗੱਲ ਕਹਿ ਦਿੰਦੀ ਹਾਂ ਕਿ ਮੇਰੀ ਮੈਮਰੀ ਹੈ ਕਿ ਮੈਨੂੰ BA ਤੱਕ ਕਿਤਾਬਾਂ ਪੜ੍ਹਨਾ ਬਿਲਕੁਲ ਵੀ ਨਹੀਂ ਸੀ ਪਸੰਦ, ਅਤੇ ਮੈਨੂੰ ਇਸ ਲਈ ਨਹੀਂ ਸੀ ਪਸੰਦ ਕਿਉਂਕਿ ਮੈਂ ਆਪਦੇ ਘਰਦਿਆਂ ਨਾਲ ਖਾਸੀ ਰਿਬੈਲੀਅਸ ਰਹੀ ਹਾਂ। ਮੈਨੂੰ ਜੋ ਕਹਿ ਦਿੰਦੇ ਸੀ ਵੀ ਆਹ ਕਰਨਾ,
ਮਤਲਬ ਮਜਾਲ ਹੀ ਨਹੀਂ ਕਿ ਮੈਂ ਉਹ ਕਰੂੰਗੀ। ਤਾਂ ਜੇ ਉਹ ਕਿਤਾਬਾਂ ਪੜ੍ਹਦੇ ਆ ਤਾਂ ਮੇਰੀ ਮੈਮਰੀ 'ਚ ਹੈ ਵੀ ਮੈਂ ਕਿਤਾਬਾਂ ਨਹੀਂ ਪੜ੍ਹੂ। ਨਾਓ ਵੈਨ ਇਟ ਕਮਸ ਟੂ ਯੋਰ ਕੁਐਸਚਨ ਕਿ ਕਿਵੇਂ ਸ਼ੇਪ ਕਰਦਾ ਬੰਦੇ ਨੂੰ, ਇਹ ਮੇਰੀ ਮੈਮਰੀ ਸਰਾਸਰ ਝੂਠ ਹੈ। ਕਿਉਂਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਅੱਜ ਕੱਲ੍ਹ ਜਦੋਂ ਮੈਂ ਖੋਲ੍ਹਦੀ ਹਾਂ ਕਿ ਹੁਣ ਨਾ ਮੈਂ ਇਹ ਪੜ੍ਹਦੀ ਹਾਂ, ਲੋਕਾਂ ਨੇ ਪੜ੍ਹ ਰੱਖੀ ਹੈ, ਇੰਨੀ ਵੱਡੀ ਕਿਤਾਬ ਹੈ, ਇੰਨੀ ਇੰਪੋਰਟੈਂਟ ਕਿਤਾਬ ਹੈ, ਮੈਂ ਪੜ੍ਹ ਲੈਂਦੀ ਹਾਂ, ਉਹ ਮੈਂ ਪੜ੍ਹੀ ਹੁੰਦੀ ਅਕਸਰ। ਇਹਦਾ ਨਾ ਇੱਕ ਐਗਜ਼ਾਮਪਲ ਹੈ, ਉਹ ਕੀ ਸੀ, ਜੰਗਲ ਪਰਬਤ ਮਨਮੋਹਨ ਬਾਵਾ। ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਜੇ ਨੇਚਰ ਨਾਲ ਰਿਲੇਟਿਡ ਟਰੈਵਲੌਗ ਪੜ੍ਹਨਾ ਤੁਹਾਨੂੰ ਡੈਫੀਨੇਟਲੀ ਪੜ੍ਹਨਾ ਚਾਹੀਦਾ। ਮੈਂ ਚੱਕ ਲਿਆ ਕਿਤਾਬ, ਮੈਂ ਪੜ੍ਹੀ ਹੋਈ ਅਤੇ ਮੈਨੂੰ ਨਹੀਂ ਯਾਦ ਹੈਗਾ ਕਿ ਮੈਂ ਕਦੋਂ ਪੜ੍ਹੀ ਹੈ। ਆਈ ਐਮ ਸ਼ੋਰ ਕਿਉਂਕਿ BA ਸ਼ੁਰੂ ਹੋਈ ਹੈ ਜਦੋਂ, ਉਦੋਂ ਤੱਕ ਮੈਂ ਮਤਲਬ ਐਵੇਂ ਸੀਗੀ ਕਿ ਮੈਂ ਕੁਛ ਵੀ ਨਹੀਂ ਪੜ੍ਹਿਆ ਹੋਣਾ। ਪਰ ਮੈਂ ਬਹੁਤ ਸਾਰਾ ਪੰਜਾਬੀ ਦਾ ਲਿਟਰੇਚਰ ਪੜ੍ਹਿਆ ਹੋਇਆ ਜਿਹੜਾ ਮੈਨੂੰ ਨਹੀਂ ਸੀ ਪਤਾ। ਮੈਨੂੰ ਲੂਣਾ ਦੀਆਂ ਬਹੁਤ ਸਾਰੀਆਂ ਯਾਦ ਨੇ ਲਾਈਨਾਂ। ਮੈਨੂੰ ਵਾਰਿਸ ਸ਼ਾਹ ਦੀ ਹੀਰ ਪੜ੍ਹਨੀ ਬਹੁਤ ਸੌਖੀ ਲੱਗਦੀ ਹੈ ਕਿਉਂਕਿ ਮੈਂ ਪਹਿਲਾਂ ਮਤਲਬ ਘਰ ਦੇ ਪੜ੍ਹ ਰਹੇ ਨੇ ਜਾਂ ਕੋਈ ਉੱਚੀ ਉੱਚੀ ਪੜ੍ਹ ਰਿਹਾ। ਮੈਂ ਗਜ਼ਲਾਂ ਨਾਲ ਜੁੜੀ ਹੋਈ ਹਾਂ, ਮੈਨੂੰ ਬਹੁਤ ਸਾਰੀਆਂ ਸੁਰਜੀਤ ਪਾਤਰ ਦੀਆਂ ਗਜ਼ਲਾਂ ਮੂੰਹ ਜਵਾਨੀ ਯਾਦ ਨੇ ਅਤੇ ਉਹ ਮੈਂ ਕਦੇ ਕਿਤਾਬ 'ਚ ਅੱਖਰਾਂ 'ਚ ਨਹੀਂ ਦੇਖੀ ਹੋਈ। ਇਹ ਸਾਰੀਆਂ ਚੀਜ਼ਾਂ ਇੰਨੀਆਂ ਅਨਕੌਨਸ਼ੀਅਸਲੀ ਤੁਹਾਡੇ ਹਿੱਸਾ ਬਣ ਜਾਂਦੀਆਂ ਨੇ ਤੁਹਾਡੀ ਪਰਸਨੈਲਿਟੀ ਦਾ ਕਿ ਤੁਸੀਂ ਰਿਬੈਲੀਅਨ 'ਚ ਵੀ ਕੱਢਣਾ ਚਾਹੋ ਅਤੇ ਇੱਕ ਚੰਗੀ ਚੀਜ਼ ਹੈ ਜਿਹੜੀ ਤੁਹਾਡੇ ਨਾਲ ਰਹਿੰਦੀ, ਕਿਉਂਕਿ ਤੁਸੀਂ ਰਿਬੈਲੀਅਨ 'ਚ ਕਈ ਵਾਰੀ ਚੰਗੀਆਂ ਚੀਜ਼ਾਂ ਨੂੰ ਵੀ ਠੋਕਰ ਮਾਰ ਦਿੰਦੇ ਹੋ। ਬਟ ਦੈਟ ਇਜ਼ ਵਨ ਗੁੱਡ ਥਿੰਗ ਦੈਟ ਬੁੱਕਸ ਡੂ। ਤੁਹਾਡੇ ਆਲੇ ਦੁਆਲੇ ਪਈਆਂ ਹੋਣਗੀਆਂ, ਤੁਸੀਂ ਕਦੇ ਪੜ੍ਹ ਕੇ ਚੱਕ ਕੇ ਪੜ੍ਹ ਲਈ ਹੋਊਗੀ, ਉਹਦੀ ਮੈਮਰੀ ਤੁਹਾਡੇ ਦਿਮਾਗ 'ਚ ਨਹੀਂ ਰਹੀ, ਪਰ ਕਿਤਾਬ ਤਾਂ ਰਹਿ ਗਈ। ਸੋ ਦੈਟ ਇਜ਼ ਦੈਟ। ਅਤੇ ਦਿਸ ਇਜ਼ ਇਨ ਜਨਰਲ, ਮਤਲਬ ਜੇ ਘਰ 'ਚ ਕਿਤਾਬਾਂ ਹੋਣ ਤਾਂ ਇਹ ਹੋਊਗਾ, ਇਹ ਕਿਸੇ ਨਾਲ ਵੀ ਐਵੇਂ ਹੋਊਗਾ। ਮੀ ਪਰਸਨਲੀ ਮੈਨੂੰ ਲੱਗਦਾ ਕਿ ਆਈ ਐਮ ਅ PhD ਇਨ ਲਿਟਰੇਚਰ ਆਂਟ ਆਈ, ਅਤੇ ਮੈਨੂੰ ਤਾਂ ਕੀਤਾ ਹੀ ਹੈ। ਮੈਂ ਤਾਂ ਫਿਰ ਆਈ ਇੱਧਰ ਗਈ ਕਿਉਂਕਿ ਘਰੇ ਲਿਟਰੇਚਰ ਪਿਆ ਹੁੰਦਾ ਸੀਗਾ, ਲਿਟਰੇਚਰ ਹੀ ਮੈਂ ਪੜ੍ਹਿਆ ਅਤੇ ਮੈਨੂੰ ਬਾਅਦ 'ਚੋਂ ਇਹੀ ਲੱਗਿਆ ਕਿ ਮੈਨੂੰ ਤਾਂ ਸਮਝ ਹੀ ਹੈ ਆਉਂਦਾ ਸਿਰਫ। ਜਦਕਿ ਮੈਂ 12th ਤੱਕ ਨੋਨ ਮੈਡੀਕਲ ਕੀਤੀ ਹੈ, ਪਰ ਮੈਨੂੰ ਅੱਛੀ ਵੀ ਲੱਗੀ ਰਹੀ ਜਦ ਤੱਕ ਮੈਂ ਲਿਟਰੇਚਰ 'ਚ ਨਹੀਂ ਆਈ ਕਿ ਕੁਛ ਦੇਰ ਇਜ਼ ਸਮਥਿੰਗ ਆਫ, ਦੇਰ ਇਜ਼ ਸਮਥਿੰਗ ਜਿਹੜਾ ਮੈਂ ਕਰਨਾ ਚਾਹੁੰਦੀ ਹਾਂ ਪਰ ਮੈਂ ਕਰੀ ਨਹੀਂ ਜਾ ਰਹੀ ਹਜੇ। ਸੋ ਉਹ ਕੀਤਾ ਲਿਟਰੇਚਰ ਨੇ ਸਪੈਸੀਫਿਕਲੀ ਮੇਰੇ ਲਈ ਕਿ ਮੇਰੇ 'ਚ ਅੱਛ ਵੀ ਜੀ ਪਾਤੀ ਕਿ ਕਹਾਣੀਆਂ ਕਿੱਥੇ ਨੇ, ਉਹ ਫਿਕਸ਼ਨ ਕਿੱਥੇ ਹੈ, ਵੇਅਰ ਇਜ਼ ਦ ਫਿਕਸ਼ਨ ਜੋ ਸੱਚ ਨੂੰ ਸੱਚ ਤੋਂ ਵੱਧ ਮਤਲਬ ਉਹ ਕਰਕੇ ਦੱਸਦੀ ਹੈ। ਜਿਹੜੀ ਮੇਰੀ ਗੱਲ ਕਰੀ ਜਾਂਦੀ ਹੈ ਆਲਰੇਡੀ ਅਤੇ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਵੀ ਇਹ ਮੇਰੀ ਗੱਲ ਹੋ ਰਹੀ ਹੈ। ਸੋ ਆਈ ਪ੍ਰੋਬੇਬਲੀ ਦੈਟ 3 ਵਰਡਸ ਨੇ, ਮੈਮਰੀ, ਫਿਕਸ਼ਨ ਅਤੇ ਟਰੈਵਲੌਗ ਤੁਸੀਂ ਕੀਤਾ। ਜਦੋਂ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਟਰੈਵਲੌਗ ਵਾਲਾ, ਉਦੋਂ ਮਨਮੋਹਨ ਬਾਵਾ ਮੇਰੇ ਧਿਆਨ 'ਚ ਆਏ ਸੀ। ਤੁਸੀਂ ਵੀ ਮਨਮੋਹਨ ਬਾਵਾ ਦੀ ਗੱਲ ਕੀਤੀ। ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਨਾ, ਅਤੇ ਇਹ ਤੁਹਾਡੇ ਵਾਲਾ ਜਿਹੜਾ ਥੀਸਿਸ ਹੈਗਾ ਹੈ, ਮਤਲਬ ਤੁਹਾਡਾ ਫਾਈਂਡਿੰਗ ਹੈ ਜਿਹੜੀ, ਉਹਦੇ ਉੱਤੇ ਬਹੁਤ ਲੱਗਦੀ ਹੈ। ਮੈਂ ਸਾਰਾ ਪੜ੍ਹਿਆ ਮਨਮੋਹਨ ਬਾਵਾ ਨੂੰ, ਅਤੇ ਮਤਲਬ ਫੋਰਚੂਨੇਟਲੀ ਮੈਨੂੰ ਉਹਨਾਂ ਨਾਲ 2 ਵਾਰ ਲੰਬੀਆਂ ਮੁਲਾਕਾਤਾਂ ਕਰਨ ਦਾ ਟਾਈਮ ਮਿਲਿਆ। ਬਹੁਤ ਹੀ ਅਤੇ ਉਹ ਜਦ ਤੁਸੀਂ ਉਹਨਾਂ ਦੀ ਗੱਲ ਸੁਣੋ ਅਤੇ ਉਹ ਪੱਕਾ ਆਪਣੀ ਮੈਮਰੀ ਨੂੰ ਜਿਹੜਾ ਹੈ ਉਹ ਟਰੈਵਲੌਗ 'ਚ ਵੀ ਢਾਲਦੇ ਹੈ, ਬਹੁਤ ਕੁਛ ਫਿਕਸ਼ਨਾਈਜ਼ ਕਰਦੇ ਹੈ। ਉਹਨਾਂ ਲਈ ਮੈਂ ਕਹਿ ਸਕਦਾ ਕਿ ਉਹਨਾਂ ਦੇ ਜਿਹੜੇ ਟਰੈਵਲੌਗਸ ਨੇ ਉਹ ਫਿਕਸ਼ਨ ਨੇ, ਅਤੇ ਜਿਹੜੇ ਉਹਨਾਂ ਦੇ ਨਾਵਲਸ ਨੇ ਉਹ ਟਰੈਵਲੌਗਸ ਨੇ। ਇਹ ਬਹੁਤ ਹੀ ਵਧੀਆ ਗੱਲ ਹੈ ਐਕਚੁਅਲੀ। ਮਤਲਬ ਇਹ ਤਾਂ ਜਿਹੜੀਆਂ ਆਪਾਂ ਉਹ ਕਰ ਲੈਂਦੇ ਕੈਨਨਸ ਬਣਾ ਲੈਂਦੇ ਹਾਂ, ਉਹ ਤੰਗ ਬਹੁਤ ਕਰਦੇ ਨੇ। ਫਿਰ ਆਪਾਂ ਆਪਣੀਆਂ ਫਾਈਂਡਿੰਗਸ ਇਹੋ ਜਿਹੀਆਂ ਬਣਾ ਲੈਂਦੇ ਹਾਂ ਕਿ ਕੈਨਨਸ ਦਾ ਕੀ ਕਰੀਏ। ਆਪਾਂ ਅੱਜ ਮੀਮ ਭੇਜਿਆ ਸੀਗਾ ਤੁਹਾਨੂੰ। ਮੀਮਸ ਆਰ ਸੋ ਇੰਪੋਰਟੈਂਟ। ਮਤਲਬ ਮੀਮਸ ਦੇ ਬਿਨਾਂ ਸਰਵਾਈਵਲ ਬਹੁਤ ਔਖਾ ਪਿਆ PhD ਕੈਂਡੀਡੇਟਸ। ਮਤਲਬ ਇਹ ਸੋਸ਼ਲ ਮੀਡੀਆ ਦਾ, ਮੈਂ ਇਹਨੂੰ ਆਨਲਾਈਨ ਮੀਡੀਆ ਕਹਿੰਦਾ ਹੁੰਦਾ, ਐਵਰੀ ਮੀਡੀਆ ਸੋਸ਼ਲ ਮੀਡੀਆ ਨਾ। ਆਨਲਾਈਨ ਮੀਡੀਆ ਜਿਹੜਾ ਹੈ ਉਹਦਾ ਇੱਕ ਪੋਜ਼ੀਟਿਵ ਪੁਆਇੰਟ ਹੈ ਕਿ ਉਹ ਤੁਹਾਡੀ ਸਟਰੈਸ PhD ਵਾਲੀ ਘੱਟੋ ਘੱਟ ਰਿਲੀਜ਼ ਕਰੇ ਜਾਂ ਨਾ ਕਰੇ, ਤੁਹਾਨੂੰ ਇਹ ਫੀਲ ਕਰਾ ਦਿੰਦਾ ਕਿ ਕਿਸੇ ਹੋਰ ਨੂੰ ਸੇਮ ਸਟਰੈਸ ਹੈਗਾ। ਤੁਹਾਡੇ ਵਰਗੇ ਬਹੁਤ ਨੇ। ਦੈਟ ਇਜ਼ ਟਰੂ। ਮਤਲਬ ਚਲੋ ਗੱਲ ਕਰੋ ਉਹਦੇ 'ਤੇ, ਮੀਮਸ 'ਤੇ। ਮਤਲਬ ਮੈਨੂੰ ਲੱਗਦਾ ਕਿ ਜਿਹੜਾ ਹੁਣ ਵਾਲੀ ਜੈਨਜ਼ੀ ਕਹਿੰਦੇ ਨਾ, ਜੈਨਜ਼ੀ, ਇਸ ਤੋਂ ਅੱਗੇ ਵੀ ਕੁਛ ਆਇਆ ਬਾਏ ਦ ਵੇ, ਅਲਟਰਾ ਸ਼ਾਇਦ, ਅਲਟਰਾ ਪਤਾ ਨਹੀਂ ਐਸਾ ਕੁਛ ਹੈ ਨਾ, ਕੁਛ ਤਾਂ ਹੈ, ਅਲਫਾ ਨਾ। ਸੋ ਇਹ ਇੰਨੇ ਦੇ ਆਰ ਸੋ ਆਰਟੀਕੂਲੇਟ, ਇਹਨਾਂ ਦੀ ਹਰ ਗੱਲ ਸਟਿੱਕਰ ਵਿੱਚ ਹੁੰਦੀ ਹੈ। ਇਹੋ ਜਿਹੇ ਸਟਿੱਕਰ ਭਾਲ ਕੇ ਲਿਆਉਂਦੇ ਨੇ ਇਹਨਾਂ ਦੀ ਹਰ ਗੱਲ ਕਿਸੇ ਨਾ ਕਿਸੇ ਮੀਮ 'ਚ ਟੁੱਕਦੀ ਹੈ। ਅਤੇ ਮੈਨੂੰ ਬਹੁਤ ਸ਼ੌਕ ਹੈ, ਜੈਨਜ਼ੀ ਫਰੈਂਡਸ ਮੇਰੇ ਹੁੰਦੇ ਹੈ ਯੂਜੂਅਲੀ, ਮੇਰੇ ਆਲੇ ਦੁਆਲੇ ਲੋਕ ਨੇ ਜਿਹੜੇ 24-25 ਸਾਲਾਂ ਦੇ ਨੇ, ਅਤੇ ਉਹਦੇ ਵਾਸਤੇ ਨਾ ਤੁਹਾਨੂੰ ਆਪਦੀ ਈਗੋ ਨੂੰ ਖਾਸਾ ਮਾਰਨਾ ਪੈਂਦਾ, ਨਹੀਂ ਤਾਂ ਤੁਹਾਨੂੰ ਬਾਰ ਬਾਰ ਇਹ ਫੀਲ ਹੁੰਦਾ ਕਿ ਇਹ ਮੈਨੂੰ ਦੱਸੂਗਾ ਵੀ ਕੀ ਹੈ। ਬਟ ਦੇ ਆਰ ਸੋ ਕੇਪੇਬਲ ਆਫ ਟੀਚਿੰਗ ਯੂ
ਕਿ ਉਹਨਾਂ ਨੇ ਇਹ ਫੀਲ ਕਰਾਇਆ ਕਿ ਜੇ ਤੁਹਾਨੂੰ ਮੀਮਸ ਤੋਂ ਕਿਸੇ ਵੀ ਤਰੀਕੇ ਦੀ ਇਹ ਮਿਲਦੀ ਹੈ ਨਾ ਕਿ ਵੈਲੀਡੇਸ਼ਨ ਇਜ਼ ਦ ਵਰਡ, ਜੇ ਤੁਹਾਨੂੰ ਵੈਲੀਡੇਸ਼ਨ ਮਿਲ ਰਹੀ ਹੈ ਤਾਂ ਫਿਰ ਵਾਈ ਆਰ ਮੀਮਸ ਬੈਡ? ਮਤਲਬ ਉਹ ਵਲਗਰਾਈਜੇਸ਼ਨ ਆਫ ਕਲਚਰ ਨਹੀਂ ਨਾ ਇਕੱਲਾ, ਫਿਰ ਇਹਦਾ ਮਤਲਬ ਤੁਹਾਨੂੰ ਕੁਛ ਹੈ। ਨਾਲੇ ਹੁਣ ਇਹ ਥੋੜ੍ਹੀ ਹੋਊਗਾ ਵੀ ਆਪਾਂ ਪਿੱਛੇ ਨੂੰ ਜਾਵਾਂਗੇ ਵੀ ਸੋਸ਼ਲ ਮੀਡੀਆ ਬੰਦ ਕਰ ਦਿਓ, ਬਲੌਗਿੰਗ ਬੰਦ ਕਰ ਦਿਓ, ਵਲੌਗਿੰਗ ਬੰਦ ਕਰ ਦਿਓ। ਹੁਣ ਤਾਂ ਜੋ ਹੈ ਉਹ ਲੈ ਕੇ ਚੱਲਾਂਗੇ। ਚੈਟ GPT ਇਜ਼ ਅਨਦਰ ਐਗਜ਼ਾਮਪਲ ਕਿ ਚੈਟ GPT ਆ ਗਿਆ, ਹੁਣ ਉਹਨੂੰ ਭੰਡਣ ਤੋਂ ਅੱਗੇ ਚੱਲੀਏ। AI ਆ ਗਿਆ, ਉਹਨੂੰ ਭੰਡਣ ਤੋਂ ਅੱਗੇ ਚੱਲੀਏ ਨਾ। ਲੈਟਸ ਸੀ ਹਾਊ ਵੀ ਕੈਨ ਵਰਕ। ਯੂਜ਼ ਦੀ ਕਰਨਾ ਸਿੱਖੋ ਤੇ ਉਹਦਾ ਐਕਚੁਅਲੀ ਦੇ ਵਿੱਚ ਪੋਜ਼ਿਟਿਵ ਫਾਇਦਾ ਲੈਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਜੇ ਆਪਾਂ ਇਸੇ ਗੱਲ 'ਚ ਇੰਗੇਜ ਕਰਨਾ ਕਿ ਬਈ ਬਹੁਤ ਮਾੜਾ ਹੋ ਗਿਆ, ਪੁਰਾਣੇ ਸਮੇਂ ਬਹੁਤ ਚੰਗੇ ਸੀ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਇਟ ਹੈਜ਼ ਨੋ ਪ੍ਰੈਕਟੀਕੈਲਿਟੀ ਐਟ ਆਲ। ਮਤਲਬ ਆਪਾਂ ਉਹ ਤੋਂ ਸਿੱਖੀਏ, ਵੀ ਕੈਨ ਕੰਟੈਂਪਲੇਟ, ਵੀ ਕੈਨ ਨੈਵੀਗੇਟ। ਅਤੇ ਉਹ ਇੱਕ ਕਾਊਂਟਰਸ ਤੋਂ ਜਿਵੇਂ ਆਈਡੀਓਲੋਜੀ, ਠੀਕ ਹੈ, ਉਹ ਤਾਂ ਤੁਹਾਨੂੰ ਦੱਸਦੀ ਇਹ ਹੈ ਕਿ ਯੂ ਲਰਨ ਫਰੋਮ ਦ ਪਾਸਟ ਬਟ ਯੂ ਮੂਵ ਟੂਵਰਡਸ ਦ ਫਿਊਚਰ ਨਾ। ਮਤਲਬ ਇਹ ਥੋੜ੍ਹੀ ਹੁੰਦਾ ਕਿ ਤੁਹਾਡਾ ਪ੍ਰੈਜ਼ੈਂਟ ਲਿਵੇਬਲ ਹੋਣਾ ਚਾਹੀਦਾ, ਅਤੇ ਉਹ ਪ੍ਰੈਜ਼ੈਂਟ ਇਕੱਲਾ ਪ੍ਰੈਜ਼ੈਂਟ ਦੀ ਕੰਸਟਰਕਸ਼ਨ ਇਕੱਲੀ ਪ੍ਰੈਜ਼ੈਂਟ 'ਚ ਨਹੀਂ ਹੈਗੀ, ਉਹ ਪਾਸਟ ਤੋਂ ਹੀ ਹੁੰਦੀ ਆ ਰਹੀ। ਆਈ ਐਮ ਸੇਇੰਗ ਕਿ ਨੋਸਟੈਲਜੀਆ ਜਿਹੜਾ ਹੈਗਾ ਵੀ ਪਿੱਛੇ ਚੱਲਦੇ ਦੈਟ ਇਜ਼ ਬੈਡ। ਪਰ ਮੀਮਸ ਨੇ ਮੈਨੂੰ ਇਹ ਕਨਵਿੰਸ ਕਰਤਾ ਕੰਪਲੀਟਲੀ ਕਿ ਇੰਨਾ ਵੀ ਚੱਕਰ ਨਹੀਂ ਕੋਈ। ਜੇ ਮਸਲੇ ਬਣ ਰਹੇ ਆ ਤਾਂ ਮਸਲਿਆਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰੀਕੇ ਨਾਲ ਕਾਊਂਟਰ ਕਲਚਰ ਪਿਆ ਜਿਹਦੇ ਨਾਲ ਚੀਜ਼ਾਂ ਨਾਲ ਡੀਲ ਕਰਨ 'ਚ ਥੋੜ੍ਹਾ ਸੌਖਾ ਲੱਗਦਾ। ਅੱਛਾ, ਅੰਗਰੇਜ਼ੀ ਡਿਪਾਰਟਮੈਂਟ ਬਾਰੇ ਥੋੜ੍ਹਾ ਜਿਹਾ ਮਸ਼ਹੂਰ ਹੈ ਕਿ ਉਹ ਬਾਕੀਆਂ ਨਾਲੋਂ ਵੱਖਰੇ ਚੱਲਦੇ ਆ, ਅਤੇ ਇਹ ਵੀ ਮਤਲਬ ਮੈਂ ਸੁਣੀਆਂ ਸੁਣਾਈਆਂ ਗੱਲਾਂ ਕਰ ਰਿਹਾ, ਮੈਂ ਕੋਈ ਇਹਦਾ ਉਹ ਨਹੀਂ ਹੈਗਾ ਵੀ ਮੈਂ ਕਿਹਾ ਇਹ। ਅਤੇ ਖਾਸ ਕਰਕੇ ਮਾਡਰਨਿਜ਼ਮ, ਪੋਸਟ ਮਾਡਰਨਿਜ਼ਮ, ਅਤੇ ਮੈਨੂੰ ਤੁਹਾਡੀ ਗੱਲ ਤੋਂ ਵੀ ਪਿੱਛੇ ਪਾਸਟ ਦਾ ਰੈਲੇਵੈਂਸ ਹੁੰਦੀ ਹੈ, ਪਰ ਕੁਛ ਚੀਜ਼ਾਂ ਇਹੋ ਜਿਹੀਆਂ ਵੀ ਜਿਹੜੀਆਂ ਮੰਨਦੀਆਂ ਕਿ ਨਾ ਪਾਸਟ ਬਾਰੇ ਕੋਈ ਹੈਗਾ, ਨਾ ਫਿਊਚਰ ਬਾਰੇ ਕੁਛ ਤੁਸੀਂ ਅੱਜ ਦੇ ਵਿੱਚ ਉਹਦਾ। ਇੱਕ ਇਹੋ ਜਿਹੀ ਵੈਸੇ ਵਲਗਰ ਜਿਹੀ ਗੱਲ ਹੈ, ਸੌਰੀ, ਮਤਲਬ ਇਹ ਜਿੱਥੋਂ ਵੀ ਜੇ ਕੋਈ ਵੀ ਡਿਪਾਰਟਮੈਂਟ ਦਾ ਕੋਈ ਵੀ ਜਾਣਾ ਕਹਿ ਰਿਹਾ ਦਿਸ ਇਜ਼ ਆਈ ਡੋਂਟ ਬਿਲੀਵ ਇਨ ਇਟ, ਆਈ ਡੋਂਟ ਸਟੈਂਡ ਬਾਈ ਇਟ, ਚਾਹੇ ਉਹ ਮੇਰੇ ਡਿਪਾਰਟਮੈਂਟ ਦੀ ਮਿਲੀ ਹੋਈ ਰਾਏ ਹੋਈ ਤਾਂ ਮੈਂ ਅਲੱਗ ਖੜ ਜੂੰਗੀ ਇਸ ਗੱਲ ਤੋਂ ਜਾ ਕੇ ਕਿ ਆਹ ਮੇਰੀ ਬਿਲੀਫ ਨਹੀਂ ਹੈ। ਸੋ ਦੈਟ ਕੋਈ ਗੱਲ ਨਹੀਂ, ਮਤਲਬ ਇਫ ਦੈਟ ਇਜ਼ ਹਾਊ, ਜੇ ਲੋਕਾਂ ਨੂੰ ਲੱਗਦਾ ਕਿ ਇੰਗਲਿਸ਼ ਡਿਪਾਰਟਮੈਂਟ ਵੱਖਰੇ ਚੱਲਦੇ ਹੁੰਦੇ ਆ ਤਾਂ ਹੋ ਸਕਦਾ, ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੌਨਸਟੈਂਟਲੀ ਸਾਨੂੰ ਇਹ ਦੱਸਿਆ ਜਾਂਦਾ ਕਿ ਕਿਵੇਂ ਤੁਸੀਂ ਪੜ੍ਹਾਈ ਕਰੋ, ਵਧੀਆ ਪੜ੍ਹਾਈ ਕਰੋ। ਮਤਲਬ ਸੇਮ ਗੱਲਾਂ ਜਿਹੜੀਆਂ ਤੁਹਾਡੇ ਡਿਪਾਰਟਮੈਂਟ 'ਚ ਹੁੰਦੀਆਂ ਹੋਣਗੀਆਂ ਉਹੀ ਗੱਲਾਂ ਹੁੰਦੀਆਂ ਨੇ। ਜਿਨ੍ਹਾਂ ਦੀ ਕੋਈ ਸਟੀਰੀਓਟਾਈਪ ਬਣੀ ਹੋਈ ਹੈ ਅੰਗਰੇਜ਼ੀ ਡਿਪਾਰਟਮੈਂਟ ਬਾਰੇ, ਉਹ ਧਿਆਨ ਨਾਲ ਸੁਣ ਰਹੇ ਨੇ। ਨਹੀਂ, ਸਾਡੇ ਨਾਲ ਤਾਂ ਵੀ ਹੈਵ ਅ ਵੈਰੀ ਸਟ੍ਰਿਕਟ ਕੀ ਕਹਿੰਦੇ ਆ ਸਟੈਂਡਰਡਸ ਟੂ ਰਿਸਰਚ। ਓਕੇ, ਬਚਪਨ ਤੋਂ ਤੁਸੀਂ ਸਾਹਿਤਕਾਰਾਂ ਨਾਲ ਮਤਲਬ ਜੁੜੇ ਹੋਏ ਹੋ, ਅਤੇ ਸਾਡੇ ਲਈ ਥੋੜ੍ਹਾ ਜਿਹਾ ਫੈਸੀਨੇਟਿੰਗ ਜਿਹਾ ਹੁੰਦਾ ਹੈ ਨਾ, ਮਤਲਬ ਵੀ ਆਮ ਤੌਰ 'ਤੇ ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਉਹਨਾਂ ਨੂੰ ਪੜ੍ਹ ਰਹੇ ਆ, ਫਿਰ ਐਵੇਂ ਵੀ ਹੁੰਦਾ ਕਿ ਯਾਰ ਅਸੀਂ ਫਲਾਣਾ ਬੰਦਾ ਆਇਆ, ਫੋਟੋ ਖਿਚਾਈਏ ਜਾ ਕੇ, ਜਾਂ ਮਤਲਬ ਕਈ ਵਾਰ ਐਵੇਂ ਵੀ ਹੁੰਦਾ ਵੀ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਅਤੇ ਤੁਹਾਡੇ ਲੂੰ ਕੰਡੇ ਖੜੇ ਹੋ ਰਹੇ ਆ ਕੁਛ ਬੰਦਿਆਂ ਨੂੰ। ਖਾਸ ਕਰਕੇ ਮੈਂ 2 ਵਾਰ ਮਹਿਸੂਸ ਕੀਤਾ ਹੈ ਜਿਨ੍ਹਾਂ ਦੀ ਕਵਿਤਾ ਬਹੁਤ ਜ਼ਿਆਦਾ ਮਤਲਬ ਸੰਗਠਿਤ ਹੁੰਦੀ ਸੀਗੀ, ਗਜ਼ਲ ਖਾਸ ਕਰਕੇ ਡਾਕਟਰ ਸੁਰਜੀਤ ਪਾਤਰ ਅਤੇ ਗੁਰਤੇਜ ਕਹਾਣਵਾਲ। ਤੁਸੀਂ ਕਿਵੇਂ ਡਿਫਰੈਂਟ, ਮਤਲਬ ਤੁਹਾਡੇ ਲਈ ਨੋਰਮਲ ਹੋਏਗਾ, ਪਰ ਕਿਵੇਂ ਫੀਲ ਕਰਦੇ ਹੁੰਦੇ ਜਦੋਂ ਮਤਲਬ ਤੁਹਾਨੂੰ ਇਹ ਚੀਜ਼ਾਂ ਫੈਸੀਨੇਟ ਹੋਵੇ, ਜਿਹੜਾ ਉਹ ਨਹੀਂ ਕਰਦੇ, ਨੋਰਮਲ ਹੁੰਦੀਆਂ ਤੁਹਾਡੇ ਲਈ? ਇਹ ਠੀਕ ਹੈ ਤੁਹਾਡੀ ਗੱਲ ਕਿ ਉਹ ਘਰੇ ਆਉਂਦੇ ਆ, ਦੇ ਇੰਗੇਜ ਲਾਈਕ ਨੋਰਮਲ ਪੀਪਲ ਨਾ। ਮੈਂ ਕਦੇ ਉਹਨਾਂ ਨੂੰ ਜਦੋਂ ਤੱਕ ਉਹ ਘਰੇ ਆਉਂਦੇ ਰਹੇ ਨਾ, ਉਦੋਂ ਤੱਕ ਮੈਂ ਕਦੇ ਹਜੇ ਪਾਰਟੀਸਪੇਟ ਕਰਨਾ ਨਹੀਂ ਸੀ ਸ਼ੁਰੂ ਕੀਤਾ ਸਾਹਿਤ ਸਭਾਵਾਂ ਵਿੱਚ, ਜਾਂ ਉਹ ਹੋ ਰਿਹਾ ਲਿਟਰੇਚਰ ਫੈਸਟੀਵਲ ਹੋ ਰਿਹਾ, ਮੈਂ ਉਹਨਾਂ ਨੂੰ ਪੈਨਲ ਡਿਸਕਸ਼ਨ ਸੁਣਿਆ, ਤਾਂ ਮੈਂ ਨਹੀਂ ਉਹਨਾਂ ਨੂੰ ਇੰਟਲੈਕਚੁਅਲੀ ਗੱਲਾਂ ਮਾਰਦੇ ਸੁਣਿਆ ਸੀ, ਇਨ ਦ ਸੈਂਸ ਕਿ ਉਹ ਸਟੇਜ 'ਤੇ ਬੈਠੇ ਆ, ਉਹਨਾਂ ਨੂੰ ਮੈਂ ਪੈਡਿਸਟਲ 'ਤੇ ਬਿਠਾਇਆ ਹੋਇਆ, ਅਤੇ ਆਈ ਐਮ ਥਿੰਕਿੰਗ ਕਿ ਮੈਂ ਇਹਨਾਂ ਤੋਂ ਕੁਛ ਸਿੱਖਣਾ। ਨਹੀਂ, ਮੈਂ ਨਹੀਂ, ਇਹ ਨਹੀਂ ਸੀ ਹੁੰਦਾ ਮੇਰੇ ਲਈ। ਉੱਥੇ ਆਮ ਬੋਲਚਾਲ ਹੋ ਰਹੀ ਹੈ, ਘਰ ਪਰਿਵਾਰ ਦੀ ਗੱਲ ਹੋ ਰਹੀ ਹੈ, ਫਿਰ ਮੈਂ ਚਲੀ ਜਾਂਦੀ ਸੀ, ਫਿਰ ਮੇ ਵੀ ਇੰਟਲੈਕਚੁਅਲ ਕਨਵਰਸੇਸ਼ਨਸ ਹੁੰਦੀਆਂ ਹੋਣਗੀਆਂ, ਕੁਛ ਵਿੱਚ ਮੈਂ ਹੋਊਂਗੀ ਵੀ। ਜਿਵੇਂ ਘਰੇ ਕਈ ਵਾਰੀ ਇਹ ਹੁੰਦਾ ਸੀ ਵੀ ਕਿਸੇ ਲੇਖਕ ਨੇ ਕਹਾਣੀ ਲਿਖੀ ਹੈ, ਕਿਸੇ ਵੱਡੇ ਕਹਾਣੀਕਾਰ ਨੇ ਕਹਾਣੀ ਲਿਖੀ ਹੈ, ਅਤੇ ਘਰੇ ਰੀਡਿੰਗ ਹੋ ਰਹੀ ਹੈ ਉਹਦੀ, ਠੀਕ ਹੈ, ਉਹਦੇ ਵਿੱਚ
ਫਿਰ ਮੈਂ ਨਹੀਂ ਬਹਿੰਦੀ ਹੁੰਦੀ ਸੀ, ਮੈਂ ਬੋਰ ਹੋ ਜਾਂਦੀ ਸੀ। ਹਾਂ ਮੇਰਾ ਬ੍ਰਦਰ ਆਈ ਮੀਨ ਉਹ ਬੈਠਾ ਰਹਿੰਦਾ ਸੀ ਜਦਕਿ ਉਹ ਬਹੁਤ ਛੋਟਾ ਸੀ ਮੇਰੇ ਨਾਲੋਂ, ਬਟ ਹੀ ਇੰਜੋਇਡ ਇਟ, ਕਿਉਂਕਿ ਮੈਨੂੰ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਵੀ ਗੱਲਾਂ ਮਾਰ ਰਹੇ ਠੀਕ ਹੈ ਕੋਈ ਗੱਲ ਨਹੀਂ। ਬਟ ਦੈਨ ਹਾਊ ਇਟ ਚੇਂਜਡ ਕਿ ਮੈਂ ਯੂਨੀਵਰਸਿਟੀ ਆਈ ਅਤੇ ਇਸ ਤੋਂ ਪਹਿਲਾਂ ਮੈਂ ਸੀਗੀ NCMDA ਦੇ ਵਿੱਚ ਚੰਡੀਗੜ੍ਹ। ਉੱਥੇ ਪੰਜਾਬੀ ਲਿਟਰੇਚਰ ਦੇ ਸਿਰਫ ਸਾਡੇ 2 ਟੀਚਰ ਹੁੰਦੇ ਸੀਗੇ, 3 ਜਿਹੜੇ ਲਿਟਰੇਚਰ ਨਾਲ ਕੋਈ ਗੱਲਬਾਤ ਕੋਈ ਵਾਹ ਵਾਸਤਾ ਰੱਖਦੇ ਹੁੰਦੇ ਸੀ, ਅਦਰਵਾਈਜ਼ ਮੇਰੇ ਪੀਅਰਸ ਨਹੀਂ ਸੀਗੇ ਕਦੇ ਵੀ ਪੰਜਾਬੀ ਲਿਟਰੇਚਰ ਬਾਰੇ ਕਿਸੇ ਨੇ ਕੋਈ ਗੱਲ ਨਹੀਂ ਕਰਨੀ। ਤਾਂ ਉਦੋਂ ਟੁੱਟ ਗਿਆ ਮੇਰਾ ਬਿਲਕੁਲ ਹੀ ਕੰਪਲੀਟਲੀ, ਆਈ ਵਾਜ਼ ਕੱਟ ਆਫ ਫਰੋਮ ਲਿਟਰੇਚਰ। ਅਤੇ ਉਹਨਾਂ ਸਾਲਾਂ ਵਿੱਚ ਮੈਂ ਕੁਛ ਪੜ੍ਹਿਆ ਵੀ ਨਹੀਂ ਪੰਜਾਬੀ ਦਾ। ਅਤੇ ਜਦੋਂ ਮੈਂ ਯੂਨੀਵਰਸਿਟੀ ਵਾਪਸ ਆਈ ਨਾ, ਅਤੇ ਇੱਥੇ ਤਾਂ ਸਾਰੇ ਬੰਦੇ ਉਹ ਸੀ, ਅਤੇ ਮੇਰੇ ਨਾਲ ਦੇ ਮਤਲਬ ਭੱਜ ਕੇ ਮਿਲਣਾ ਉਹਨਾਂ ਨੇ ਵੀ, ਡਾਕਟਰ ਸੁਰਜੀਤ ਪਾਤਰ ਆਏ ਨੇ ਅਤੇ ਆਪਾਂ ਮਿਲੀਏ। ਅਤੇ ਫਿਰ ਮੈਂ ਉਹਨਾਂ ਨੂੰ ਹੌਲੀ ਹੌਲੀ ਸਟੇਜ 'ਤੇ ਸੁਣਨਾ ਸ਼ੁਰੂ ਕੀਤਾ, ਐਂਡ ਆਈ ਰੀਡਿਸਕਵਰਡ ਜਿਹੜੀ ਉਹ ਫੈਸੀਨੇਸ਼ਨ ਹੁੰਦੀ ਹੈ ਨਾ, ਵੀ ਕਿਆ ਬਾਤ ਹੈ ਯਾਰ, ਵੀ ਇਹ ਗੱਲ ਤਾਂ ਮੈਂ ਕਦੇ ਕਹਿ ਨਹੀਂ ਸੀ ਸਕਦੀ, ਮੈਂ ਸੋਚਿਆ ਹੀ ਨਹੀਂ ਸੀ ਵੀ ਇਹਨਾਂ ਨੂੰ ਆਉਂਦੀਆਂ ਇਹ ਗੱਲਾਂ ਵੀ, ਜਦਕਿ ਇਹੀ ਤਾਂ ਫੈਸੀਨੇਸ਼ਨ ਸੀ। ਗੁਰਤੇਜ ਕੁਹਾਰ ਵਾਲਾ ਨੇ ਰੀਸੈਂਟਲੀ ਤਾਂ ਨਹੀਂ 2-3 ਸਾਲ ਹੋ ਗਏ, ਇੱਕ ਵਰਕਸ਼ਾਪ ਹੋਈ ਸੀ, ਤੁਹਾਨੂੰ ਯਾਦ ਹੈ, ਵੇਅਰ ਹੀ ਵਾਜ਼ ਟਾਕਿੰਗ ਅਬਾਊਟ ਹਿਸ ਪੋਇਟਰੀ, ਅਤੇ ਫਿਰ ਉਹਨਾਂ ਨੇ ਕਵਿਤਾਵਾਂ ਵੀ ਸੁਣਾਈਆਂ ਸੀ। ਆਈ ਥਿੰਕ ਲੈਕਚਰ ਹੋਇਆ ਸੀ ਉਹਨਾਂ 2-3 ਸਾਲ ਦਾ ਨਹੀਂ, ਥੋੜ੍ਹਾ ਹੀ ਸਮਾਂ ਹੋਇਆ। ਹਾਂ, ਅਤੇ ਉੱਥੇ ਮੈਂ ਗਈ, ਉਹਨਾਂ ਨੂੰ ਮੈਂ ਸੁਣਿਆ, ਆਈ ਵਾਜ਼ ਦੇਅਰ। ਹਾਂ, ਅਤੇ ਮੈਂ ਕਿਹਾ ਕਮਾਲ ਹੋ ਗਈ, ਕਿੰਨਾ ਸੈਲਫ ਰਿਫਲੈਕਟਿੰਗ ਪੋਇਟ ਆਪਣੇ ਕੋਲ, ਆਪਾਂ ਇਹਦੀ ਗੱਲ ਕਿਉਂ ਨਹੀਂ ਕਰਦੇ? ਪਾਪਾ ਕਹਿੰਦੇ ਆਪਾਂ ਕਰਦੇ ਹਾਂ, ਤੁਸੀਂ ਨਹੀਂ ਸੁਣਦੇ। ਹਾਂ, ਸੋ ਦਿਸ ਫੈਸੀਨੇਸ਼ਨ ਆਈ ਹੈਡ ਟੂ ਰੀਡਿਸਕਵਰ, ਪਰ ਮੇਰੇ ਲਈ ਬਹੁਤ ਨੋਰਮਲ ਸੀ। ਅਤੇ ਮੈਨੂੰ ਲੱਗਦਾ ਮੈਂ ਬਹੁਤ ਕੁਛ ਮੇਰਾ ਬਹੁਤ ਵੱਡਾ ਗੈਪ ਪੈ ਗਿਆ ਇਸ ਚੱਕਰ 'ਚ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਵੀ ਠੀਕ ਹੈ ਕੋਈ ਨਹੀਂ ਬੰਦਾ। ਪੰਜਾਬੀ ਦੇ ਵਿੱਚ ਸਭ ਤੋਂ ਪਸੰਦ ਕੌਣ ਹੈ? ਪੰਜਾਬੀ 'ਚ ਐਕਚੁਅਲੀ ਗਜ਼ਲ ਕੋ ਇਸ ਵੇਲੇ ਪੋਇਟ ਇਨ ਜਨਰਲ ਗੁਰਤੇਜ ਕੁਹਾਰ ਵਾਲਾ, ਅਤੇ ਪਾਲ ਕੌਰ ਨੂੰ ਮੈਂ ਬਹੁਤ ਐਡਮਾਇਰ ਕਰਦੀ ਹਾਂ ਐਜ਼ ਅ ਪੋਇਟ। ਅਤੇ ਮੇਰਾ ਜੀ ਕਰਦਾ ਹੁੰਦਾ ਕਿ ਨੀਤੂ ਵੱਧ ਫਰੀਕੁਐਂਟਲੀ ਲਿਖੇ। ਉਹ ਮੈਨੂੰ ਐਂ ਲੱਗਦਾ ਵੀ ਉਹ ਥੋੜ੍ਹਾ ਘੱਟ ਲਿਖ ਰਿਹਾ, ਬਟ ਸ਼ੀ ਮਾਈਟ ਹੈਵ ਹਰ ਰੀਜ਼ਨਸ, ਪਰ ਮੇਰਾ ਤਾਂ ਜੀ ਕਰਦਾ ਨਾ। ਮਤਲਬ ਮੈਨੂੰ ਉਹਨਾਂ ਦੀ ਉਹ ਕਵਿਤਾ ਬਹੁਤ ਪਸੰਦ ਆ, ਮੈਨੂੰ ਛੁੱਟੀ ਚਾਹੀਦੀ। ਹਾਂ, ਉਹ ਤਾਂ ਮੈਨੂੰ ਛੁੱਟੀ ਚਾਹੀਦੀ ਹੈ ਇਜ਼ ਅ ਟਰਾਂਸਲੇਸ਼ਨ। ਹਾਂ, ਟਰਾਂਸਲੇਸ਼ਨ। ਹਾਂ, ਉਹ ਵੀ ਬਹੁਤ ਸ਼ਾਨਦਾਰ ਹੈ, ਉਹਨਾਂ ਨੇ ਕੰਮ ਵਧੀਆ ਕੀਤਾ ਉਹਦੇ 'ਤੇ। ਅਤੇ ਉਹਨਾਂ ਦੀ ਬੁਰੀ ਔਰਤ ਕਵਿਤਾ ਉਹਨਾਂ ਦੀ ਨਾ, ਹਾਂ ਜਿਹਦੇ ਵਿੱਚ ਇਹਦੀ ਗੱਲ ਕਰਦੇ ਆ। ਅਤੇ ਸੰਜੀਤ ਗੀ ਉਹਨਾਂ ਦੀ ਮੈਨੂੰ ਮਤਲਬ ਉਹ ਵਾਲੀ ਹੈ ਜਿਹਦੇ ਵਿੱਚ ਮੈਂ ਜਿਹਨੂੰ ਪੜ੍ਹ ਕੇ ਅਕਸਰ ਰੋ ਪੈਂਦੀ ਹਾਂ, ਮਤਲਬ ਠੀਕ ਹੈ ਦਿਸ ਇਜ਼ ਇਟ। ਅਤੇ ਤੁਹਾਨੂੰ ਪਤਾ ਮੈਨੂੰ ਕਵਿਤਾ ਪੰਜਾਬੀ ਦੀ ਸਮਝ ਆਉਂਦੀ ਹੈ, ਹਾਂ, ਮੋਰ ਦੈਨ ਮੈਨੂੰ ਇੰਗਲਿਸ਼ ਦੀ ਸਮਝ ਆਉਂਦੀ। ਮੈਨੂੰ ਲੱਗਦਾ ਹੁੰਦਾ ਵੀ ਮੈਂ ਇੰਗਲਿਸ਼ ਦੀ ਪੋਇਟਰੀ ਤੱਕ ਬਹੁਤ ਲੇਟ ਪਹੁੰਚੀ ਹਾਂ, ਹੁਣ ਥੋੜ੍ਹਾ ਸਮਝ ਆਉਣ ਲੱਗੀ, ਹੁਣ ਮੈਨੂੰ ਇੰਗਲਿਸ਼ ਆਪਦੀ ਭਾਸ਼ਾ ਲੱਗਣ ਲੱਗੀ ਆ ਹੌਲੀ ਹੌਲੀ, ਪੜ੍ਹ ਕੇ। ਪਰ ਕਵਿਤਾ ਮੈਨੂੰ ਬਹੁਤ ਦੇਰ ਤੋਂ ਪੰਜਾਬੀ ਦੀ ਪਸੰਦ ਹੈ। ਮਤਲਬ ਮੈਂ ਜਦੋਂ ਆਪਣੇ ਸੁਪਰਵਾਈਜ਼ਰ ਕੋਲ ਗਈ ਸੀਗੀ ਥੀਸਿਸ ਬਾਰੇ ਗੱਲ ਕਰਨ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਇੰਗਲਿਸ਼ ਦੀ ਪੋਇਟਰੀ 'ਤੇ PhD ਨਹੀਂ ਕਰ ਸਕਦੀ, ਕਿਉਂਕਿ ਮੈਨੂੰ ਪੋਇਟਰੀ ਨਹੀਂ ਸਮਝ ਆਉਂਦੀ ਇੰਗਲਿਸ਼ ਦੀ, ਬਟ ਪੰਜਾਬੀ ਦੀ ਤਾਂ ਬਹੁਤ ਦੇਰ ਤੋਂ ਆਈ ਹੈਵ ਬੀਨ ਅ ਫੈਨ ਫॉर ਅ ਵੈਰੀ ਲੌਂਗ ਟਾਈਮ। ਅੱਛਾ, ਡਾਕਟਰ ਸੁਰਜੀਤ ਪਾਤਰ ਜਦੋਂ ਨਹੀਂ ਰਹੇ, ਉਸ ਤੋਂ ਬਾਅਦ ਆਪਾਂ ਇੱਕ ਰਸਮੀ ਗੈਰ ਰਸਮੀ ਮੁਲਾਕਾਤ ਕੀਤੀ ਸਾਰੇ ਜਣਿਆਂ ਨੇ, ਉੱਥੇ ਤੁਸੀਂ ਉਹਨਾਂ ਬਾਰੇ ਕੋਈ ਮੈਮਰੀ ਸ਼ੇਅਰ ਨਹੀਂ ਕੀਤੀ, ਪਰ ਮੈਂ ਅੱਜ ਚਾਹੁੰਦਾ ਕਿ ਤੁਸੀਂ ਉਹਨਾਂ ਬਾਰੇ ਮੈਮਰੀ ਸ਼ੇਅਰ ਕਰੋ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਮਾਹੌਲ ਬਣਾਇਆ ਗਿਆ, ਮਤਲਬ ਤੁਸੀਂ ਮੈਨੂੰ ਜਾਣਦੇ ਹੋ ਚੰਗੀ ਤਰ੍ਹਾਂ ਕਿ ਆਈ ਐਮ ਫਰੋਮ ਦ ਲੈਫਟ ਆਰਗੇਨਾਈਜੇਸ਼ਨ, ਸੋ ਮਾਈ ਤੇ ਨਾਟ ਐਨ ਆਰਗੇਨਾਈਜੇਸ਼ਨ ਬਟ ਆਈਡੀਓਲੋਜੀ, ਮਤਲਬ ਫਰੋਮ ਦ ਆਈਡੀਓਲੋਜੀ। ਪਰ ਮੇਰਾ ਸੋਚਣਾ ਉਹਨਾਂ ਦੇ ਲਈ ਕੁਛ ਹੋਰ ਸੀ, ਪਰ ਇੱਕ ਮਾਹੌਲ ਬਣਾ ਦਿੱਤਾ ਗਿਆ ਕਿ ਹੀ ਇਜ਼ ਜਸਟ ਸਰਸਰੀ ਜੇ ਕਵੀ। ਇਹ ਗੱਲ ਇਹ ਬਹੁਤ ਸਿਸਟਮੈਟਿਕਲੀ ਕੀਤੀ ਗਈ ਹੈ। ਕੁਛ ਲੋਕਾਂ ਨੇ ਰਲ ਕੇ ਸੋਚਿਆ ਕਿ ਇਹ ਬਿਲਕੁਲ ਸਹੀ ਟਾਈਮ ਹੈ ਇਹਦੇ ਬਾਰੇ ਗੱਲ ਕਰਨ ਦਾ, ਜਦਕਿ ਉਹਨਾਂ ਦੇ ਹੁੰਦਿਆਂ ਹੋਏ ਉਹਨਾਂ ਨਾਲ ਇੰਗੇਜ ਕੀਤਾ ਜਾ ਸਕਦਾ ਸੀਗਾ, ਉਹਨਾਂ ਦੀ ਰਾਈਟਿੰਗ ਨਾਲ। ਇਸ ਟਾਈਮ ਤਾਂ ਉਹਨਾਂ ਨਾਲ ਫੋਟੋ ਖਿਚਾਉਣ 'ਚ ਬਿਜ਼ੀ ਸੀ। ਅੱਛਾ, ਮੇਰੀ ਉਹਨਾਂ ਨਾਲ ਕੋਈ ਮੈਮਰੀ, ਇੱਕ ਤਾਂ ਬਹੁਤ ਹੀ ਮੈਨੂੰ ਲੱਗਦਾ ਦੈਟਸ ਦ ਮੋਸਟ ਬਿਊਟੀਫੁਲ ਥਿੰਗ। ਉਦੋਂ ਮੈਂ ਰੀਅਲਾਈਜ਼ ਕੀਤਾ ਕਿ ਮੈਂ ਕਿੰਨੀ ਵੱਡੀ ਕਨਵਰਸੇਸ਼ਨ ਉਹਨਾਂ ਨਾਲ ਮਿਸ ਕੀਤੀ ਹੈ, ਜਿਹੜੀ ਮੈਂ ਕਦੇ ਕੀਤੀ ਵੀ ਨਹੀਂ। ਮੈਂ ਸਕੂਲ 'ਚ ਹੁੰਦੀ ਸੀ, ਆਈ ਵਾਜ਼ ਇਨ 9th, ਅਤੇ ਮੈਂ ਉਹਨਾਂ ਦੀ ਇੱਕ ਗਜ਼ਲ ਗਾਈ ਆਪਣੇ ਸਕੂਲ ਦੇ ਵਿੱਚ, ਜਗਾ ਦੇ ਮੋਮਬੱਤੀਆਂ, ਅਤੇ ਮੇਰੇ ਸਕੂਲ ਨੇ ਮੈਨੂੰ ਫਸਟ ਪ੍ਰਾਈਜ਼ ਦਿੱਤਾ, ਕਿਉਂਕਿ ਮੈਂ ਇਕੱਲੀ ਸੀ ਜਿਹਨੇ ਗਜ਼ਲ ਗਾਈ, ਇੰਨੀ ਨਿੱਕੀ ਜੀ ਨੇ, ਠੀਕ।
ਮੈਨੂੰ ਇਹ ਨਹੀਂ ਪਤਾ ਕਿ ਸੋਲੋ Song ਵਿੱਚ ਮੈਨੂੰ ਕਿੱਥੋਂ ਪ੍ਰਾਈਜ਼ ਮਿਲ ਗਿਆ, ਕਿਉਂਕਿ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਆਈ ਕੈਨ ਸਿੰਗ ਪਬਲਿਕਲੀ। ਮੈਂ ਉਹੀ ਜਾ ਕੇ ਪੰਗਾ ਚੱਲ ਲਿਆ ਸੀ। ਅਤੇ ਫਿਰ ਉਸ ਤੋਂ ਬਾਅਦ ਮੈਨੂੰ 10th 'ਚ ਲੱਗਿਆ 9th ਦਾ ਫਸਟ ਆ ਗਈ ਮੈਂ ਇਹਦੇ ਨਾਲ। ਹੁਣ ਆਹੀ ਕੰਮ ਕਰਨਾ ਦੁਬਾਰਾ ਵੀ ਮੈਂ ਕੁਝ ਸੁਰਜੀਤ ਪਾਤਰ, ਡਾਕਟਰ ਸੁਰਜੀਤ ਪਾਤਰ ਦਾ ਲਿਖਿਆ ਹੋਇਆ ਗਾਉਂਗੀ। ਅਤੇ ਇਹਦੇ ਲਈ ਕਾਲ ਕੀਤਾ ਗਿਆ ਕਿਉਂਕਿ ਮੈਂ ਪ੍ਰਿਵਿਲੇਜਡ ਹਾਂ ਡਾਕਟਰ ਸੁਰਜੀਤ ਪਾਤਰ ਨੂੰ ਕਿ ਕੀ ਗਾਇਆ ਜਾਵੇ। ਤਾਂ ਉਹ ਕਹਿੰਦੇ ਕਿ ਕੱਚ ਦਾ ਗਲਾਸ ਗਾ ਲਓ। One of my favorites, that's so great। ਅਤੇ ਮੈਂ ਕਿਹਾ ਕਿ ਮੈਨੂੰ ਆਉਂਦੀ ਨਹੀਂ, ਐਂਡ ਯੂ ਵੋਂਟ ਬਿਲੀਵ ਸਰ ਮੈਂ ਆਇਆ ਬਸ ਮੈਂ ਆਪਾਂ ਬਹਿ ਕੇ ਕਰਦੇ ਹਾਂ। ਲੁਧਿਆਣੇ ਰਹਿੰਦੇ ਸੀਗੇ ਅਸੀਂ ਵੀ, ਅਤੇ ਉਹ ਆ ਗਏ, ਉਹਨਾਂ ਨੇ ਮੈਨੂੰ ਕੱਚ ਦਾ ਗਲਾਸ ਆਪ ਗਾਣੀ ਸਿਖਾਈ। ਅਤੇ ਟੂ ਥਿੰਕ ਆਫ ਅ ਪੋਇਟ ਕਿ ਉਹਨਾਂ ਨੂੰ ਮਤਲਬ ਆਪਾਂ ਹਮੇਸ਼ਾ ਹੀ, ਮੈਂ ਤਾਂ ਹਮੇਸ਼ਾ ਬਹੁਤ ਪਿਆਰ ਨਾਲ ਯਾਦ ਕਰਦੀ ਹਾਂ, ਪਰ ਟੂ ਥਿੰਕ ਆਫ ਅ ਪੋਇਟ ਐਂਡ ਥਿੰਕ ਕਿ ਇੱਕ ਬੰਦਾ ਇੰਨਾ ਟੈਲੈਂਟਡ ਹੈ ਅਤੇ ਉਹ ਇੱਕ 9th 10th ਦੇ ਬੱਚੇ ਲਈ ਟਾਈਮ ਕੱਢ ਕੇ ਆ ਰਿਹਾ ਅਤੇ ਕਹਿ ਰਿਹਾ ਕਿ ਤੂੰ ਸਿੱਖਣਾ, ਤੈਨੂੰ ਮੈਂ ਸਿਖਾਊਂਗਾ, ਹੋਰ ਕੌਣ ਸਿਖਾਊਗਾ। ਸੋ ਹੀ ਐਂਡ ਹਿਜ਼ ਵਾਈਫ ਕੇਮ ਓਵਰ। ਉਦੋਂ ਭੁਪਿੰਦਰ ਆਂਟੀ ਵੁੱਡ ਆਲਵੇਜ਼ ਸਿੰਗ ਅ Song। ਉਹ ਗਾਉਂਦੇ ਹੁੰਦੇ ਸੀਗੇ, ਆਓ ਨੀ ਸਈਓ ਰਲਦੇ ਵੋ ਨੀ ਵਿਦਾਈ, ਮੈਂ ਹਾਂਜੀ ਬੁੱਲੇ ਸ਼ਾਹ। ਅਤੇ ਉਦੋਂ ਹੀ ਫਿਰ ਮੈਂ ਉਹ ਸਿੱਖਿਆ ਅਤੇ ਉਦੋਂ ਹੀ ਮੈਂ ਕੱਚ ਦਾ ਗਲਾਸ ਸਿੱਖਿਆ। ਅਤੇ ਮੈਂ ਆਈ ਉਸ ਵਾਰ ਕੁਛ ਵੀ ਨਹੀਂ, ਬਟ ਮੇਰੇ ਕੋਲ ਇੱਕ ਇਹੋ ਜਿਹੀ ਮੈਮਰੀ ਹੈ ਜਿਹੜੀ ਸੁਣਾਓਗੇ? ਮੇਰੇ ਤੋਂ ਸੁਣਾਈ ਨਹੀਂ ਜਾਣੀ ਹੈਗੀ। ਕੋਸ਼ਿਸ਼ ਕਰ। ਹਾਂ, ਲਿਰਿਕਸ ਨਹੀਂ ਯਾਦ। ਜਗਾ ਦੋ ਮੋਮਬੱਤੀਆਂ। ਹਾਂ, ਜਗਾ ਦੇ ਮੋਮਬੱਤੀਆਂ ਦਾ ਇੱਕ ਪੈਰਾਗ੍ਰਾਫ ਸੁਣਾ ਸਕਦੀ ਹਾਂ। ਮੰਨਿਆ ਕੇ ਰਾਜ ਨੇਰੇ ਤਾਂ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਮੰਨਿਆ ਕੇ ਰਾਜ ਨੇਰੇ ਦਾ ਹਠੀਲਾ, ਪਰ ਅਜੇ ਜਿਉਂਦਾ ਏ ਕਿਰਨਾਂ ਦਾ ਕਬੀਲਾ। ਬਾਲ ਜੋਤਾਂ ਜ਼ਿੰਦਗੀ ਦੇ ਮਾਣ ਮੱਤੀਆਂ, ਜਗਾ ਦੇ ਮੋਮਬੱਤੀਆਂ। ਵਾਹ, ਫਸਟ ਟਾਈਮ ਕਿ ਇੱਥੇ ਕਿਸੇ ਨੇ ਗਾਇਆ ਹੈ ਨਾ। ਆਈ ਹੋਪ ਚੰਗੀ ਸ਼ੁਰੂਆਤ ਹੋਈ ਹੋਵੇ। ਤੁਹਾਡੇ ਨਾਲ ਕਾਫੀ ਕੁਝ ਫਸਟ ਟਾਈਮ। ਹਾਂ, ਇਹ ਤਾਂ ਠੀਕ ਹੈ, ਇਹ ਬਿਲਕੁਲ ਠੀਕ ਹੈ। ਅਤੇ ਮਤਲਬ ਕਿਉਂ ਲੱਗਦਾ ਹੈ ਤੁਹਾਨੂੰ ਵੀ ਐਡੇ ਵੱਡੇ ਕਵੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ? ਮਤਲਬ ਤੁਹਾਡਾ ਫਸਟ, ਮਤਲਬ ਤੁਸੀਂ ਬਹੁਤ ਨੇੜੇ ਸੀ, ਅਤੇ ਇਹਦੇ ਤੋਂ ਵੱਧ ਮਤਲਬ ਤੁਹਾਡੇ ਜਿਹੜੇ ਨੇੜੇ ਸੀ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਦੱਸ ਸਕਦਾ ਵੀ ਕੀ ਹੋਇਆ। ਮੈਨੂੰ ਓਨੈਸਟਲੀ ਨਹੀਂ ਸਮਝ ਆਇਆ ਕਿ ਕਿਉਂ ਹੋਇਆ, ਕਿਉਂਕਿ ਇਹੀ ਤਾਂ ਗੱਲ ਉਹ ਕਹਿ ਰਹੇ ਨੇ ਕਿ ਵਾਜ਼ ਇਰਰੈਲੇਵੈਂਟ। ਮਤਲਬ ਉਹ ਇਹ ਕਹਿਣਾ ਚਾਹ ਰਹੇ ਨੇ, ਜਿਹੜੇ ਲੋਕ ਕਹਿਣਾ ਚਾਹ ਰਹੇ ਹੈ ਕਿ ਡਾਕਟਰ ਸੁਰਜੀਤ ਪਾਤਰ ਨੇ ਕੁਛ ਵੀ ਰੈਲੇਵੈਂਟ ਨਹੀਂ ਲਿਖਿਆ, ਉਹ ਬਹੁਤ ਹੀ ਬਚ ਕੇ ਚੱਲਦੇ ਰਹੇ। ਅਤੇ ਇਹ ਤਾਂ ਜੋ ਨਾ ਵੀ ਕਹਿੰਦੇ ਤਾਂ ਵੀ ਸਰ ਜਾਂਦਾ, ਜੋ ਇੰਨੇ ਇਰਰੈਲੇਵੈਂਟ ਹੈ ਹੀ ਸੀਗੇ। ਹੁਣ ਪ੍ਰੋਬਲਮ ਇਹ ਹੈ ਕਿ ਇਹ ਪ੍ਰੂਵ ਕਿਉਂ ਕਰਨਾ ਪੈ ਰਿਹਾ ਵੀ ਉਹ ਇਰਰੈਲੇਵੈਂਟ ਸੀ। ਮੇ ਬੀ ਮਤਲਬ ਜੇ ਤੁਸੀਂ ਹੁਣ ਫਿਰ ਰੀਸੈਂਟਲੀ ਪਾਪਾ ਨੇ ਇੱਕ ਪੇਪਰ ਲਿਖਿਆ, ਉਸ ਦੌਰਾਨ ਉਹਨਾਂ ਨੇ ਉਹਨਾਂ ਦੀ ਪੁਰਾਣੀ ਕਵਿਤਾ ਚੱਕ ਲਈ, ਅਤੇ ਅਸੀਂ ਹਰ ਰੋਜ਼ ਘੱਟੋ ਘੱਟ 2 ਜਾਂ 3 ਇਹੋ ਜਿਹੀਆਂ ਕਵਿਤਾਵਾਂ ਡਿਸਕਵਰ ਕਰਦੇ ਸੀਗੇ ਜਿਨ੍ਹਾਂ ਵਿੱਚ ਸਰਕਾਰ ਨੂੰ ਸਿੱਧੀ ਵੰਗਾਰ ਹੁੰਦੀ ਸੀਗੀ ਉਹਨਾਂ ਦੀ ਕਵਿਤਾ ਦੇ ਵਿੱਚ, ਡਿਪੈਂਡਿੰਗ ਔਨ ਕਿਹੜੇ ਸਾਲ 'ਚ ਉਹ ਕਵਿਤਾ ਲਿਖੀ ਗਈ ਹੈ ਅਤੇ ਉਸ ਕਵਿਤਾ ਦੇ ਵਿੱਚ ਕਿਹੜੇ ਮਸਲੇ ਨੂੰ ਉਹ ਕੀਤਾ ਜਾ ਰਿਹਾ। ਅਤੇ ਉਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਸੀ ਕਿ ਅੰਡਰ ਦ ਟੇਬਲ ਅੰਡਰ ਹੈਂਡਡ ਕੌਮੈਂਟਸ ਨੇ, ਸਿੱਧੇ ਹੀ ਸੀਗੇ। ਕਿਤੇ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਤੇ ਕਿਤੇ ਮਤਲਬ ਤੁਹਾਨੂੰ ਮਿਸਯੂਜ਼ ਕੀਤਾ ਜਾਂਦਾ ਇਹ ਕਹਿ ਕੇ ਕਿ ਚੰਗੇ ਲੋਕ ਤਾਂ ਪੀਸਫੁਲੀ ਹੁੰਦੇ ਆ, ਤਾਂ ਕਿ ਤੁਹਾਡੇ ਤੋਂ ਇਹ ਪੋਸੀਬਿਲਿਟੀ ਖੋਲ੍ਹੀ ਜਾਵੇ ਕਿ ਤਲਵਾਰ ਲੈ ਕੇ ਵੀ ਲੜਿਆ ਜਾ ਸਕਦਾ। ਦੇयर ਇਜ਼ ਅ ਪੋਇਮ ਵੇਅਰ ਹੀ ਟਾਕਸ ਅਬਾਊਟ ਇਟ। ਅਤੇ ਮੇਰੇ ਖਿਆਲ 'ਚ ਇਹ ਜਿਹੜੀ ਰੈਲੇਵੈਂਸ ਹੈ ਨਾ ਵੀ ਕਿਤੇ ਇਹ ਨਾ ਪਤਾ ਲੱਗ ਜੇ ਲੋਕਾਂ ਨੂੰ। ਮੈਨੂੰ ਤਾਂ ਲੱਗਦਾ ਹੁੰਦਾ ਵੀ ਕਿਤੇ ਵੀ ਲੋਕਾਂ ਦਾ ਕਵੀ ਨਾ ਮਿਲ ਜੇ, ਇਸ ਚੱਕਰ 'ਚ ਹੀ ਨਾ ਕਰਤਾ ਹੋਵੇ ਇਹ ਕੰਮ। ਨਹੀਂ, ਜਿਹੜੇ ਮਤਲਬ ਕਵੀ ਇੱਕ ਆਈਡੀਓਲੋਜੀ ਜਿਹਨੂੰ ਉਹ ਦਾਵਾ ਕਰਦੇ ਆ ਕਿ ਉਹ ਜਿਹੜੇ ਕ੍ਰਿਟਿਕ ਕਰਦੇ ਆ ਵੀ ਉਹ ਫੋਲੋ ਕਰਦੇ,
ਉਹਦੇ ਤੋਂ ਪਹਿਲਾਂ ਦੇ ਜਿਹੜੇ ਕਵੀ ਆ ਉਹਨਾਂ ਦੇ ਵਿੱਚ ਜਿਹੜੇ ਸਮਾਜ ਦੇ ਹਿੱਤਾਂ ਦੇ ਤੱਤ ਹੈਗੇ ਕੀ ਫਿਰ ਉਹ ਵੀ ਰੈਲੇਵੈਂਟ ਨਹੀਂ ਹੈਗੇ? ਮਤਲਬ ਜੇ ਮੰਨ ਲਓ ਵੀ ਸੁਰਜੀਤ ਪਾਤਰ ਹੋਰਾਂ ਨੇ ਨਹੀਂ ਇਸ ਤਰੀਕੇ ਨਾਲ ਲਿਖਿਆ, ਉਹ ਕਲੀਅਰਲੀ ਇੱਕ ਵਾਰ ਮੰਨ ਲੈਨੇ ਚਲੋ, ਤੇ ਕੀ ਉਹ ਫਿਰ ਪੰਜਾਬੀ ਦਾ ਇੱਕ ਵੱਡਾ ਕਵੀ ਫਿਰ ਨਹੀਂ ਮਤਲਬ ਬਣਨ ਦੇ ਉਹ ਡਿਜ਼ਰਵ ਕਰਦਾ? ਇਹ ਤਾਂ ਡੈਫੀਨਿਟਲੀ ਦਿਸ ਇਜ਼ ਅ ਕੁਐਸਚਨ ਟੂ ਬੀ ਆਸਕਡ ਕਿ ਇੱਕ ਕਵੀ ਉਦੋਂ ਹੀ ਕਵੀ ਹੈ, ਪਰ ਇਹ ਕੁਐਸਚਨ ਹੈ ਨਾ, ਮਤਲਬ ਇਹ ਕੁਐਸਚਨ ਇਹ ਤਾਂ ਇੱਕ ਸਪੈਸ਼ਲ ਕੰਟੈਕਸਟ ਦੇ ਵਿੱਚ ਰੱਖ ਕੇ ਆਪਾਂ ਗੱਲ ਕਰਦੇ ਹਾਂ ਨਾ, ਮਤਲਬ ਇੱਕ ਚੀਜ਼ ਨੂੰ ਬਾਹਰ ਕੱਢ ਕੇ ਗੱਲ ਕਰਦੇ ਹਾਂ। ਬਟ ਹੀ ਇਜ਼ ਬੈਸਟ, ਮਤਲਬ ਇਸ ਤੋਂ ਬਿਨਾਂ ਵੀ ਬਿਲਕੁਲ। ਪਰ ਨਹੀਂ, ਇਹ ਵਧੀਆ ਕੁਐਸਚਨ ਰੇਜ਼ ਕੀਤਾ, ਇਹਨੂੰ ਕੁਐਸਚਨ ਲਿਸਨਰਸ ਲਈ ਰਹਿਣ ਦਿਓ ਤਾਂ ਕਿ ਸੋਚਿਆ ਜਾਵੇ ਇਹਦੇ ਬਾਰੇ, ਤੇ ਇਹਦੇ ਜਵਾਬ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਤਾਂ ਕਿ ਮਤਲਬ ਸਾਨੂੰ ਵੀ ਨਵੀਆਂ ਚੀਜ਼ਾਂ ਇਹਦੇ ਬਾਰੇ ਪਤਾ ਲੱਗ ਸਕਣ। ਅੱਛਾ, ਤੁਸੀਂ 2-3 ਵਾਰ ਪ੍ਰਿਵਿਲੇਜ ਦੀ ਗੱਲ ਕੀਤੀ ਹੈ। ਪ੍ਰਿਵਿਲੇਜ ਕਿਵੇਂ ਦੀ ਪ੍ਰਿਵਿਲੇਜ ਹੈ? ਕਿ ਤੁਹਾਡੀ PhD 2 ਸਾਲਾਂ ਦੇ ਵਿੱਚ ਹੋ ਗਈ? ਨਹੀਂ, 10 ਤੋਂ ਹੀ ਹੈ। ਕਿ ਤੁਹਾਨੂੰ ਮਤਲਬ PhD ਕਰਨ ਤੋਂ ਪਹਿਲਾਂ ਜੌਬ ਮਿਲ ਗਈ? ਨਹੀਂ, ਉਹ ਵੀ ਨਹੀਂ। ਫਿਰ ਥੈਂਕ ਯੂ ਹਾਈਲਾਈਟ ਕਰਨ ਵਾਸਤੇ, ਮੇਰੇ ਲਈ ਕੰਮ ਸੌਖਾ ਕਰ ਰਹੇ ਹੋ। ਤੇ ਮਤਲਬ ਫਿਰ ਕਿਵੇਂ ਦੀ ਪ੍ਰਿਵਿਲੇਜ ਹੈ? ਮਤਲਬ ਇਹ ਪ੍ਰਿਵਿਲੇਜ ਜਿਹੜੀ ਤੁਸੀਂ ਇਨਵਰਟਡ ਕਾਮੇਜ਼ ਦੇ ਵਿੱਚ ਸੋ ਕਾਲਡ ਪ੍ਰਿਵਿਲੇਜ ਦੀ ਗੱਲ ਕਰ ਰਹੇ ਹਾਂ, ਇਹ ਫਿਰ ਤੁਹਾਨੂੰ ਤੁਹਾਡੇ ਲਈ ਕਈ ਵਾਰ ਉਹ ਮਤਲਬ ਚਿੰਤਾ ਦਾ ਕਾਰਨ ਬਣੀ, ਜਾਂ ਮਤਲਬ ਤੁਹਾਨੂੰ ਇਹਦੇ ਨਾਲ ਕੋਈ ਸਟਰਗਲ ਰਹੀ? ਕਿਉਂਕਿ ਅੱਛਾ, ਇਹ ਨਾ ਪ੍ਰਿਵਿਲੇਜ ਵਰਡ 3 ਸਾਲ ਪਹਿਲਾਂ ਐਡ ਹੋਇਆ ਮੇਰੀ ਵੋਕੈਬਲਰੀ 'ਚ ਅਤੇ ਮੇਰੀ ਸੈਲਫ ਕੌਨਸ਼ੀਅਸਨੈਸ ਵਿੱਚ, ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਬਹੁਤ ਸਾਰਾ ਜਿਹੜਾ ਐਂਟੀ ਕਾਸਟ ਲਿਟਰੇਚਰ ਪੜ੍ਹਿਆ, ਅਤੇ ਬਹੁਤ ਸਾਰੇ ਅੰਬੇਡਕਰਾਈਟਸ ਨਾਲ ਮੇਰੀ ਕਨਵਰਸੇਸ਼ਨ ਹੋਈ, ਅਤੇ ਉਹ ਬਹੁਤ ਵਾਰ ਪਾਸ ਦ ਮਾਈਕ ਦੀ ਗੱਲ ਕਰਦੇ ਸੀ, ਪ੍ਰਿਵਿਲੇਜ ਦੀ ਗੱਲ ਕਰਦੇ ਸੀ, ਮੀ ਬੀਇੰਗ ਸਵਰਨਾ ਦੀ ਗੱਲ ਕਰਦੇ ਸੀ। ਅਤੇ ਇਹ ਸਾਰੀਆਂ ਜਦੋਂ ਗੱਲਾਂ ਕੀਤੀਆਂ ਤਾਂ ਮੈਨੂੰ ਲੱਗਿਆ ਕਿ ਜੇ ਇਹਦੇ ਬਾਰੇ ਕਨਵਰਸੇਸ਼ਨ ਕਰਨੀ ਹੈ ਅਤੇ ਫਿਰ ਵਾਈ ਨਾਟ ਐਡ ਅ ਨਿਊ ਵਰਡ। ਮੈਨੂੰ ਨਾ ਇਸ ਗੱਲ ਤੋਂ ਕਦੇ ਵੱਡੇ ਬੁੱਧੀਜੀਵੀਆਂ 'ਚ ਥੋੜ੍ਹੀ ਜਿਹੀ ਪ੍ਰੋਬਲਮ ਲੱਗਦੀ ਹੁੰਦੀ ਹੈ ਵੀ ਉਹਨਾਂ ਨੂੰ ਲੱਗਦਾ ਕਿ ਆਹ ਨਵੀਂ ਗੱਲ ਫੜ ਲਈ ਤੁਸੀਂ ਹੁਣ ਇਹਦੇ ਬਾਰੇ ਕਿਉਂ ਗੱਲ ਕਰੀਏ। ਮੈਨੂੰ ਲੱਗਦਾ ਕਿ ਇੰਨੀ ਕਿੰਨੀ ਗੱਲ ਹੈ ਵੀ ਆਈ ਹੈਵ ਟੂ ਬੀ ਕੌਨਸ਼ੀਅਸ ਅਬਾਊਟ ਇਟ ਕਿ ਮੇਰੇ ਕੋਲ ਕੁਛ ਪ੍ਰਿਵਿਲੇਜਸ ਨੇ ਜਿਹੜੀਆਂ ਕੁਛ ਸੈਕਸ਼ਨਸ ਆਫ ਦ ਸੋਸਾਇਟੀ ਕੋਲ ਸਿਸਟੈਮਿਕਲੀ ਹੈ ਨਹੀਂ ਗੀਆਂ। ਇਹਨੂੰ ਐਕਸੈਪਟ ਕਰਨ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ when you come to the privilege of being a daughter of an academic, ਉਹ ਮੇਰੇ ਪੇਰੈਂਟਸ ਦੀ ਚੋਇਸ ਸੀ। ਕਿ ਇਹ ਕਦੇ ਵੀ ਮੇਰੀ ਐਕੈਡੈਮਿਕ ਉਹਨੂੰ ਉਹ ਨਹੀਂ ਕਰੂਗਾ, ਕੀ ਕਹਿੰਦੇ ਆ, ਮੈਂ ਨਹੀਂ ਯੂਜ਼ ਕਰ ਸਕਦੀ ਉਹਨਾਂ ਦੀ ਜਿਹੜੀ ਅਪਰੋਚ ਹੈ ਇਸ ਤਰੀਕੇ ਨਾਲ। ਮੈਂ ਕਦੇ ਵੀ ਫੀਸਾਂ ਕਿਸੇ ਹੋਰ ਨੇ ਨਹੀਂ ਭਰੀਆਂ, ਮੇਰੀਆਂ ਮੈਂ ਆਪੇ ਭਰੀਆਂ। ਮਤਲਬ ਇੱਦਾਂ ਦੇ ਯੂਸਿਸ ਹੁੰਦੇ ਆ, ਮਤਲਬ ਮੈਂ ਇਹ ਨਹੀਂ ਕਹਿ ਰਹੀ ਹੈਗੀ ਕਿ ਮੈਂ ਤਾਂ ਫੀਸਾਂ ਵੀ ਆਪੇ ਭਰੀਆਂ, ਬਟ ਦੀਜ਼ ਆਰ ਦ ਕਾਈਂਡ ਆਫ ਪ੍ਰਿਵਿਲੇਜਸ ਦੈਟ ਪੀਪਲ ਟੇਕ, ਕਿ ਉਹਨਾਂ ਨੂੰ ਕਿਤੇ ਜਾਣਾ ਨਹੀਂ ਪੈਂਦਾ, ਘਰੇ ਬੈਠੇ ਬਿਠਾਏ ਕੰਮ ਹੋ ਜਾਂਦੇ ਆ, ਘਰੇ ਬੈਠੇ ਬਿਠਾਏ ਕਿਤਾਬਾਂ ਮਿਲ ਜਾਂਦੀਆਂ ਨੇ, ਬਿਬਲੀਓਗ੍ਰਾਫੀ ਮਿਲ ਜਾਂਦੀ ਹੈ ਵੀ ਤੁਸੀਂ ਥੀਸਿਸ ਕਾਹਦੇ 'ਤੇ ਲਿਖਣਾ। ਮੇਰੇ ਥੀਸਿਸ ਜਿਹਦੇ 'ਤੇ ਮੈਂ ਕੰਮ ਕਰ ਰਹੀ ਹਾਂ, ਮੈਮਰੀ 'ਤੇ ਇਸ ਵੇਲੇ ਇੰਗਲਿਸ਼ ਡਿਪਾਰਟਮੈਂਟ 'ਚ ਕੰਮ ਨਹੀਂ ਹੋਇਆ ਹੈਗਾ, ਅਤੇ ਮੈਮਰੀ ਐਂਡ ਫਾਰਮ 'ਤੇ ਤਾਂ ਕਦੇ ਵੀ ਨਹੀਂ ਹੋਇਆ, ਅਤੇ ਇਸ ਕਰਕੇ ਇੱਦਾਂ ਦੀ ਕੋਈ ਪ੍ਰਿਵਿਲੇਜ ਹੈ ਨਹੀਂ ਸੀਗੇ ਮੈਨੂੰ। ਪਰ ਮੇਰੇ ਨਾਲ ਦਿਆਂ ਨੇ ਮੈਨੂੰ ਬਹੁਤ ਵਾਰੀ ਇਹ ਗੱਲ ਫੀਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤਾਂ ਡੈਡੀ ਇੰਟਲੈਕਚੁਅਲ ਨੇ, ਵੀ ਮੇਰੇ ਤਾਂ ਜਿਵੇਂ ਖੂਨ 'ਚ ਹੀ ਆ ਜਾਊਗਾ ਫਿਰ ਇੰਟਲੈਕਚੁਅਲਿਜ਼ਮ, ਅਤੇ ਕਿਤਾਬਾਂ ਤਾਂ ਮੈਨੂੰ ਆਪ ਹੀ ਪੜ੍ਹਨੀਆਂ ਪੈਣੀਆਂ ਨੇ। ਇਹ ਗੱਲ ਮੈਨੂੰ ਰਿਲੇ ਕਰਨ ਵਿੱਚ ਨਾ ਵੀ ਮੈਂ ਤੁਹਾਨੂੰ ਦੱਸ ਸਕਾਂ ਵੀ ਮੈਨੂੰ ਕਿਤਾਬਾਂ ਸਾਰੀਆਂ ਆਪੇ ਪੜ੍ਹਨੀਆਂ ਪਈਆਂ। ਪਾਪਾ ਨੂੰ ਫੋਕੋ ਆਉਂਦਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਨੂੰ ਫੋਕੋ ਆਉਂਦਾ ਹੈ, ਜਾਂ ਮੰਮੀ ਨੂੰ ਮੇਰੀ ਨੂੰ ਫੋਕਲੋਰ ਦੀ ਸਭ ਇੰਨੀ ਨੌਲੇਜ ਹੈ, ਦੈਟ ਡਜ਼ਨਟ ਮੀਨ ਆਈ ਅੰਡਰਸਟੈਂਡ ਇਟ। ਪਰ ਇਹ ਨਹੀਂ ਸਮਝ ਆਉਂਦੀ ਮੈਨੂੰ। ਅਕਸਰ ਕਹਿ ਦਿੱਤਾ ਜਾਂਦਾ ਕਿ ਤੂੰ ਤਾਂ ਪੰਜਾਬੀ ਪ੍ਰੋਫੈਸਰ ਦੀ 2 ਪੰਜਾਬੀ ਦੇ ਪ੍ਰੋਫੈਸਰਾਂ ਦੀ ਕੁੜੀ ਹੈ, ਵੀ ਤੈਨੂੰ ਤਾਂ ਪੰਜਾਬੀ ਆਉਣੀ ਚਾਹੀਦੀ ਹੈ। ਅਤੇ ਮੈਨੂੰ ਪੰਜਾਬੀ ਆਉਂਦੀ ਹੈ ਜਿੰਨੀ ਕੁ ਲੋੜ ਹੈਗੀ ਆਉਂਦੀ ਹੈ, ਬਟ ਮਤਲਬ ਇਹ ਤੇ ਹੁਣ ਦੇਖੋ ਇੱਥੇ ਕੁਐਸਚਨ ਖੜਾ ਹੋ ਗਿਆ ਨਾ, ਮੈਂ ਬੋਲਦੀ ਕੌਨਸ਼ੀਅਸ ਹੋ ਗਈ ਕਿ ਸ਼ਾਇਦ ਮੈਨੂੰ ਆਉਣੀ ਚਾਹੀਦੀ ਹੈ ਕਿਉਂਕਿ ਉਹ ਦੋਨੋਂ ਪੰਜਾਬੀ ਦੇ ਪ੍ਰੋਫੈਸਰਸ ਨੇ। ਪਰ 2 ਪੰਜਾਬੀ ਦੇ ਪ੍ਰੋਫੈਸਰਸ ਦੇ, ਇੱਕ ਬੇਟੀ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ, ਬੇਟਾ ਉਹਨਾਂ ਦਾ ਹਿੰਦੀ ਦਾ ਕਵੀ ਹੈ। ਇਟਸ ਨਾਰਮਲ। ਹਾਂ, ਇਟ ਇਜ਼ ਨਾਰਮਲ ਨਾ, ਇਟ ਸ਼ੁੱਡ ਬੀ ਨਾਰਮਲ, ਮਤਲਬ ਪਰ ਨਹੀਂ ਹੈਗਾ ਇਹ ਨਾਰਮਲ, ਕਿਉਂਕਿ ਇਸ ਗੱਲ ਬਾਰੇ ਬਹੁਤ ਕਾਲ ਆਊਟ ਕੀਤਾ ਜਾਂਦਾ ਮੈਨੂੰ ਕਿ ਚਲੋ ਆਪਾਂ ਇਸ ਗੱਲ ਨੂੰ ਮਤਲਬ ਕਲੀਅਰ ਕਰਤਾ ਵੀ ਤੁਹਾਡੀ PhD ਜਿਹੜੀ ਹੈ 2 ਸਾਲਾਂ 'ਚ ਨਹੀਂ ਹੋਈ, ਬਿਲਕੁਲ ਨਹੀਂ ਹੋਈ, ਅਤੇ ਨਾ ਹੀ ਉਹਨਾਂ ਦੋਨਾਂ ਪ੍ਰੋਫੈਸਰਾਂ 'ਚੋਂ ਕਿਸੇ ਇੱਕ ਨੇ ਤੁਹਾਡੀ PhD ਲਿਖੀ ਹੈ? ਕਿਸੇ ਨੇ ਨਹੀਂ ਲਿਖੀ।
ਉਹ ਪੜ੍ਹ ਲੈਣ ਉਹ ਵੀ ਬਹੁਤ ਹੈ। ਮੈਨੂੰ ਤਾਂ ਪਾਪਾ ਕੋਲ ਟਾਈਮ ਨਹੀਂ ਮਿਲਦਾ। ਸਮਟਾਈਮਸ ਮੈਨੂੰ ਇਹ ਹੁੰਦਾ ਵੀ ਮੈਂ ਜਿਵੇਂ ਮੈਂ ਪੋਸਟ ਮਾਡਰਨਿਜ਼ਮ 'ਤੇ ਗੱਲ ਕਰਨੀ ਹੈ, ਮਾਡਰਨਿਜ਼ਮ 'ਤੇ ਗੱਲ ਕਰਨੀ ਹੈ, ਮੈਂ ਪਾਪਾ ਨੂੰ ਉਹ ਕਹਿ ਦੇਣਗੇ ਕੁਛ ਨਹੀਂ ਵੀ ਮੈਂ ਆਪਣੇ ਮੇਰੇ ਕੋਲ ਇਹਦਾ ਚੈਪਟਰ ਆਇਆ ਹੈ, ਵਰਿੰਦਰ ਦਾ ਚੈਪਟਰ ਆਇਆ ਹੈ, ਮੈਂ ਉਹ ਪੜ੍ਹੂੰਗਾ। ਫਿਰ ਉਹ ਪੜ੍ਹ ਕੇ ਉਹਨਾਂ ਨੂੰ ਜਿਹੜਾ ਗੁੱਸਾ ਆਉਂਦਾ ਉਹ ਤਾਂ ਭਾਵੇਂ ਮੇਰੇ 'ਤੇ ਨਿਕਲ ਜਾਏ, ਪਰ ਮੈਨੂੰ ਟਾਈਮ ਨਹੀਂ। ਤੁਸੀਂ ਮੇਰੇ ਵਾਲੇ 'ਤੇ ਨਹੀਂ ਕਹਿ ਸਕਦੇ। ਮੇਰੇ ਵਾਲੇ ਬਹੁਤ ਚੰਗੇ ਕਮੈਂਟ ਆਉਂਦੇ ਆ। ਨਹੀਂ ਮੈਂ ਮੇਰੇ 'ਤੇ ਗੁੱਸਾ ਨਹੀਂ ਆਉਂਦਾ। ਨਹੀਂ, ਤੁਹਾਡੇ 'ਤੇ ਵੀ ਆਉਂਦਾ ਹੀ ਹੋਊਗਾ ਕਦੇ ਨਾ ਕਦੇ ਕਿਸੇ ਨਾ। ਚਲੋ ਉਹ ਰਿਸਰਚ ਤੋਂ ਪਾਸੇ ਕਿਸੇ ਹੋਰ ਗੱਲ 'ਤੇ ਨਹੀਂ ਕਿ I think it's a part of research. ਇਹ ਤਾਂ ਇੰਨਾ ਤਾਂ ਹੋ ਜਾਣਾ। ਓਕੇ, ਦੇਖੋ ਮੈਂ ਇਸ ਚੀਜ਼ ਨੂੰ ਮਤਲਬ ਮਹਿਸੂਸ ਨਹੀਂ ਕਰ ਸਕਦਾ। ਮੇਰਾ ਸਵਾਲ ਹੈ ਮੇਰੀ ਮਤਲਬ ਜਗਿਆਸਾ ਦੇ ਵਿੱਚੋਂ, ਫੀਮੇਲਸ ਨਾਲ ਹਰ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਆ ਉਹ ਮਤਲਬ ਡੋਮੀਨੇਸ਼ਨ ਹੁੰਦੀ ਉਹਨਾਂ ਦੇ ਉੱਤੇ, ਮਤਲਬ ਜੈਂਡਰ ਡੋਮੀਨੇਸ਼ਨ ਹੁੰਦੀ। ਕੀ ਰਿਸਰਚ ਦੇ ਵਿੱਚ ਵੀ ਇਹ ਚੀਜ਼ ਹੈਗੀ ਹੈ? ਮਤਲਬ ਤੁਸੀਂ ਐਜ਼ ਅ ਫੀਮੇਲ ਰਿਸਰਚਰ I do believe ਇਹ ਗੱਲ ਹੈਗੀ ਹੈ, ਬਿਲਕੁਲ ਹੈਗੀ ਹੈ। ਤੁਹਾਨੂੰ ਆਪਣੀ ਗੱਲ ਨੂੰ ਸਪੈਸ਼ਲੀ ਪਬਲਿਕ ਸਪੀਕਿੰਗ ਦੇ ਵਿੱਚ ਇਸ ਤਰੀਕੇ ਨਾਲ ਰੱਖਣਾ ਪੈਂਦਾ ਕਿ ਉਹ ਇੰਨੀ ਸੋਲਿਡ ਹੋਵੇ ਕਿ ਕਿਸੇ ਪਾਸੋਂ ਇਹ ਸਵਾਲ ਨਾ ਆ ਜਾਵੇ ਵੀ ਆ ਕੇ ਨਹੀਂ ਹਲਕੀ ਜਿਹੀ ਗੱਲ ਕੀਤੀ। ਬਟ ਇਨ ਟਰਮਸ ਆਫ ਮੈਨ ਟਾਕਿੰਗ ਇਨ ਵੈਰੀ ਇੰਟਲੈਕਚੁਅਲ ਪਲੇਸਿਸ, ਉਹ ਹਲਕੀ ਜਿਹੀ ਵੀ ਗੱਲ ਕਰਦੇ ਨੇ, ਕਿਆ ਬਾਤ ਹੈ। ਯੂ ਹੈਵ ਟੂ ਬੀ, ਮਤਲਬ ਸਾਨੂੰ ਇੰਨਾ ਗਰਾਊਂਡਡ ਹੋ ਕੇ 15 ਬੰਦਿਆਂ ਨੂੰ ਕੋਟ ਕਰਕੇ ਆਪਦੀ ਗੱਲ ਨੂੰ ਠੀਕ ਪ੍ਰੂਵ ਕਰਨਾ ਪੈਂਦਾ ਕਈ ਵਾਰੀ, ਕਿਉਂਕਿ ਵੀ ਆਰ ਟੇਕਨ ਲਾਈਟਲੀ। ਇਹ ਤਾਂ ਇਹ ਹਲਕੀ ਗੱਲ ਨਹੀਂ ਹੈਗੀ। ਮਤਲਬ ਇਹ ਮੈਂ ਹੁੰਦੇ ਦੇਖਿਆ ਕਿ ਜਦੋਂ ਇੱਕ ਔਰਤ ਦਾ ਕ੍ਰਿਟਿਕ ਕੀਤਾ ਜਾਂਦਾ ਨਾ, ਈਵਨ ਐਕੈਡਮੀਆ ਵਿੱਚ, ਤਾਂ ਬਹੁਤ ਵਾਰ ਇਸ ਗੱਲ 'ਤੇ ਕਮੈਂਟ ਕੀਤਾ ਜਾਂਦਾ ਕਿ ਉਹ ਔਰਤ ਕਿੱਦਾਂ ਦੀ ਹੈ। ਠੀਕ ਹੈ, ਇਹ ਤਾਂ ਆਪਾਂ ਇਸ ਪੋਡਕਾਸਟ 'ਤੇ ਬਹੁਤ ਲੇਟ ਇਸ ਕੁਐਸਚਨ 'ਤੇ ਆਏ ਆ। ਅਦਰਵਾਈਜ਼ ਮੈਨੂੰ ਇਹ ਲੱਗਦਾ ਸੀ ਕਿ ਜੇ ਕੋਈ ਕਨਵਰਸੇਸ਼ਨ ਹੋਊਗੀ ਅਤੇ ਜੇ ਕਿਸੇ ਹੋਰ ਸੈਟਅਪ 'ਚ ਹੁੰਦੀ ਤਾਂ ਮੈਨੂੰ ਪਹਿਲਾ ਸਵਾਲ ਹੋਣਾ ਸੀਗਾ ਵੀ ਐਜ਼ ਅ ਫੀਮੇਲ ਰਿਸਰਚਰ, ਐਜ਼ ਅ ਮੇਰਾ ਰਿਸਰਚਰ ਦੇ ਤੌਰ 'ਤੇ ਕੋਈ ਉਹੀ ਨਹੀਂ ਹੈਗਾ। ਬਟ ਆਈ ਡੂ ਬਿਲੀਵ ਕਿ ਜੈਂਡਰ ਕੌਨਸਟੈਂਟਲੀ ਰਹਿੰਦਾ ਹੈ ਉੱਥੇ ਇਕੁਏਸ਼ਨ ਦੇ ਵਿੱਚ। ਕਿ ਸਵਾਲ ਵੀ ਇੱਦਾਂ ਦੇ ਕੀਤੇ ਜਾਂਦੇ ਨਾ, ਮਤਲਬ ਦੇ ਆਰ ਡਿਫਰੈਂਟ ਕਾਈਂਡਸ। ਉਹ ਤਾਂ ਆਪਾਂ ਬਹੁਤ ਸਾਰੀ ਹੁਣ ਡਿਸਕੋਰਸ ਹੈਗਾ ਇਹਦੇ ਬਾਰੇ ਕਿ ਕਿੱਦਾਂ ਦੇ ਸਵਾਲ ਕੀਤੇ ਜਾਂਦੇ ਆ ਇੱਕ ਇੰਟਰਵਿਊਅਰ ਕਿੱਦਾਂ ਦੇ ਸਵਾਲ ਕਰਦਾ ਇੰਟਰਵਿਊਈ ਨੂੰ ਜਦੋਂ ਉਹ ਇੱਕ ਔਰਤ ਹੁੰਦੀ ਹੈ। ਇਫ ਯੂ ਸਟੱਡੀ ਦੈਟ, ਤੁਹਾਨੂੰ ਐਕੈਡੈਮਿਕ ਪੋਡਕਾਸਟਸ ਵੀ ਸੁਣ ਲਓ ਤੁਸੀਂ, ਉਹਦੇ 'ਚ ਵੀ ਤੁਹਾਨੂੰ ਕਲੀਅਰ ਡਿਸਕੋਰਸ ਡਿਫਰੈਂਸ ਪਤਾ ਲੱਗ ਜਾਊ। ਸੋ that happens absolutely। ਸੋਚਣ ਲਈ ਮਜਬੂਰ ਕਰਤਾ ਕਿ ਪਿਛਲੀ ਜਿਹੜੀ ਗੱਲਬਾਤ ਹੋਈ ਆ। ਨਹੀਂ ਸੋਚੋ, ਪਰ ਮੈਨੂੰ ਓਨੈਸਟਲੀ ਮਤਲਬ ਇਫ ਆਈ ਹੈਵ ਟੂ ਗਿਵ ਯੂ ਐਨ ਓਪੀਨੀਅਨ ਅਬਾਊਟ ਇਟ, ਮੈਨੂੰ ਨਹੀਂ ਲੱਗਿਆ ਇਹ ਜੈਂਡਰਡ। ਪਰ ਜੇ ਮੈਨੂੰ ਲੱਗਦਾ ਮੈਂ ਕਹਿ ਵੀ ਦੇਣਾ ਸੀਗਾ, ਮਤਲਬ ਮੈਨੂੰ ਲੱਗਦਾ ਕਿ ਕਹਿ ਦੇਣਾ ਚਾਹੀਦਾ। ਮੈਂ ਬਹੁਤ ਮਤਲਬ ਹਲੀਮੀ ਨਾਲ ਐਕਸੈਪਟ ਵੀ ਕੀਤਾ, ਬਿਲਕੁਲ ਕੋਈ ਮਸਲਾ ਨਹੀਂ ਹੈ। ਹਾਂ, ਪਰ ਐਟ ਦ ਸੇਮ ਟਾਈਮ ਦੇਰ ਆਰ ਪੀਸਿਸ ਜਿੱਥੇ ਤੁਹਾਡਾ ਫੀਲਡ ਵਰਕ ਦਾ ਮਤਲਬ ਤੁਸੀਂ ਜ਼ਿਆਦਾ PhD ਦੇ ਵਿੱਚ ਤਾਂ ਨਹੀਂ ਕੀਤਾ, ਪਰ ਮੈਨੂੰ ਲੱਗਦਾ ਹੁਣ ਕਰ ਰਹੇ ਹੋ ਸ਼ਾਇਦ ਉਹ। ਹਾਂ ਰਾਈਟ PhD ਤੇ ਰਿਸਰਚ ਖਤਮ ਨਹੀਂ ਹੋ ਜਾਂਦੀ। ਕਿਵੇਂ ਮਤਲਬ ਫੋਕਲੋਰ ਦੇ ਉੱਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਜਾਂ ਮਤਲਬ ਤੁਸੀਂ ਜੇ ਹੁਣ ਤੁਸੀਂ ਡਾਕੂਮੈਂਟਰੀ ਵਿਦ ਕੈਮਰਾ ਕਰ ਰਹੇ ਹੋ ਡਾਕੂਮੈਂਟਿੰਗ, ਤੇ ਉਹਦੇ ਜਿਹੜੇ ਸ਼ੁਰੂਆਤ ਆ ਉਹ ਪਹਿਲਾਂ ਇੰਡੀਆਨਾ ਯੂਨੀਵਰਸਿਟੀ ਨਾਲ ਜੁੜਦੀ ਹੈ, ਫਿਰ ਉਸ ਤੋਂ ਬਾਅਦ ਇੱਕ ਫਿਲਮ ਦੇ ਵਿੱਚ ਤੁਸੀਂ ਕੰਮ ਕਰਦੇ ਹੋ, ਤੇ ਉਸ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਦੋਸਤ ਵੀ ਹੈਗੇ ਆ ਜਿਹੜੇ ਹੁਣ ਫਿਲਮ ਮੇਕਿੰਗ ਦੇ ਨਾਲ ਸੰਬੰਧਿਤ ਨੇ। ਤੇ ਐਜ਼ ਅ ਫੀਮੇਲ ਰਿਸਰਚਰ ਤੁਹਾਡਾ ਫੀਲਡ ਵਰਕ ਦਾ ਐਕਸਪੀਰੀਅੰਸ ਕਿਵੇਂ ਹੈ? ਪੰਜਾਬੀ ਫੀਚਰ ਫਿਲਮ ਇੰਡਸਟਰੀ ਦੇ ਵਿੱਚ ਤਾਂ ਆਈ ਕੈਨ ਟੈਲ ਯੂ ਕਿ ਇੰਨਾ ਮਾੜਾ ਐਕਸਪੀਰੀਅੰਸ ਸੀ ਮੇਰਾ ਕਿ ਉੱਥੇ ਮੇਰੀ ਓਪੀਨੀਅਨ ਡਿਡ ਨਾਟ ਮੈਟਰ। ਮੈਂ ਕਿਹੜੇ ਕੱਪੜਿਆਂ 'ਚ ਉੱਥੇ ਸ਼ੂਟ ਕਰਨ ਗਈ ਹਾਂ ਇਹ ਬਹੁਤ ਮੈਟਰ ਕਰਦਾ ਹੁੰਦਾ ਸੀ। ਅਤੇ ਉਹ ਲੋਕ ਸੀਗੇ ਜਿਹੜੇ ਆਪਦੇ ਆਪ ਨੂੰ ਪ੍ਰੋਗਰੈਸਿਵ ਕਹਿੰਦੇ ਸੀ ਇਕੱਠੇ ਹੋ ਕੇ, ਅਤੇ ਮੈਨੂੰ ਅਕਸਰ ਟੋਕਿਆ ਗਿਆ ਤੂੰ ਸ਼ਾਰਟਸ ਪਾ ਕੇ ਯਾਰ ਸ਼ੂਟ 'ਤੇ ਆ ਗਈ। ਇਹ ਗੱਲ ਐਵੇਂ ਵੀ ਕੀਤੀ ਜਾ ਸਕਦੀ ਸੀ। ਫੀਲਡ ਵਰਕ ਬਾਰੇ ਮੈਂ ਇਹ ਅੰਡਰਸਟੈਂਡ ਕਰਦੀ ਕਿ ਤੁਸੀਂ ਜਿੱਥੇ ਸ਼ੂਟ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਅਨਕੰਫਰਟੇਬਲ ਨਾ ਕਰੋ। ਮਤਲਬ ਜੇ ਤੁਸੀਂ ਈਜ਼ੀਲੀ ਕੁਛ ਹੋਰ ਪਾ ਸਕਦੇ ਹੋ, ਵਾਈ ਨੋਟ। ਠੀਕ ਹੈ, ਦੈਟ ਆਈ ਅੰਡਰਸਟੈਂਡ, ਦੈਟ ਇਜ਼ ਅ ਰੂਲ ਆਫ ਫੀਲਡ ਵਰਕ ਕਿ ਤੁਸੀਂ ਏਲੀਏਨੇਟ ਨਹੀਂ ਕਰਨਾ ਹੁੰਦਾ ਆਪਣੇ ਆਪ ਨੂੰ। ਪਰ ਜਿਹੜਾ ਮੇਰਾ ਕਰੂ ਸੀਗਾ ਉਹ ਨਹੀਂ ਕਹਿ ਸਕਦਾ ਸੀ ਨਾ ਇਹ, ਅਤੇ ਉਹ ਮੇਰਾ ਐਕਸਪੀਰੀਅੰਸ ਕਾਫੀ ਮਾੜਾ ਰਿਹਾ। ਇੰਟਰਸਟਿੰਗਲੀ ਜਿਹੜਾ ਮੇਰਾ ਰੀਸੈਂਟ ਫੀਲਡ ਵਰਕ ਚੱਲ ਰਿਹਾ ਉਹ ਮਾਈ ਮਦਰ ਇਜ਼ ਸੁਪਰਵਾਈਜ਼ਿੰਗ ਇਟ, ਅਤੇ ਅਸੀਂ ਗੱਲਬਾਤ ਸਾਰੀਆਂ ਔਰਤਾਂ ਨਾਲ ਕਰਦੇ ਹਾਂ, ਅਤੇ ਅਸੀਂ ਉਹਨਾਂ ਦੇ ਘਰੇ ਜਾਂਦੇ ਹਾਂ ਤਾਂ ਮੈਨ ਯੂਜੂਅਲੀ ਲੀਵ
ਜਾਂ ਉਹ ਗਏ ਹੀ ਹੁੰਦੇ ਨੇ, ਕਿਉਂਕਿ ਅਸੀਂ ਸਾਰੇ ਕਿਤੇ ਵਰਕਿੰਗ ਕਲਾਸ ਹਾਊਸ ਹੋਲਡਸ ਵਿੱਚ ਗਏ ਹਾਂ, ਜਿਨ੍ਹਾਂ ਦੇ ਪੁਰਾਣੇ ਘਰ ਹਜੇ ਵੀ ਸਾਂਭੇ ਪਏ ਆ, ਬਿਕੋਜ਼ ਪ੍ਰੋਬੇਬਲੀ ਕਦੇ ਇਸ ਲੈਵਲ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਹੀ ਨਹੀਂ ਸੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਚੇਂਜ ਕੀਤਾ ਜਾਵੇ ਜਾਂ ਕੋਠੀਆਂ ਪਾ ਲਈਆਂ ਜਾਣ। ਪਰ ਉੱਥੇ ਨਹੀਂ, ਮੈਨ ਹੈਵ ਨਾਟ ਬੀਨ ਦੇਅਰ, ਪਰ ਹਜੇ ਸ਼ੁਰੂਆਤ ਹੈ। ਇਫ ਦੇयर इज अ ਚੇਂਜ ਮੈਂ ਪੱਕਾ ਦੱਸੂੰਗੀ, ਪਰ ਬਹੁਤ ਮਜ਼ਾ ਆ ਰਿਹਾ ਤੇ ਮਜ਼ਾ ਆ ਜਾਂਦਾ। ਮਤਲਬ there was a scene that we were shooting, ਅਸੀਂ ਕਿਹਾ ਵੀ ਇੰਟਰਵਿਊਜ਼ ਲੈਣੀਆਂ। ਹੁਣ ਔਰਤਾਂ ਨੂੰ ਇੰਟਰਵਿਊ ਕਰਨਾ ਆਪਣੇ ਆਪ 'ਚ ਇਸ ਲਈ ਚੈਲੰਜਿੰਗ ਹੈ ਕਿਉਂਕਿ ਉਹ ਕਹਿ ਦਿੰਦੇ ਅਕਸਰ ਕਿ ਅਸੀਂ ਨਹੀਂ ਕੰਫਰਟੇਬਲ ਹੈਗੇ ਕੈਮਰਾ ਦੇ ਸਾਹਮਣੇ, ਜਾਂ ਸਾਨੂੰ ਡਰ ਲੱਗਦਾ ਕਿ ਜੇ ਤੁਸੀਂ ਇਹ ਇੰਟਰਨੈਟ 'ਤੇ ਪਾਤੀ ਤਾਂ ਸਾਡੇ ਮੁੰਡੇ ਇਹਦੇ ਬਾਰੇ ਕੀ ਗੱਲ ਕਰਨਗੇ। ਇਸ ਕਰਕੇ ਉਹਨਾਂ ਨਾਲ ਇਸ ਤਰੀਕੇ ਦੀ ਕਨਵਰਸੇਸ਼ਨ ਕਰਨਾ ਕਿ ਹੁਣ ਆਪਾਂ ਕਿਵੇਂ ਕਰੀਏ। ਫਿਰ ਅਸੀਂ ਉਹਨਾਂ ਨੂੰ ਇਕੱਠੇ ਬਿਠਾਇਆ ਸਾਰਿਆਂ ਨੂੰ ਕਿ ਤੁਸੀਂ ਆਪਸ 'ਚ ਗੱਲਬਾਤ ਕਰੋ, ਅਸੀਂ ਵਿੱਚੋਂ ਇੰਟਰਵਿਊ ਆਪੇ ਕੱਢ ਲਾਂਗੇ। ਉਹਦੇ ਵਿੱਚ ਮੇਰੇ ਮਾਸੀ ਬੈਠੇ ਤਾਂ ਕਿ ਉਹ ਇਸ ਤਰੀਕੇ ਨਾਲ ਹੋਵੇ ਕਿ ਥੋੜ੍ਹਾ ਜਿਹਾ ਔਰਗੈਨਿਕ ਹੋ ਜਾਵੇ ਸਾਰਾ ਕੁਛ। ਅਤੇ ਤੁਸੀਂ ਯਕੀਨ ਮੰਨਿਓ ਉਹ ਕਨਵਰਸੇਸ਼ਨ ਇੰਨੀ ਪੋਲੀਟੀਕਲ ਕਨਵਰਸੇਸ਼ਨ ਹੈ ਨਾ, ਉਹਦੇ ਵਿੱਚ ਉਹ ਗੱਲ ਕਰਦੇ ਕਿ ਕਿਵੇਂ ਫੋਨਾਂ ਦੇ ਆਉਣ ਨਾਲ ਚੀਜ਼ਾਂ ਚੇਂਜ ਹੋਈਆਂ, ਕਿਵੇਂ ਮਹਿੰਗਾਈ ਵਧਣ ਨਾਲ ਚੀਜ਼ਾਂ ਚੇਂਜ ਹੋਈਆਂ ਅਤੇ ਮਹਿੰਗਾਈ ਕੀ ਕਰ ਦਿੰਦੀ ਆ ਸਾਰੀਆਂ ਚੀਜ਼ਾਂ ਨੂੰ। ਅਤੇ ਉਹ ਬਿਲਕੁਲ ਵੀ ਕਨਵਰਸੇਸ਼ਨ ਇੱਦਾਂ ਦੀ ਨਹੀਂ ਸੀਗੀ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਸਟਰੀਟ ਟਾਕ ਹੁੰਦੀ ਹੈ ਨਾ, ਜਿਹਨੂੰ ਆਪਾਂ ਕਹਿੰਦੇ ਨੇ ਕਿ ਮੁੰਡੇ ਦਾਰੂ ਪੀ ਕੇ ਕਰਦੇ ਹੁੰਦੇ, ਉਹਨਾਂ ਦੀ ਕੋਈ ਕਨਵਰਸੇਸ਼ਨ ਨਹੀਂ ਸੀਗੀ। ਮਤਲਬ ਇਟ ਵਾਜ਼ ਅ ਕਨਵਰਸੇਸ਼ਨ ਜਿਹੜਾ ਮੈਂ ਘਰੇ ਆ ਕੇ ਮੈਂ 3 ਦਿਨ ਸੋਚਦੀ ਰਹੀ ਕਿ ਹਾਏ ਆ ਕੀ ਸੁਣ ਕੇ ਆਈ ਹਾਂ ਮੈਂ। ਅਤੇ ਮੈਂ ਉਹ ਕਿਉਂਕਿ ਐਡਿਟ ਕਰਨੀ ਸੀ ਫਿਲਮ, ਮੈਂ ਉਹਨੂੰ ਬਾਰ-ਬਾਰ ਸੁਣਿਆ ਅਤੇ ਮੈਨੂੰ ਇਹ ਲੱਗਿਆ ਕਿ ਇਹ ਵਾਲੇ ਸਟੀਰੀਓਟਾਈਪਸ ਦਾ ਇਟਸ ਟਾਈਮ ਕਿ ਆਪਾਂ ਬਸ ਕਰੀਏ ਵੀ ਇਹ ਵਾਲੇ ਤਾਂ ਜੋਕਸ ਵੀ ਸ਼ੇਅਰ ਕਰਨੇ ਬੰਦ ਕਰ ਦਈਏ, ਲਾਈਟਲੀ ਵੀ ਸ਼ੇਅਰ ਕਰਨੇ ਬੰਦ ਕਰ ਦਈਏ ਕਿ ਔਰਤਾਂ ਨੂੰ ਕੁਛ ਆਉਂਦਾ ਨਹੀਂ ਆ, ਪਿੰਡ ਦੀਆਂ ਔਰਤਾਂ ਨੂੰ ਕੀ ਪਤਾ ਹੁੰਦਾ। ਇਹ ਆਪਾਂ ਉਹਨਾਂ 'ਚ ਵੀ ਪਾਈ ਹੋਈ ਹੈ ਗੱਲ। ਉਹ ਬਾਰ-ਬਾਰ ਕਹਿੰਦੇ ਕਿ ਅਸੀਂ ਵੈਸੇ ਤਾਂ ਅਨਪੜ੍ਹ ਹਾਂ, ਪਰ ਦਰੀ ਤੁਸੀਂ ਪੂਰੀ ਮਤਲਬ ਐਵੇਂ ਸਿਮੈਟਰੀਕਲ ਹੁੰਦੀ ਹੈ ਤੁਹਾਡੀ। ਉਹਨਾਂ ਨੂੰ ਫਿਰ ਸਾਨੂੰ ਸਾਡੇ ਵੱਲ ਕੁਐਸਚਨੇਬਲ ਆਈਜ਼ ਹੁੰਦੀਆਂ ਸੀ ਨਾ ਉਹਨਾਂ ਦੀਆਂ ਕਿ ਕੁਛ ਕਹੋ, ਵੈਲੀਡੇਟ ਅਸ। ਫਿਰ ਉਹ ਬਹੁਤ ਚੈਲੰਜਿੰਗ ਐਕਸਪੀਰੀਅੰਸ ਅਦਰਵਾਈਜ਼ ਹੈਗਾ, ਬਟ ਹਜੇ ਜੈਂਡਰਡ ਨਹੀਂ ਹੈਗਾ ਉਵੇਂ। ਉਹ ਠੀਕ ਰਿਹਾ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਕਿਉਂਕਿ ਆਈ ਡਰਾਈਵ, ਸੋ ਆਈ ਐਮ ਦ ਡਾਇਰੈਕਟਰ, ਆਈ ਐਮ ਦ ਡਰਾਈਵਰ, the person who's supervising is my mother, we're talking to women। ਮਜ਼ਾ ਆ ਰਿਹਾ ਸਰ। ਮਤਲਬ ਮੈਂ ਨਾ ਕੁਛ ਪੁਰਾਣੀਆਂ ਵੀਡੀਓਜ਼ ਦੇਖੀਆਂ ਪਿੱਛੇ ਵਿਆਹ ਦੀਆਂ, ਔਰਤਾਂ ਦਾ ਕਿੱਦਾਂ, ਅਤੇ ਯਕੀਨ ਮੰਨਿਓ ਮੈਨੂੰ ਬਹੁਤ ਮਤਲਬ ਇਹ ਨਹੀਂ ਗਾ ਕਿ ਹੁਣ ਮਤਲਬ ਬਹੁਤ ਸਮੇਂ ਬਾਅਦ ਪਤਾ ਲੱਗਾ ਕਿ ਜਦੋਂ ਇਹ ਕਹਿੰਦੇ ਆ ਵੀ ਜਦੋਂ ਗਿੱਧਾ ਪਾਉਣਾ ਔਰਤਾਂ ਨੇ ਵੀ ਉਹ ਤੁਸੀਂ ਬਾਕੀ ਸਾਰੇ ਪਾਸੇ ਹੋ ਜਾਓ, ਕਿਉਂਕਿ ਜਿਸ ਤਰੀਕੇ ਨਾਲ ਉਹ ਆਪਦੇ ਅੰਦਰੋਂ ਜਿਹੜੀਆਂ ਦਬਾਈਆਂ ਹੋਈਆਂ ਗੱਲਾਂ ਕੱਢਦੀਆਂ ਅਤੇ ਉਸ ਚੀਜ਼ ਨੂੰ ਮਤਲਬ ਇੱਕ ਹਿਸਾਬ ਨਾਲ ਇਮੈਜਿਨ ਕਰਦੀਆਂ ਕਿ ਉਹੀ ਸਾਰਾ ਕੁਛ ਨੇ ਉਸ ਟਾਈਮ, ਅਤੇ ਉਹ ਕਮਾਲ ਦਾ ਹੁੰਦਾ ਬਹੁਤ ਹੀ। ਦਿਸ ਇਜ਼ ਅ ਬ੍ਰਿਲੀਅੰਟ ਥਿੰਗ। ਮੇਰਾ ਇੱਕ ਚੈਪਟਰ ਹੈ ਕਾਊਂਟਰ ਮੈਮਰੀ 'ਤੇ, ਇਹ ਫੂਕੋ ਦੀ ਟਰਮ ਹੈ ਵੈਸੇ, ਵੈਰੀ ਇਲੀਟਿਸਟ, ਪਰ ਇਹਦੇ ਬਾਰੇ ਜੇ ਸੋਚਿਆ ਜਾਵੇ ਤਾਂ ਫੋਕ ਕਲਚਰ ਇਜ਼ ਕਾਊਂਟਰ ਮੈਮਰੀ। ਜਿਹੜਾ ਹਿਸਟੋਰੀਕਲ ਜਿਹੜਾ ਲਾਰਜਰ ਹਿਸਟੋਰੀਕਲ ਪਰਸਪੈਕਟਿਵ ਹੁੰਦਾ ਉਹਦੇ ਬਿਲਕੁਲ ਪੈਰਲਲ ਫੋਕ ਕਲਚਰ ਨੂੰ ਜੇ ਤੁਸੀਂ ਡਾਕੂਮੈਂਟ ਕਰੋ, ਇਟ ਵਿਲ ਬੀ ਐਨ ਇੰਟਾਇਰਲੀ ਡਿਫਰੈਂਟ ਸਟੋਰੀ, ਜਿਹਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਪੋਸੀਬਿਲਿਟੀ ਆਫ ਦੀ ਵੋਇਸ ਫॉर ਮਾਰਜਨਲਾਈਜ਼ਡ ਉਹ ਪਈ ਹੁੰਦੀ ਹੈ। ਸੋ ਮੈਂ ਆਈ ਹੈਵ ਅ ਨਿਊ ਫਾਊਂਡ ਜਿਹੜੀ ਅਪਰੀਸੀਏਸ਼ਨ ਹੁੰਦੀ ਹੈ ਨਾ ਆਪਣੇ ਫੋਕ ਕਲਚਰ ਦੇ ਲਈ, ਉਹ ਤਾਂ ਕੰਪਲੀਟਲੀ ਇਨ ਫॉर ਇਟ। ਕਿਉਂ ਹੁੰਦਾ ਐਵੇਂ ਵੀ ਹਜੇ ਵੀ ਅਸੀਂ ਚੱਕੀਆਂ ਨੂੰ ਦੇਖ ਕੇ ਐਂ ਲੱਗਦਾ ਸਾਨੂੰ ਕਿ ਇਹ ਤਾਂ ਨੋਸਟੈਲਜੀਆ ਨਹੀਂ, ਨੋਸਟੈਲਜੀਆ ਤਾਂ ਹੈਗਾ ਆ, ਪਰ ਇੰਨਾ ਸੌਖਾ ਵੀ ਇਹਨੂੰ ਨਹੀਂ ਛੱਡ ਸਕਦੇ ਆਪਾਂ ਵੀ ਕਹਿ ਕੇ ਇਸ ਤਰੀਕੇ ਨਾਲ, ਕਿਉਂਕਿ ਇੰਨਾ ਕੁਛ ਟੈਬੂ ਬਣਾ ਦਿੱਤਾ ਗਿਆ, ਇੰਨਾ ਕੁਛ ਸਾਡਾ ਮਤਲਬ ਤੁਹਾਡਾ ਨੋਸਟੈਲਜੀ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਉਹ ਬਣਾ ਦਿੱਤਾ ਗਿਆ ਕਿ ਅਸੀਂ ਨਿਕਲ ਨਹੀਂ ਪਾ ਰਹੇ ਮਤਲਬ ਉਸ ਚੀਜ਼ ਦੇ ਵਿੱਚੋਂ। ਅੱਜ ਅਗਰ ਕੋਈ ਮਤਲਬ ਮਰਦ ਦਾਰੂ ਪੀ ਰਿਹਾ, ਡਰਿੰਕ ਕਰ ਰਿਹਾ, ਤਾਂ ਉਹਦੇ ਲਈ ਕੋਈ ਵੱਡਾ ਮਸਲਾ ਨਹੀਂ ਗਾ, ਅਤੇ ਜੇ ਕੋਈ ਔਰਤ ਡਰਿੰਕ ਕਰ ਰਹੀ ਹੈ ਤਾਂ ਉਹ ਇੱਕ ਵੱਡਾ ਮਸਲਾ ਬਣਦਾ ਹੈ। ਈਵਨ ਕਿ ਔਰਤਾਂ ਖੁਦ ਨੂੰ ਇਸ ਗੱਲ ਨੂੰ ਕਈ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹ ਮੰਨਦੀਆਂ ਵੀ ਉਹ ਬਿਲਕੁਲ ਡਰਿੰਕ ਕਰ ਵੀ ਲੈਂਦੀਆਂ ਅਤੇ ਮੰਨਣ ਨੂੰ ਵੀ ਤਿਆਰ ਨਹੀਂ ਗੀ, ਅਤੇ ਉਹ ਇੱਕ ਦਬਾਅ ਦੇ ਵਿੱਚ, ਡੋਮੀਨੇਸ਼ਨ ਦੇ ਵਿੱਚੋਂ। ਜਦ ਕਿ ਜੇ ਤੁਸੀਂ ਕੋਠੇ ਖੜਕ ਸਿੰਘ ਨਾਵਲ ਪੜ੍ਹਦੇ ਹੋ ਅਤੇ ਉੱਥੇ ਵੀ ਜਿਹੜੀ
ਪੋਰਟਰੇ ਹੋਇਆ ਹੈ ਸਾਰਾ ਕੁਝ, ਉਹ ਔਰਤਾਂ ਉਹ ਨੇ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਮੈਂ ਟਰਮ ਮੈਂ ਨਹੀਂ ਮਤਲਬ ਵਰਤਦੇ ਆ, ਪਰ ਉਹ ਸੋ ਕਾਲਡ ਹੈ ਕਿ ਬਦਮਾਸ਼ ਔਰਤਾਂ ਜਿਹੜੀਆਂ ਨਹੀਂ ਆਈ ਗੋਟ ਅ ਪੁਆਇੰਟ। ਹਾਂ ਤੇ ਉਹ ਪੀ ਰਹੀਆਂ, ਉਹ ਮਾਸ ਖਾ ਰਹੀ, ਇਵਨ ਕਿ ਮਾਸ ਖਾਣ ਨੂੰ ਵੀ ਉਹ ਬਦਮਾਸ਼ੀ ਨਾਲ ਜੋੜ ਦਿੱਤਾ। ਤੇ ਐਜ਼ ਅ ਫੀਮੇਲ ਅੱਜ ਸਮਾਜ ਦੇ ਵਿੱਚ ਜਿਹੜਾ ਹੈ ਉਹ ਮੈਂ ਇਹ ਮੰਨ ਕੇ ਚੱਲਦਾ ਕਿ ਮੈਨੂੰ ਕੁਛ ਨਹੀਂ ਪਤਾ ਕਿ ਫੀਮੇਲਸ ਦੇ ਵਿੱਚ ਕੀ ਚੱਲ ਰਿਹਾ, ਤੇ ਕਿਵੇਂ ਦੇਖਦੇ ਹੋ ਇਹਨੂੰ? ਥੈਂਕ ਯੂ ਫॉर ਆਸਕਿੰਗ ਦੈਟ ਕੁਐਸਚਨ। ਵਧੀਆ ਗੱਲ ਗੁੱਡ ਯੂ ਆਰ ਅ ਗੁੱਡ ਹੋਸਟ। ਮੈਨੂੰ ਨਾ ਇਹ ਲੱਗਦਾ ਕਿ ਔਰਤਾਂ ਉੱਤੇ ਹੁਣ ਇਸ ਵੇਲੇ ਪ੍ਰੈਸ਼ਰ ਹੈ ਕਿ ਇਹ ਕਿਵੇਂ ਕੀਤਾ ਜਾਵੇ। ਇਹ ਦਾਰੂ ਤਾਂ ਤੁਸੀਂ ਪੀਂਦੇ ਹੋ, ਠੀਕ ਹੈ, ਜਾਂ ਤੁਸੀਂ ਕੱਪੜੇ ਤਾਂ ਛੋਟੇ ਪਾਉਣੇ, ਪਰ ਦਿਸ ਇਜ਼ ਨਾਟ ਫੈਮਿਨਿਜ਼ਮ। ਇਹ ਗੱਲ ਕਹੀ ਜਾਵੇ, ਇਹ ਆਪਾਂ ਨੂੰ ਪਤਾ ਹੈ ਕਿ ਦਿਸ ਇਜ਼ ਅ ਵਲਗਰ ਡੈਫੀਨੇਸ਼ਨ ਆਫ ਫੈਮਿਨਿਜ਼ਮ, ਕਿ ਇਹਦਾ ਮਤਲਬ ਹੁੰਦਾ ਹੈ ਕਿ ਔਰਤਾਂ ਛੋਟੇ ਕੱਪੜੇ ਪਾ ਸਕਣ, ਸਮੋਕ ਕਰ ਸਕਣ, ਦਾਰੂ ਪੀ ਸਕਣ। ਪਰ ਇਹ ਔਰਤਾਂ ਕਹਿਣ ਕਿ ਇਹ ਫੈਮਿਨਿਜ਼ਮ ਨਹੀਂ ਹੁੰਦਾ। ਵੀ ਔਰਤਾਂ ਤਾਂ ਫੈਮਿਨਿਸਟ ਠੀਕ ਨੇ ਜੇ ਉਹ ਠੀਕ ਡੈਫੀਨੇਸ਼ਨ, ਜਿਹੜੀ ਮਰਦਾਂ ਲਈ ਐਕਸੈਪਟੇਬਲ ਡੈਫੀਨੇਸ਼ਨ ਹੈ, ਉਹ ਦੇਣਗੀਆਂ। ਸੋ ਮਿਸੋਜਨੀ ਇਜ਼ ਓਕੇ, ਰੋਂਗ ਫੈਮਿਨਿਜ਼ਮ ਇਜ਼ ਵੈਰੀ ਬੈਡ। ਉਹ ਜ਼ਿਆਦਾ ਬੈਡ ਹੈ ਮਿਸੋਜਨੀ ਨਾਲੋਂ, ਠੀਕ ਹੈ। ਤਾਂ ਇਸ ਵੇਲੇ ਜਿਹੜਾ ਉਹ ਪੂਰਾ ਐਟਮੋਸਫੇਅਰ ਬਣਿਆ ਹੋਇਆ ਨਾ, ਉਹ ਇਸ ਤਰੀਕੇ ਦਾ ਹੈ ਕਿ ਕ੍ਰਿਟੀਕ ਆਫ ਫੈਮਿਨਿਜ਼ਮ ਇਜ਼ ਵਨ ਥਿੰਗ, ਜਾਂ ਫੈਮਿਨਿਜ਼ਮ ਛੱਡੋ ਯਾਰ, ਤੁਸੀਂ ਕ੍ਰਿਟੀਕ ਆਫ ਕਿ ਇੱਕ ਔਰਤ ਕਿਵੇਂ ਦੀ ਹੋਣੀ ਚਾਹੀਦੀ ਹੈ, ਠੀਕ ਹੈ, ਉਹ ਇੱਕ ਅਲੱਗ ਚੀਜ਼ ਹੈ। ਉਹ ਅਸੀਂ ਆਪਸ 'ਚ ਬੈਠ ਕੇ ਕਰ ਲਾਂਗੇ, ਮਤਲਬ ਸਾਡੇ ਡਿਸਕੋਰਸਿਸ ਵਿੱਚੋਂ ਦਿਖੂਗਾ ਤੁਹਾਨੂੰ, ਸਾਡੀ ਆਪਦੀ ਸੈਲਫ ਡਿਸਕਵਰੀ 'ਚ ਵੀ ਦਿਖੂਗਾ ਵੀ ਅਸੀਂ ਕੌਨਸਟੈਂਟਲੀ ਆਪਣੇ ਆਪ ਨਾਲ ਵੀ ਗੱਲ ਕਰਦੇ ਹਾਂ, ਆਪਣੇ ਨਾਲ ਦਿਆਂ ਨਾਲ ਵੀ ਗੱਲ ਕਰਦੇ ਹਾਂ। ਪਰ ਇਹ ਪ੍ਰੈਸ਼ਰ ਸੋਸਾਇਟੀ ਦਾ ਹੋਣਾ ਕਿ ਤੁਸੀਂ ਜੇ ਦਾਰੂ ਪੀਂਦੇ ਹੋ ਫਿਰ ਤੁਸੀਂ ਆਹ ਵਾਲੀਆਂ ਫੈਮਿਨਿਸਟਸ ਠੀਕ ਨਹੀਂ, ਜੇ ਤੁਸੀਂ ਆਹ ਵਾਲੀਆਂ ਫਿਰ ਤੁਸੀਂ ਦਾਰੂ ਨਹੀਂ ਪੀਣੀਆਂ ਚਾਹੀਦੀਆਂ। ਮਤਲਬ ਇਹ ਕਿਸ ਤਰੀਕੇ ਦੀ ਡਾਇਕੋਟਮੀ ਹੈ ਨਾ। ਇਸ ਡਾਇਕੋਟਮੀ ਵਿੱਚ ਜਦੋਂ ਸਾਨੂੰ ਵੰਡਦਾ ਹੈ ਨਾ, ਬਹੁਤ ਐਨਰਜੀ ਵੇਸਟ ਹੁੰਦੀ ਹੈ, ਬਿਕੋਜ਼ ਯੂ ਹੈਵ ਟੂ ਕੌਨਸਟੈਂਟਲੀ ਪ੍ਰੂਵ ਲੋਕਾਂ ਨੂੰ ਕਿ ਯਾਰ ਮੈਂ ਕਿਤਾਬਾਂ ਵੀ 15-20 ਪੜ੍ਹਦੀ ਹਾਂ ਮਹੀਨੇ ਦੀਆਂ, ਤੇ ਜੇ ਮੈਂ ਦਾਰੂ ਪੀਂਦੀ ਹਾਂ ਤੇ ਮੈਂ ਦਾਰੂ ਦੀ ਬਿਲਕੁਲ ਕਿਤੇ ਵੀ ਜਾ ਕੇ ਉਹ ਨਹੀਂ ਕਰਦੀ ਐਡਵਰਟੀਜ਼ਮੈਂਟ, ਮੈਂ ਕਿਸੇ ਨੂੰ ਨਹੀਂ ਕਹਿੰਦੀ ਤੁਸੀਂ ਮੇਰੇ ਨਾਲ ਪੀਓ। ਇਹ ਬਾਰ-ਬਾਰ ਕਹਿਣਾ ਪੈਂਦਾ। ਯੂ ਹੈਵ ਟੂ ਪ੍ਰੂਵ ਟੂ ਬੀ ਐਨ ਇੰਟਲੈਕਚੁਅਲ ਆਊਟ ਇਨ ਦ ਵਰਲਡ, ਤੇ ਲੁੱਕ ਕੇ ਦਾਰੂ ਪੀਓ, ਠੀਕ ਹੈ, ਜਾਂ ਨਾ ਪੀਓ, ਈਵਨ ਬੈਟਰ, ਬਿਕੋਜ਼ ਮੇਲ ਗੇਜ਼ ਰਾਹੀਂ ਹੀ ਕ੍ਰਿਟੀਕ ਕਰੀ ਜਾ ਰਹੇ, ਔਰਤਾਂ ਵੀ ਮੇਲ ਗੇਜ਼ ਰਾਹੀਂ ਹੀ ਕ੍ਰਿਟੀਕ ਕਰ ਰਹੀਆਂ। ਜਦੋਂ ਆਪਾਂ ਨੂੰ ਕਿਹਾ ਜਾਂਦਾ ਕਿ ਸਿਲਵਰ ਮੈਡਲ ਵਾਲੀ ਹੁਣ ਉਹ ਫੈਮਿਨਿਸਟਸ ਨੇ ਵੀ ਜਿਹੜੇ ਲੋਕ ਮੈਡਲਸ ਲੈ ਆਉਂਦੇ ਨੇ, ਜਿਹੜੇ ਲੋਕ ਜਿੱਤ ਜਾਂਦੇ ਨੇ, ਜਿਹੜੇ ਲੋਕ ਕੁਛ ਅਚੀਵ ਕਰ ਲੈਂਦੇ ਨੇ, ਜਿਹੜੇ ਲੋਕ ਮਿਹਨਤ ਕਰਦੇ ਨੇ, ਤੇ ਜਿਹੜੀਆਂ ਔਰਤਾਂ ਕੁਛ ਵੀ ਨਹੀਂ ਕਰਦੀਆਂ ਯਾਰ, ਉਹਨਾਂ ਦਾ ਕੀ ਉਹ ਕਿਤੇ ਵੀ ਨਹੀਂ, ਮਤਲਬ ਦੇਰ ਇਜ਼ ਨੋ ਡਿਸਕਸ਼ਨ ਅਬਾਊਟ ਦੈਮ। ਤੇ ਇਹ ਇਸ ਤਰੀਕੇ ਦੀ ਨਾ 15-20 ਸਾਡੇ ਸੈਕਟ ਨੇ, ਅਸੀਂ ਸਾਰੇ ਉਹਨਾਂ 'ਚ ਵੰਡੇ ਹੋਏ। ਤੇ ਜਿਹੜੀ ਸਿਮੋਨ ਦੀ ਬੂਆ ਨਾ ਬਹੁਤ ਬੇਸਿਕ ਜੀ ਗੱਲ ਕਹਿੰਦੀ ਹੈ ਕਿ ਔਰਤਾਂ ਇਕੱਠੀਆਂ ਹੋਣ ਹੀ ਨਹੀਂ ਦਿੱਤੀਆਂ ਕਦੇ ਥਰੂ ਰਿਲੇਸ਼ਨਸ਼ਿਪਸ। ਮਤਲਬ ਐਵਰੀ ਵੂਮਨ ਇਜ਼ ਕਨੈਕਟਿਡ ਟੂ ਅਨਦਰ ਵੂਮਨ ਵਾਇਆ ਅ ਮੈਨ। This is true for all the oppressed classes actually. But then she gives example of ਜਿਹੜਾ African Americans ਦੀ movement ਰਹੀ ਹੈ, how the Africans who came to America as slaves, ਉਹਨਾਂ ਨੇ ਕਿਵੇਂ ਇਕੱਠੇ ਹੋ ਕੇ ਫਿਰ ਕੁਛ ਇਮਾਂਸੀਪੇਸ਼ਨ ਦੀਆਂ ਲੜਾਈਆਂ ਲੜੀਆਂ, ਉਹ ਕਿੰਨੀਆਂ ਸਕਸੈਸਫੁਲ ਹੋਈਆਂ। ਇਹ ਨਹੀਂ, ਪਰ ਇੱਕ ਇੱਦਾਂ ਦੀ ਕੋਈ ਮੂਵਮੈਂਟ ਉਹ ਕਹਿੰਦੀ ਕਿ ਮੈਨੂੰ ਦਿਖਾਓ ਜਿਹਦੇ ਵਿੱਚ ਔਰਤਾਂ ਸਾਰੀਆਂ ਇਕੱਠੀਆਂ ਹੋ ਕੇ ਉਹ ਕਹਿੰਦੀ ਕਿ ਯਾਰ ਬਾਕੀ ਗੱਲਾਂ ਛੱਡੋ, ਸਾਨੂੰ ਆ ਚਾਹੀਦਾ। ਵੀ ਇਹ ਪੋਸੀਬਲ ਹੋਣਾ ਹੋਰ ਔਖਾ ਹੋ ਚੁੱਕਿਆ, ਬਿਕੋਜ਼ ਦੇਰ ਇਜ਼ ਆਲਵੇਜ਼ ਅ ਮੈਨ ਪ੍ਰੈਜ਼ੈਂਟ, ਤੇ ਉਹਦੀ ਗੇਜ਼ ਤਾਂ ਮੈਨ ਹੋਵੇ ਨਾ ਹੋਵੇ ਗੇਜ਼ ਹੁੰਦੀ ਹੈ, ਦ ਮੇਲ ਗੇਜ਼। What is the solution? What is the solution is discourse. ਤੁਸੀਂ ਤੇ ਮੈਂ ਬੈਠੀ ਗੱਲ ਕਰ ਰਹੇ, ਆਪਾਂ ਕਰੀਏ, ਪਰ ਕੀ ਤੁਸੀਂ ਸੁਣ ਰਹੇ ਹੋ? ਹੈ ਨਾ, ਵੀ ਦਿਸ ਇਜ਼ ਹਾਊ ਇਟ ਇਜ਼। ਕਿਉਂਕਿ ਬਹੁਤ ਸਾਰੀਆਂ ਕਨਵਰਸੇਸ਼ਨਸ ਹੁਣ ਆਪਣੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਹਦੇ ਵਿੱਚ ਬੰਦਾ ਸੁਣ ਨਹੀਂ ਰਿਹਾ ਹੁੰਦਾ, ਬੰਦਾ ਜਵਾਬ ਤਿਆਰ ਕਰ ਰਿਹਾ ਹੁੰਦਾ ਆਪਦਾ, ਕਿ ਇਹਨੂੰ ਮੈਂ ਕਿਵੇਂ ਦੱਸਾਂ ਕਿ ਇਹ ਗਲਤ ਹੈ,
ਇਹ ਕਨਵਰਸੇਸ਼ਨ ਦੀ ਨੇਚਰ ਦਾ ਪਾਰਟ ਬਣ ਚੁੱਕਿਆ ਕਿਉਂਕਿ ਵੀ ਆਰ ਸੋ ਕੁਇਕ। ਇੱਕ ਹੋ ਬਹੁਤ ਕੁਛ ਰਿਹਾ ਐਕਸੈਪਟ ਕਰਨਾ ਕਿਸੇ ਚੀਜ਼ ਨੂੰ ਬੜਾ ਕਈ ਵਾਰ ਮੁਸ਼ਕਿਲ ਬਣ ਜਾਂਦਾ ਹੈ। ਮਤਲਬ ਕਾਊਂਟਰ ਆਰਗੂਮੈਂਟ ਤਿਆਰ ਕਰਨਾ ਉਹ ਇੱਕ ਐਕਸਰਸਾਈਜ਼ ਬਣ ਗਈ ਹੈ ਸਾਡੀ। ਅਸਲ 'ਚ ਇਹੀ ਹੈ ਨਾ ਵੀ ਆਪਾਂ ਕੁਇਕਲੀ ਕਰਨੀ, ਜਿਵੇਂ WhatsApp 'ਤੇ ਆਪਾਂ ਕਨਵਰਸੇਸ਼ਨ ਕਰਦੇ ਹਾਂ ਤਾਂ ਆਪਾਂ ਸੋਚਦੇ ਥੋੜ੍ਹੀ ਆ ਵੀ ਅਗਲਾ ਬੰਦਾ ਕੀ ਕਹਿ ਰਿਹਾ, ਆਪਾਂ ਆਪਣਾ ਆਨਸਰ ਟਾਈਪ ਕਰ ਰਹੇ ਹਾਂ। ਵੀ ਯੂਜੂਅਲੀ ਟਾਈਪਿੰਗ ਔਨ ਦੀ ਅਦਰ ਪਰਸਨ ਇਜ਼ ਟਾਈਪਿੰਗ, ਕਿ ਮੈਂ ਜਵਾਬ ਦੇ ਦਾਂ ਪਹਿਲਾਂ, ਹੈ ਨਾ। ਇਹ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਜਦੋਂ ਕਨਸੈਪਸ਼ਨ ਆਫ ਰਿਐਲਿਟੀ ਬਦਲ ਗਈ ਤਾਂ ਉਹਨੂੰ ਡੀਲ ਕਰਨ ਲਈ ਜਿਹੜੀਆਂ ਚੀਜ਼ਾਂ, ਜਿਹੜੇ ਇੰਸਟਰੂਮੈਂਟਸ, ਜਿਹੜੇ ਟੂਲਸ ਚਾਹੀਦੇ ਉਹ ਸੇਮ ਨਹੀਂ ਰਹਿ ਸਕਦੇ। ਉਹ ਹੁਣ ਬਦਲਣੇ ਪੈਣਗੇ। ਬਿਲਕੁਲ, that's what I think. ਓਕੇ, ਸੇਮ ਕਨਸੈਪਸ਼ਨਸ ਸਾਡੀ ਸੋਸਾਇਟੀ ਦੇ ਵਿੱਚ, ਮਤਲਬ ਸੇਮ ਇਨ ਟਰਮਸ ਆਫ ਅਪਰੈਸਿੰਗ ਸਾਡੇ ਲਈ LGBTQ ਕਮਿਊਨਿਟੀ ਜਿਹੜੀ ਹੈ ਉਹਦੇ ਲਈ ਹੈਗੀ। ਮਤਲਬ ਨੋਟ ਇਵਨ ਪੰਜਾਬੀ society, Indian society, or even South Asian and even Western societies is not ready to accept the normality basically, or normalize it. basically ਮੈਂ ਕੀ ਸੋਚਦਾ ਹੁੰਦਾ ਇਹਦੇ ਬਾਰੇ, ਮਤਲਬ ਥੋੜਾ ਜਿਹਾ ਮੈਂ ਆਪਣੀ ਗੱਲ ਦੱਸਦਾ। ਉਹ ਇਹ ਹੈ ਕਿ ਮੈਂ ਇਹ ਸੋਚਦਾ ਹੁੰਦਾ ਕਿ why are you separating them, why are you putting them in another category, why they are not, ਜਿਹੜੇ ਉਹਨਾਂ ਨੂੰ ਅਸੀਂ ਨਾਰਮਲ ਕਿਉਂ ਨਹੀਂ ਮੰਨ ਸਕਦੇ। ਕੈਟੇਗਰਾਈਜ਼ੇਸ਼ਨ ਦਾ ਫਸਟ ਸਟੈਪ ਹੁੰਦੀ, ਉਸ ਤੋਂ ਬਾਅਦ ਉਹ ਕੈਟੇਗਰੀ ਟੁੱਟਣੀ ਹੁੰਦੀ ਹੈ। ਫਸਟ ਯੂ ਗੈਟ ਕਮ ਟੂਗੈਦਰ, ਫਾਈਟ ਫॉर ਇਟ, ਫਿਰ ਤੁਸੀਂ ਉਹ ਨਾਰਮਲਾਈਜ਼ ਹੋ ਜਾਂਦੀ ਹੈ, ਫਿਰ ਉਹ ਕੈਟੇਗਰੀ ਨਾ ਵੀ ਰਵੇ ਤਾਂ ਚੱਲ ਸਕਦਾ। ਰਹੇ ਤੱਕ ਤਾਂ ਆਪਣੇ ਕੋਲੋਂ ਮੇਲ ਫੀਮੇਲ ਵਾਲਾ ਨਹੀਂ ਹੋ ਰਿਹਾ, ਮੈਨ ਵੂਮਨ ਵਾਲਾ ਨਹੀਂ ਹੋ ਰਿਹਾ, ਅਤੇ ਇਸ ਕਰਕੇ ਉਹ ਰਹੂਗੀ ਹਜੇ ਉਹ ਇੱਕ ਅਲੱਗ ਲੈਵਲ। ਉਹ ਫਿਰ ਦਲਿਤ ਜਿਹੜੀ ਸਾਰੀ ਫਾਈਟ ਹੈ, ਠੀਕ ਹੈ, ਐਂਟੀ ਕਾਸਟ ਫਾਈਟ ਹੈ, ਉਹਦੇ 'ਚ ਵੀ ਤਾਂ ਕੀ ਕਹਿੰਦੇ ਕਿ ਵੈਨ ਯੂ ਟਾਕ ਅਬਾਊਟ ਦਲਿਤਸ ਯੂ ਆਰ ਪੁਟਿੰਗ ਦੈਮ ਇਨ ਅਨਦਰ ਬਾਕਸ। ਜਦਕਿ ਇਹ ਗੱਲ ਮਤਲਬ ਪ੍ਰੈਕਸਿਸ ਤੋਂ ਸੋਚੀਏ ਤਾਂ ਜ਼ਰੂਰੀ ਸੀ ਨਾ ਉਹਨਾਂ ਦਾ ਇਕੱਠਾ ਹੋਣਾ। ਤਾਂ ਉਹ ਇੱਕ ਵਾਰੀ ਤਾਂ ਹੋ ਗਈ ਨੋਰਮਲਾਈਜੇਸ਼ਨ ਦਾ ਪੋਸੀਬਲ। ਉਹੀ ਗੱਲ ਹੈ ਨਾ ਵੀ ਰਿਐਲਿਟੀ ਬਦਲ ਗਈ, ਜਿਹੜੀ ਉਹਦੇ ਵਿੱਚ ਆ ਗਈਆਂ ਬਹੁਤ ਸਾਰੀਆਂ ਆਪਣੇ ਕੋਗਨੀਸ਼ਨ 'ਚ ਗੱਲਾਂ ਸਮਝ ਆ ਗਈਆਂ ਕਿ ਸੈਕਸ਼ੁਅਲਿਟੀ ਇੱਕ ਟਾਈਪ ਦੀ ਨਹੀਂ ਹੁੰਦੀ, ਜੈਂਡਰ ਦੋ ਟਾਈਪ ਦਾ ਨਹੀਂ ਹੁੰਦਾ। ਸਾਨੂੰ ਮਤਲਬ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਆਪਣੀ ਪੰਜਾਬੀ ਯੂਨੀਵਰਸਿਟੀ 'ਚ ਹਜੇ ਵੀ ਆਪਣੇ ਕੋਲ ਵਰਡ ਟਰਾਂਸਜੈਂਡਰ ਬਹੁਤ ਘੱਟ ਹੈ। ਹਜੇ ਵੀ ਆਪਾਂ ਥਰਡ ਜੈਂਡਰ ਕਰਦੇ ਆਪਾਂ ਆਪ ਨਹੀਂ ਪੜ੍ਹੀ ਜਾਂਦੇ। ਇਹ ਹੁਣ ਟਰਾਂਸਜੈਂਡਰ ਮਾਰਕਸਿਜ਼ਮ ਦੀ ਗੱਲ ਚੱਲ ਰਹੀ ਹੈ ਵੈਸਟ ਦੇ ਵਿੱਚ। ਆਈ ਡੋਂਟ ਸੇ ਦੇ ਆਰ ਪਰਫੈਕਟ, ਬਹੁਤ ਪ੍ਰੋਬਲਮਸ ਹੈ। ਮਤਲਬ ਉਹ ਤਾਂ ਆਪਾਂ ਇਟਸ ਅ ਕਨਵਰਸੇਸ਼ਨ ਫॉर ਅਨਦਰ ਟਾਈਮ। ਪਰ ਇਸ ਵੇਲੇ ਗਲੋਬਲ ਜਿਹੜਾ ਉਹਦੇ ਤੁਸੀਂ ਦੇਖੋਗੇ ਪਲੇਟਫਾਰਮ ਦੇਖੋਗੇ, ਉਹਦੇ 'ਤੇ ਬਹੁਤ ਗੱਲ ਹੋ ਰਹੀ ਹੈ। ਆਪਾਂ ਵਾਟ ਇਜ਼ ਸਟੋਪਿੰਗ ਅਸ? ਮੇਰਾ ਤਾਂ ਤੁਹਾਨੂੰ ਸਵਾਲ ਹੈ ਕਿ ਆਪਾਂ ਨੂੰ ਕੀ ਰੋਕ ਰਿਹਾ ਹੈ? ਆਪਣੇ ਤੱਕ ਕਿਉਂ ਨਹੀਂ ਹੈਗਾ ਇਹ ਲਿਟਰੇਚਰ ਪਹੁੰਚਿਆ ਹਜੇ ਤੱਕ? ਕਿ ਆਪਾਂ ਟਰਾਂਸਲੇਸ਼ਨ 'ਚ ਕਦੇ ਕਿਉਂ ਨਹੀਂ ਸੋਚਿਆ ਕਿ ਇਹਦੇ 'ਚ ਮੈਂ ਆਪ ਓਨੀ ਵੀ ਜ਼ਿੰਮੇਦਾਰ ਹੈਗੀ ਹਾਂ ਕਿ ਵਾਈ ਆਰ ਵੀ ਨੋਟ ਟਾਕਿੰਗ ਅਬਾਊਟ ਦੀ ਸਟੋਰੀਜ਼। ਵੈਸੇ ਤੁਸੀਂ ਹੁਣੇ ਕਿਸੇ ਨੂੰ ਇੰਟਰਵਿਊ ਕੀਤਾ ਕਿ ਮੋਹਨ ਸਿੰਘ ਔਲਖ, ਉਹਨਾਂ ਨੇ ਬਣਾਈ ਹੈ ਹੈ ਨਾ ਡਾਕੂਮੈਂਟਰੀ ਪਿੱਛੇ ਜੇ, ਉਹਦੀ ਵੀ ਗੇਜ਼ ਖਾਸੀ ਮੇਲ ਗੇਜ਼ ਹੈ। ਆਈ ਡੋਂਟ ਨੋ ਇਫ ਆਈ ਸ਼ੁਡ ਬੀ ਸੇਇੰਗ ਦੈਟ, ਪਰ ਯੂ ਆਰ ਫ੍ਰੀ ਟੂ ਸੇ ਐਨੀਥਿੰਗ। ਹਾਂ, ਮਤਲਬ ਮੈਂ ਉਹ ਜਦੋਂ ਦੇਖੀ ਤਾਂ ਮੈਨੂੰ ਲੱਗਿਆ ਕਿ ਉਹਦੇ ਵਿੱਚ ਲੈਕ ਆਫ ਇਨਫੋਰਮੇਸ਼ਨ ਇੰਨੀ ਹੈ। ਤੇ ਆਈ ਅੰਡਰਸਟੈਂਡ ਕਿ ਜਿਹੜਾ ਉਹ ਵਾਲਾ ਹੁੰਦਾ ਕਿ ਇਹ ਸਾਡੀ ਰਿਸਪੋਂਸਿਬਿਲਿਟੀ ਨਹੀਂ ਹੈ। ਮਤਲਬ ਆਈ ਡੂ ਬਿਲੋਂਗ ਟੂ ਦ ਕਮਿਊਨਿਟੀ ਇਨ ਦ ਸੈਂਸ ਕਿ ਮੈਨੂੰ ਕਦੇ ਵੀ ਆਪਦੀ ਸੈਕਸ਼ੁਅਲਿਟੀ ਬਹੁਤ ਫਿਕਸਡ ਨਹੀਂ ਲੱਗੀ ਹੈਗੀ, ਚਾਹੇ ਜੋ ਵੀ ਹੈ। ਮਤਲਬ ਵਟ ਐਵਰ ਲਾਈਫ ਆਈ ਹੈਵ ਲਿਵਡ ਮਾਈਟ ਲੁੱਕ ਲਾਈਕ ਅ ਨੋਰਮਲ ਵੂਮਨ, ਪਰ ਮੈਂ ਆਪਦੇ ਆਪ ਨੂੰ ਸਵਾਲ ਕਰਦੀ ਹਾਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਇਸ ਤਰੀਕੇ ਨਾਲ ਮੈਂ ਬਿਲੋਂਗ ਕਰਦੀ ਹਾਂ। ਪਰ ਐਟ ਦ ਸੇਮ ਟਾਈਮ ਇਹ ਮੇਰਾ ਹੀ ਕਿਤੇ ਨਾ ਕਿਤੇ ਮੇਰੀ ਵੀ ਉਹ ਹੈ ਨਾ ਕਿ ਮੈਨੂੰ ਪਤਾ ਆਈ ਕੈਨ ਟਾਕ ਅਬਾਊਟ ਇਟ। ਮੈਂ ਕਲਾਸ 'ਚ ਬਹੁਤ ਗੱਲ ਕਰ ਦਿੰਦੀ ਸੀ ਟਿਲ ਦ ਟਾਈਮ ਆਈ ਵਾਜ਼ ਟੀਚਿੰਗ। ਅਤੇ ਇਹ ਜਿਹੜੀ ਉਹ ਆਪਾਂ ਕਰ ਲੈਂਦੇ ਹੁੰਦੇ ਹਾਂ ਕਿ ਦਿਸ ਇਜ਼ ਨੋਟ ਮਾਈ ਰਿਸਪੋਂਸੀਬਿਲਿਟੀ, ਮੈਂ ਤਾਂ ਆਪ ਸਫਰ ਕਰ ਰਿਹਾ, ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈ ਪੜ੍ਹਨ ਦੀ, ਇਹ ਤੋੜਦੀ ਹੈ ਲੋਕਾਂ ਨੂੰ ਆਪਸ ਵਿੱਚ। ਇਹ ਤਾਂ ਆਪਾਂ ਨੂੰ ਕਰਦੀ ਰਹਿਣਾ ਚਾਹੀਦਾ। ਇਟਸ ਲਾਈਕ ਤੁਹਾਨੂੰ ਮਾਰਕਸਿਜ਼ਮ ਸਮਝ ਆ ਜਾਏ, ਤੁਹਾਡਾ ਪ੍ਰੈਕਸਿਸ ਮਾਰਕਸਿਸਟ ਹੋ ਜਾਏ, ਤੁਸੀਂ ਕਹੋ ਮੈਂ ਤਾਂ ਪ੍ਰੈਕਸਿਸ ਦੇ ਸਿੱਖਣ 'ਚ ਬਹੁਤ ਟਾਈਮ ਲੱਗ ਗਿਆ, ਹੁਣ ਮੈਂ ਤੁਹਾਨੂੰ ਪੜ੍ਹਾ ਨਹੀਂ ਸਕਦਾ, ਸੌਰੀ ਇਹ ਤੁਹਾਡਾ ਕੰਮ ਹੈ, ਤੁਸੀਂ ਪੜ੍ਹੋ। ਹੁਣ ਮੈਂ 10 ਕੈਪੀਟਲ ਕਿਵੇਂ ਪੜ੍ਹ ਲਾਂ? ਮੈਨੂੰ ਨਹੀਂ ਆਉਂਦੀ ਪੜ੍ਹਨੀ, ਠੀਕ ਹੈ। ਅਤੇ ਮੇਰੀ ਰਿਐਲਿਟੀ ਦੇ ਵਿੱਚ ਕੈਪੀਟਲਿਜ਼ਮ ਸੇਜ਼ ਕਿ ਅਸੀਂ ਤੁਹਾਨੂੰ ਬਹੁਤ ਚੋਇਸ ਦਿੰਦੇ ਹਾਂ। ਮੈਨੂੰ ਤਾਂ ਇਹ ਗੱਲ ਸੌਖੀ ਲੱਗਦੀ ਹੈ ਸਮਝਣੀ।
ਤੁਸੀਂ ਜੇ ਮੈਨੂੰ ਉਹਦਾ ਕਾਊਂਟਰ ਆਰਗੂਮੈਂਟ ਦਊਂਗੇ ਹੀ ਨਹੀਂ ਚੰਗੀ ਤਰੀਕੇ ਨਾਲ ਤੇ ਮੇਰੀ ਕਿਵੇਂ ਸਮਝ ਬਦਲਣੀ ਹੈ? ਤੇ ਤੁਸੀਂ ਮੈਨੂੰ ਦੱਸਦੇ ਨਹੀਂ ਵੀ ਯਾਰ ਜਿਹੜੀ ਤੁਹਾਨੂੰ ਚੋਇਸ ਦਿਖੀ ਜਾਂਦੀ ਹੈ ਫਰੀडम ਫॉर ਹੋਮ ਨਾ, ਹਾਂ ਇਸ ਫਰੀडम ਫਰੀडम ਫॉर ਹੋਮ, ਇਨੋਵੇਸ਼ਨ ਫॉर ਹੋਮ, ਵੀ ਜਿਹਨੂੰ ਤੁਸੀਂ ਇਨੋਵੇਸ਼ਨ ਕਹਿੰਦੇ ਸਾਇੰਸ ਟੈਕਨੋਲੋਜੀ AI ਚੈਟ GPT ਫॉर ਹੋਮ। ਫॉर ਹੋਮ ਅਸੀਂ ਤਾਂ ਇਹ ਕਹਿ ਦੇਣਾ ਕਿ ਨਹੀਂ ਅਸੀਂ ਨਹੀਂ ਯੂਜ਼ ਕਰਦੀ ਚੈਟ GPT। ਹਾਂ ਦੈਟਸ ਬੇਸਿਕਲੀ ਜਿਹੜੇ ਲੇਟੈਸਟ ਟੂਲਸ ਨੇ ਲੋਕਾਂ ਲਈ ਲੜਨ ਵਾਲੀਆਂ ਧਿਰਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਯੂਜ਼ ਕਰਨ 'ਚ ਬਹੁਤ ਪਿੱਛੇ ਰਹਿ ਗਈਆਂ। ਯੂ ਰਾਈਟ। ਤੇ ਜਿਹੜੇ ਉਹਨਾਂ 'ਚ ਕੁਛ ਯੂਜ਼ ਕਰ ਲੈਂਦੇ ਆ ਉਹਨਾਂ ਨੂੰ ਮਤਲਬ ਜ਼ਿਆਦਾ ਮਾਡਰਨਾਈਜ਼ ਕਿਹਾ ਜਾਂਦਾ। ਸੋ ਹੈਗੀਆਂ ਇਹ ਚੀਜ਼ਾਂ, ਇਹ ਪੋਡਕਾਸਟ ਸੈਟਅਪ ਤੇ ਉਹ ਸਾਰਾ ਕੁਛ ਵੀ ਉਹੋ ਜਿਹਾ ਹੀ ਹੈਗਾ ਵੀ ਕੀ ਕਰੀ ਜਾਂਦੇ। ਫਿਰ ਆਪਾਂ ਕੀ ਕਰਨਾ ਨਾ ਉਹਨਾਂ ਟੂਲਸ ਨਾਲ? ਸਹਿਜ ਇੱਕ ਚੀਜ਼ ਨੂੰ ਮੈਂ ਤੁਹਾਡੇ ਨੂੰ ਬਹੁਤ ਸਮੇਂ ਤੋਂ ਜਾਣਦਾ, ਤੁਸੀਂ ਲਿਖਦੇ ਹੋ ਅਕੈਡਮਿਕ ਰਾਈਟਿੰਗਸ। ਮੈਂ ਤੁਹਾਨੂੰ ਮਤਲਬ MA ਲੈਵਲ 'ਤੇ ਵੀ ਦੇਖਿਆ ਕਿ ਤੁਸੀਂ ਨੈਸ਼ਨਲ ਕਾਨਫਰੰਸਿਸ ਦੇ ਵਿੱਚ ਪੇਪਰ ਪੜ੍ਹੇ ਆ ਤੇ ਆਪਦੇ ਆਰਟੀਕਲਸ ਉੱਥੇ ਪ੍ਰੈਜ਼ੈਂਟ ਕਰਦੇ ਰਹੇ ਹੁਣ ਤੱਕ, ਕਿਉਂਕਿ ਰਿਸਰਚ ਦਾ ਪਾਰਟ ਹੁੰਦੇ ਆ। ਇਹ ਕਾਨਫਰੰਸਿਸ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ? ਮਤਲਬ ਕਾਨਫਰੰਸਿਸ, ਵਰਕਸ਼ਾਪਸ ਜਿੱਥੇ ਆਪਣੀ ਰਿਸਰਚ ਪ੍ਰੈਜ਼ੈਂਟ ਕਰਨ ਦਾ ਤੁਹਾਨੂੰ ਮੌਕਾ ਮਿਲਦਾ, ਕੀ ਉਹ ਵਾਕਿਆ ਦੇ ਵਿੱਚ ਉਹ ਮਤਲਬ ਹੁੰਦੀਆਂ ਕਿ ਰਿਸਰਚ ਨੂੰ ਤੁਸੀਂ ਉਹਨੂੰ ਐਨਹਾਂਸ ਕਰਦੀਆਂ ਜਾਂ ਮਤਲਬ ਉਹ ਇੱਕ ਐਕਸਰਸਾਈਜ਼ ਹੁੰਦੀ ਹੈ ਜਿਹੜੀ? ਇਹਦੇ ਨਾਲ ਬਹੁਤ ਸਾਰੇ ਲੇਅਰਸ ਨੇ, ਕਿਉਂਕਿ ਐਕਸਪੀਰੀਐਂਸ਼ਲੀ ਤਾਂ ਮੈਨੂੰ ਲੱਗਦਾ ਕਿ ਠੀਕ ਹੈ ਮਤਲਬ ਤੁਹਾਨੂੰ ਮੌਕਾ ਮਿਲਣਾ ਹੈ ਘਰੋਂ ਨਿਕਲਣ ਦਾ ਤੇ ਤੁਸੀਂ ਇੱਕ ਥਾਂ 'ਤੇ ਜਾ ਕੇ ਦੇਖਣਾ ਹੈ ਕਿ ਇੱਥੇ ਕੀ ਮਾਹੌਲ ਹੈ, ਇੱਥੇ ਕਿਸ ਮਾਹੌਲ ਦੇ ਵਿੱਚ ਪੜ੍ਹਾਈ ਕੀਤੀ ਜਾ ਰਹੀ ਹੈ, ਇੱਥੇ ਕਿਸ ਤਰ੍ਹਾਂ ਦੀਆਂ ਲਾਇਬ੍ਰੇਰੀਜ਼ ਨੇ, ਇੱਥੇ ਜਦੋਂ ਤੁਸੀਂ ਇੱਕ ਕਾਨਫਰੰਸ ਵਿੱਚ ਐਂਟਰ ਕਰਦੇ ਹੋ ਤੁਹਾਨੂੰ ਕਿਵੇਂ ਰਿਸੀਵ ਕੀਤਾ ਜਾਣਾ, ਕੀ ਨੋਟ ਐਡਰੈਸ ਕੀ ਹੈ ਇਹ ਉਹ। ਪਰ ਨਾ ਉਹਦੇ ਵਿੱਚ ਇੱਕ ਜਿਹੜੀ ਇੱਕ ਪ੍ਰੋਬਲਮ ਹੈਗੀ ਉਹ ਹੈਗੀ ਹੈ ਦ ਡਿਊਰੇਸ਼ਨ ਫॉर ਵਿਚ ਯੂ ਆਰ ਪ੍ਰੈਜ਼ੈਂਟਿੰਗ ਯੋਰ ਰਿਸਰਚ। ਉੱਥੇ 120 ਜਾਣੇ ਆਏ ਫਿਰ 2 ਦਿਨ ਨੇ, ਤੁਸੀਂ ਮੈਨੂੰ ਆਪੇ ਸੋਚ ਕੇ ਦੱਸੋ ਵੀ ਕਿਹੜੀ ਰਿਸਰਚ ਦੇ ਉੱਤੇ ਸੋ ਕਾਲਡ ਡਿਸਕਸ਼ਨ ਪੋਸੀਬਲ ਹੈ 120 ਜਾਣਿਆਂ ਦੀ ਓਵਰ ਦੀ ਸਪੈਨ ਆਫ 2 days। ਤੁਸੀਂ ਭਾਵੇਂ 24 ਘੰਟੇ ਬੈਠੇ ਰਹੋ, ਕੀ ਤੁਸੀਂ ਉਹਦੇ ਵਿੱਚੋਂ ਕੁਛ ਇਹੋ ਜਿਹਾ ਕੱਢ, ਕਿਉਂਕਿ ਮੈਥਡੋਲੋਜੀ ਖਾਸੀ ਇੰਪੋਰਟੈਂਟ ਹੁੰਦੀ ਹੈ। ਤੁਸੀਂ ਕਿਸੇ ਸਿੱਟੇ 'ਤੇ ਕਿਵੇਂ ਪਹੁੰਚੇ, ਸਿੱਟੇ ਤਾਂ ਮੈਂ ਤੁਹਾਨੂੰ ਅੱਜ ਆਪਣੇ ਸਾਰੇ ਦੱਸ ਜਾਂਦੀ ਹਾਂ ਵੀ ਮੈਂ ਆਹ 4 ਗੱਲਾਂ ਕੀਤੀ, ਇੱਕ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਤੇ ਵਾਟ ਦੈਨ, ਮਤਲਬ ਉਸ ਤੋਂ ਅੱਗੇ ਕੀ? ਇਹ ਕਨਵਰਸੇਸ਼ਨ ਅੱਗੇ ਵਧਣੀ ਚਾਹੀਦੀ ਹੈ ਨਾ। ਮਤਲਬ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਮੈਨੂੰ ਜੋ ਗੱਲ ਦੱਸੋ ਉਹਦੇ ਨਾਲ ਮੇਰੀ ਰਿਸਰਚ ਐਨਰਿਚ ਹੋਵੇ, ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਜੇ ਹੁਣ ਆਪਾਂ ਇੱਕ ਦੂਜੇ ਨੂੰ ਬਸ ਆਪਣੇ ਇੱਕ ਦੂਜੇ ਦੇ ਆਊਟਕਮਸ ਦੱਸ ਦਈਏ ਇਹਦੇ ਨਾਲ ਕੀ ਹੋਊਗਾ? ਇਜ਼ ਐਬਸੋਲੂਟਲੀ ਨਥਿੰਗ ਐਕਸੈਪਟ ਕਿ ਮੈਨੂੰ ਪਤਾ ਹੈ ਕਿ ਦੇਰ ਇਜ਼ ਅ ਵਰਿੰਦਰ ਖੁਰਾਣਾ, ਉਹ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਦੇ ਨੇ ਅਤੇ ਪੜ੍ਹਾਉਂਦੇ ਨੇ ਅਤੇ ਉਹ ਇਸ ਚੀਜ਼ 'ਤੇ ਰਿਸਰਚ ਕਰਦੇ ਨੇ। ਹੋ ਸਕਦਾ ਮੇਰੀ ਤੁਹਾਡੇ ਨਾਲ ਬਾਅਦ ਵਿੱਚੋਂ ਇੱਕ ਪਰਸਨਲ ਕਨਵਰਸੇਸ਼ਨ ਹੈ, ਪਰਸਨਲ ਰਿਲੇਸ਼ਨਸ਼ਿਪ 'ਚ ਆਪਾਂ ਇੱਕ ਦੂਜੇ ਤੋਂ ਸਿੱਖ ਲਈਏ, ਪਰ ਕੀ ਇਹ ਪ੍ਰੋਫੈਸ਼ਨਲ ਸਪੇਸ ਸੀ ਜਿਹੜੀ ਜਿੱਥੇ ਓਪਰਚੁਨਿਟੀ ਸੀਗੀ, ਕਿ ਇਹਨਾਂ ਨੇ ਸਿਰਫ ਮੀਟ ਐਂਡ ਗ੍ਰੀਟ ਕਰਾਉਣਾ ਕਿ ਸੋ ਦੈਟ ਇਨ ਦ ਫਿਊਚਰ ਤੁਸੀਂ ਆਪੇ ਕਰ ਲਿਓ। ਇਹ ਦਿਸ ਇਜ਼ ਵਨ ਆਫ ਦ ਥਿੰਗਸ ਜੋ ਇਹਨਾਂ ਨੇ ਕਰਨਾ ਹੁੰਦਾ, ਥੋੜ੍ਹੇ ਰਿਲੇਸ਼ਨਸ਼ਿਪਸ ਬਣਾਉਣੇ ਹੁੰਦੇ, ਬਟ ਦੇਰ ਇਜ਼ ਆਲਸੋ ਦੈਟ ਸਪੇਸ। ਉਹ ਇੰਨੀ ਜ਼ਿਆਦਾ ਆਪਾਂ ਕੀ ਕਹਿੰਦੇ ਉਹਨਾਂ ਨੂੰ ਪੋਟੈਂਟ ਸਪੇਸ ਹੁੰਦੀ ਹੈ ਨਾ ਕਨਵਰਸੇਸ਼ਨਸ ਲਈ, ਪਰ ਕਨਵਰਸੇਸ਼ਨਸ ਲਈ ਟਾਈਮ ਕਿੱਥੇ ਹੁੰਦਾ? ਪੋਟੈਂਟ ਤਾਂ ਹੋਊਗੀ ਨਾ। ਮਤਲਬ ਹੁਣ 15 यूनिवर्सिटीज़ ਤੋਂ ਲੋਕ ਆਏ, ਜਾਦਵਪੁਰ यूनिवर्सिटी ਤੋਂ ਕੋਈ ਆਇਆ ਹੈ, ਅਲੀਗੜ੍ਹ ਮੁਸਲਿਮ यूनिवर्सिटी ਤੋਂ ਕੋਈ ਆਇਆ, JNU ਤੋਂ ਕੋਈ ਆਇਆ, DU ਤੋਂ ਕੋਈ ਆਇਆ, ਅੰਬੇਡਕਰ ਤੋਂ ਕੋਈ ਆਇਆ, ਪੰਜਾਬ यूनिवर्सिटी ਤੋਂ, ਪੰਜਾਬ यूनिवर्सिटी ਤੋਂ ਹੈ, ਐਂਥਰੋਪੋਲੋਜੀ ਹੈ, ਹਿਸਟਰੀ ਹੈ। ਹੁਣੇ ਪਿੱਛੇ ਜਿਹੀ ਅਸੀਂ ਇੱਕ ਵਰਕਸ਼ਾਪ ਲਾ ਕੇ ਆਏ ਹਾਂ, ਉੱਥੇ ਬਹੁਤ ਲੋਕ ਸੀਗੇ ਸੂਫੀਜ਼ਮ ਤੇ ਵਰਨੈਕੂਲਰ ਕਾਸਮੋਪੋਲੀਟਨਿਜ਼ਮ ਪੈਰਾਡਾਈਮ। ਇਹ ਕੀ ਹੁੰਦਾ ਨਾ ਪੁੱਛੋ, ਕਿਉਂਕਿ ਮੈਂ ਬਹੁਤ ਕੋਸ਼ਿਸ਼ ਕੀਤੀ ਸਮਝਣ ਦੀ, ਅਤੇ ਤੁਹਾਡੀਆਂ ਆਪਦੀਆਂ ਵੀ ਮੇਰੇ ਖਿਆਲ 'ਚ ਹੋ ਗਈਆਂ ਨੇ ਸ਼ਾਰਟ ਕਮਿੰਗਸ, ਪਰ ਕਿਉਂਕਿ ਉੱਥੇ ਬਹੁਤ ਇੰਟਰਸਟਿੰਗ ਸੈਸ਼ਨ ਸੀਗੇ, ਪਰ ਆਈ ਥਿੰਕ ਉਹਦੇ ਵਿੱਚ ਕੁਛ ਗੈਪਸ ਹੈਗੇ ਸੀ ਜਿਹੜੇ ਇੱਕ ਚੰਗੇ ਉੱਥੇ ਦੇ ਪ੍ਰੋਫੈਸਰ ਨੇ ਫਿਲ ਕਰਨੇ ਸੀ, ਉਹਨਾਂ ਨੇ ਨਹੀਂ ਕੀਤੇ ਹੈਗੇ ਕਿਉਂਕਿ ਉਹਨਾਂ ਨੂੰ ਜ਼ਰੂਰੀ ਨਹੀਂ ਲੱਗਿਆ, ਕਿਉਂਕਿ ਉਹ ਉਹਨਾਂ ਦੇ ਕਿਸੇ ਪ੍ਰੋਜੈਕਟ ਦਾ ਪਾਰਟ ਸੀਗਾ। ਲਾਈਕ ਵੀ ਸਪੈਂਟ 20,000 ਉੱਥੇ ਜਾ ਕੇ ਸੋ ਦੈਟ ਕਿਸੇ ਦਾ ਪ੍ਰੋਜੈਕਟ ਫੁਲਫਿਲ ਹੋ ਜਾਏ। ਸੋ ਕਈ ਵਾਰੀ ਤੁਸੀਂ ਉਹ ਵੀ ਹੁੰਦੇ ਹੋ, ਤੁਹਾਡੇ ਪੇਪਰ ਉਹ ਵੀ ਹੁੰਦੇ, ਠੀਕ ਹੈ। ਤੁਸੀਂ ਆਪਸ 'ਚ ਕੀ ਲਰਨ ਕਰਦੇ ਹੋ? ਪ੍ਰੋਬੇਬਲੀ ਔਨ ਦ ਲਿਸਟ ਆਫ ਦੇਅਰ
ਉਹ ਵੀ ਨਹੀਂ ਹੁੰਦਾ ਕੀ ਕਹਿੰਦੇ ਕਿ ਅਸੀਂ ਕੀ ਆਬਜੈਕਟਿਵਸ ਦੀ ਲਿਸਟ 'ਤੇ ਨਹੀਂ ਹੁੰਦਾ। ਸੋ ਹੈਗੀਆਂ ਪ੍ਰੋਬਲਮਸ ਬਹੁਤ ਸਾਰੀਆਂ, ਪਰ ਵਾਟ ਐਵਰ ਯੂ ਕੈਨ ਟੇਕ ਆਊਟ ਆਫ ਇਟ ਉਹ ਆਪਾਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਹੁਣ ਜਾਂ ਤਾਂ ਇਹ ਕੀਤਾ ਜਾ ਸਕਦਾ ਕਿ ਆਪਣੇ ਲੈਵਲ 'ਤੇ ਜਿਵੇਂ ਮੈਨੂੰ ਲੱਗਦਾ ਕਿ ਰਵੀ ਖੋਜ ਸਕੂਲ ਡਜ਼ ਕਿ ਤੁਸੀਂ ਆਪਣੇ ਲੈਵਲ 'ਤੇ ਇੱਕ ਸਪੇਸ ਬਣਾਓ ਇੱਦਾਂ ਦੀ ਜਿਹੜੀ ਇਹ ਕਰੇ, ਪਰ ਇਨ ਜਨਰਲ ਜਿਹੜੀਆਂ ਨੈਸ਼ਨਲ ਕਾਨਫਰੰਸਿਸ ਇੰਟਰਨੈਸ਼ਨਲ ਕਾਨਫਰੰਸਿਸ ਹੁੰਦੀਆਂ ਉਹਨਾਂ ਵਿੱਚ ਮੈਨੂੰ ਇਸ ਤਰੀਕੇ ਦੀ ਫੀਲ ਹੁੰਦੀ ਹੈ ਕਿ ਪ੍ਰੋਬਲਮਸ ਹੈਗੀਆਂ, ਸ਼ਾਰਟ ਕਮਿੰਗਸ ਹੈਗੀਆਂ। ਸਹਿਜ, ਥਰੂ ਆਊਟ ਯੂਰ ਯੂਨੀਵਰਸਿਟੀ ਤੁਸੀਂ ਬਹੁਤ ਸਾਰੇ ਸਟਰਗਲਸ ਦਾ ਪਾਰਟ ਰਹੇ ਹੋ, ਬਟ ਐਟ ਦ ਸੇਮ ਟਾਈਮ ਯੂ ਆਰ ਨੈਵਰ ਅ ਪਾਰਟ ਆਫ ਐਨੀ ਆਰਗੇਨਾਈਜੇਸ਼ਨ, ਤੇ ਤੁਹਾਡਾ ਰੋਲ ਬਹੁਤ ਕ੍ਰਿਟੀਕਲ ਜਿਹਾ ਰਿਹਾ ਹੈ, ਮਤਲਬ ਜਿੰਨਾ ਕੁ ਮੈਂ ਜਾਣਦਾ ਮੇਰਾ ਪਰਸਪੈਕਟਿਵ ਹੋ ਸਕਦਾ, ਤੇ ਇੱਕ ਕ੍ਰਿਟਿਕ ਜਿਹੜਾ ਹੈ ਉਹ ਕਿਵੇਂ ਦਾ ਸੀ, ਤੇ ਨਾਲ ਦੀ ਨਾਲ ਸਟੂਡੈਂਟ ਆਰਗੇਨਾਈਜੇਸ਼ਨ ਦਾ ਇੱਕ ਪੋਜ਼ਿਟਿਵ ਨੈਗੇਟਿਵ ਜਿਹੜਾ ਹੁੰਦਾ ਹੈ ਇੰਪੈਕਟ ਇੱਕ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਬਣਾਉਣ ਵਾਸਤੇ, ਮਤਲਬ ਜਿੱਥੇ ਸਟੂਡੈਂਟ ਪੋਲਿਟਿਕਸ ਹੈ ਹੀ ਨਹੀਂ ਉਹ ਯੂਨੀਵਰਸਿਟੀ ਤੇ ਇੱਕ ਪੰਜਾਬੀ ਯੂਨੀਵਰਸਿਟੀ, ਹਾਊ ਯੂ ਸੀ? ਮੈਂ ਜਦੋਂ ਸ਼ੁਰੂ ਕੀਤਾ ਸੀਗਾ ਪਾਰਟੀਸਿਪੇਟ ਕਰਨਾ ਸਟਰਗਲਸ ਦੇ ਵਿੱਚ, ਉਦੋਂ ਮੈਂ ਬਸ ਆ ਜਾਂਦੀ ਹੁੰਦੀ ਸੀ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਕਿ ਜਿਹੜੀਆਂ ਇਹ ਗੱਲਾਂ ਕਰਦੇ ਆ ਨਾ ਇਹ ਗੱਲਾਂ ਠੀਕ ਨੇ, ਤੇ ਉਹ ਗੱਲਾਂ ਕਰ ਕੌਣ ਰਹੇ, ਉਹ ਅਕਸਰ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਦੇ ਆਗੂ ਹੁੰਦੇ ਸੀਗੇ, ਅਤੇ ਮੈਨੂੰ ਇਹ ਲੱਗਣਾ ਕਿ ਇਹ ਗੱਲਾਂ ਬਹੁਤ ਵਧੀਆ ਕਰ ਰਹੇ, ਇਹ ਦੇ ਆਰ ਇੰਡੀਵਿਜੂਅਲਸ, ਆਈ ਵਿਲ ਗੋ। ਮੈਨੂੰ ਉੱਥੇ ਜਾ ਕੇ ਪਤਾ ਲੱਗਣ ਲੱਗਿਆ ਕਿ ਦੇਰ ਇਜ਼ ਐਨ ਆਰਗੇਨਾਈਜੇਸ਼ਨ, ਫਿਰ ਇੱਕ ਆਰਗੇਨਾਈਜੇਸ਼ਨ ਹੈ ਜਿਹਦੇ ਅੰਡਰ 2-3 ਆਰਗੇਨਾਈਜੇਸ਼ਨਸ ਇਕੱਠੀਆਂ ਕੰਮ ਕਰ ਰਹੀਆਂ ਨੇ, ਅਤੇ ਆਈਡੀਓਲੋਜੀ ਤੱਕ ਤਾਂ ਹਜੇ ਮੈਂ ਪਹੁੰਚੀ ਨਹੀਂ ਸੀ ਕਿ ਇੱਕ ਆਈਡੀਓਲੋਜੀ ਵੀ ਹੁੰਦੀ ਹੈ ਜਿਹਨੇ ਰੰਗ ਦੇਣਾ ਹੁੰਦਾ ਹੈ ਵੀ ਕਿੱਧਰ ਨੂੰ ਜਾਊਗੀ ਕਨਵਰਸੇਸ਼ਨ। ਪਰ ਓਵਰ ਦੀ ਈਅਰਸ ਮੈਂ ਬਹੁਤ ਸਟਰਗਲ ਕੀਤਾ ਇਸ ਗੱਲ ਨਾਲ ਕਿ ਮੈਂ ਕਿਉਂ ਨਹੀਂ, ਮਤਲਬ ਇਹ ਬਹੁਤ ਰੀਸੈਂਟ ਕੰਟੈਂਪਲੇਸ਼ਨ ਹੈ ਜਦੋਂ ਦੀ ਮੈਂ ਅਨਇੰਪਲੋਇਡ ਹਾਂ, ਕਿ ਮੈਂ ਕਿਉਂ ਨਹੀਂ ਕਦੇ ਵੀ ਆਰਗੇਨਾਈਜੇਸ਼ਨ ਦਾ ਪਾਰਟ ਰਹੀ। ਪਹਿਲੀ ਗੱਲ ਤਾਂ ਇਹ ਕਿ ਇਟ ਵਾਜ਼ ਅ ਮੈਟਰ ਆਫ ਨਾਟ ਹੈਵਿੰਗ ਰੈਡ ਇਨਫ। ਮੈਂ ਇੰਨੀ ਆਈਡੀਓਲੋਜੀ ਇੰਨੀ ਪੋਲੀਟੀਕਲ ਥਿਓਰੀ ਨਹੀਂ ਸੀ ਪੜ੍ਹੀ ਹੋਈ, ਅਤੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਚੀਜ਼ਾਂ ਸਿੰਪਲੀ ਬਲੈਕ ਐਂਡ ਵਾਈਟ ਜੋ ਹੈਗੀਆਂ ਨੇ ਉਹ ਪਈਆਂ ਨੇ, ਆਈ ਵੁੱਡ ਟਰਸਟ ਕਿ ਤੁਸੀਂ ਜੇ ਕਹਿ ਰਹੇ ਹੋ ਤਾਂ ਇਹੀ ਹੋਣਾ, ਠੀਕ ਹੈ। ਜਿਹੜੀ ਉਹ ਆਪਦੀ ਸਮਝ ਬਣਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ, ਤੁਸੀਂ ਮੈਂ ਲਿਟਰੇਚਰ ਪੜ੍ਹ ਰਹੀ ਸੀ, ਮੇਰਾ ਕੰਮ ਲਿਟਰੇਚਰ ਪੜ੍ਹਨਾ ਸੀਗਾ, ਮੈਂ ਉਹਦੇ ਵਿੱਚੋਂ ਜਿੰਨੀ ਪੋਲੀਟੀਕਲ ਹੋ ਸਕੀ ਔਰਵੈਲ ਨੂੰ ਪੜ੍ਹ ਲਿਆ, ਥੋੜ੍ਹਾ ਜਿਹਾ ਪੋਲੀਟੀਕਲ ਤੁਹਾਨੂੰ ਸਮਝ ਆਇਆ ਕਿ ਅੱਛਾ ਪੋਲੀਟੀਕਲ ਐਲੀਗਰੀ ਕੁਛ ਹੁੰਦੀ ਹੈ, ਅਤੇ ਇੱਦਾਂ ਦੇ ਮਸਲੇ ਨੇ, ਠੀਕ ਹੈ। ਡਬਲ ਸਪੀਕ ਹੈ, ਉਹ ਖੈਰ ਸਟਾਲਿਨ ਦੇ ਕੌਂਟੈਕਸਟ ਵਿੱਚ ਹੈ, ਪਰ ਇਨ ਦ ਸੈਂਸ ਕਿ ਇਨ ਲਾਈਫ ਮਸਲੇ ਬਹੁਤ ਹੁੰਦੇ ਨੇ। ਉੱਦਾਂ ਜੇ ਸਮਝ ਆ ਰਹੀ ਸੀ ਮੈਨੂੰ ਗੱਲ ਇੱਕ ਸਟੂਡੈਂਟ ਨੂੰ ਜਿਵੇਂ ਆਉਣੀ ਚਾਹੀਦੀ ਹੁੰਦੀ ਹੈ, ਮਤਲਬ ਐਜੂਕੇਸ਼ਨ ਆਪਣਾ ਕੰਮ ਕਰ ਰਹੀ ਸੀ ਮੇਰੇ ਕੇਸ ਵਿੱਚ। ਪਰ ਜਦੋਂ ਮੈਂ ਮਾਸਟਰਸ ਕਰ ਲਈ ਉਸ ਤੋਂ ਬਾਅਦ ਮੇਰੇ ਖਿਆਲ 'ਚ ਨਹੀਂ ਨੋਟ ਈਵਨ ਆਫਟਰ ਮਾਸਟਰਸ 2020 ਦੇ ਵਿੱਚ ਜਦੋਂ ਕੋਵਿਡ ਹੋਇਆ, ਉਦੋਂ ਜਦੋਂ ਮੈਂ ਲੋਕਾਂ ਨੂੰ ਗਾਰਡਨਿੰਗ ਕਰਦੇ ਦੇਖਿਆ ਨਾ, ਅਤੇ ਕਹਿੰਦੇ ਦੇਖਿਆ ਕਿ ਇਹਨੂੰ ਇੱਕ ਚੰਗੇ ਉਹਦੇ ਵਾਂਗੂ ਲਓ ਕਿ ਇਟ ਇਜ਼ ਅ ਬੂਨ ਫॉर ਆਲ ਆਫ ਅਸ, ਕਿ ਵਧੀਆ ਹੋ ਗਿਆ, ਇਹ ਹੋ ਗਿਆ, ਹੁਣ ਸਾਹ ਮਿਲੂਗਾ ਪੱਤਿਆਂ ਨੂੰ, ਪੇੜਾਂ ਨੂੰ, ਵਹੀਕਲਸ ਘੱਟ ਜਾਣਗੇ, ਪੋਲਿਊਸ਼ਨ ਘੱਟ ਜੂਗੀ, ਆਪਾਂ ਯੋਗਾ ਕਰ ਸਕਦੇ ਹਾਂ, ਆਪਾਂ ਇੱਕ ਦੂਜੇ ਨਾਲ ਕਨੈਕਟ ਕਰ ਸਕਦੇ ਹਾਂ। ਅਤੇ ਮੈਨੂੰ ਮਾਈਗ੍ਰੇਸ਼ਨ ਵਾਲੇ ਸੀਨ ਨਹੀਂ ਭੁੱਲਦੇ ਜਿਹੜੇ ਲੋਕ ਤੁਰੇ ਜਾਂਦੇ ਸੀਗੇ, ਅਤੇ ਮੈਨੂੰ ਇਹ ਲੱਗਦਾ ਸੀ ਵੀ ਲੋਕਾਂ ਨੂੰ ਕਿਉਂ ਨਹੀਂ ਦਿਖ ਰਹੇ ਹੈਗੇ। ਫਿਰ ਵਨ ਆਫ ਮਾਈ ਫਰੈਂਡਸ ਰਿਮਾਰਕਡ ਕਿ ਇਹ ਨਾ ਮਸਲਾ ਹੈ, ਤੁਸੀਂ ਦੇਖ ਕਿਹਦੇ ਵੱਲ ਰਹੇ ਹੋ, ਫॉर ਹੂਮ, ਹੈ ਨਾ। ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ, ਮੇਰੀ ਜਿਹੜੀ ਮੈਂ ਪਹਿਲੀ ਕਿਤਾਬ ਪੜ੍ਹੀ ਉਹ ਇੰਟਰਸਟਿੰਗਲੀ ਲੈਨਿਨ ਦੀ ਵਾਟ ਇਜ਼ ਟੂ ਬੀ ਡਨ ਸੀ, ਕਿ ਮੈਨੂੰ ਲੱਗਦਾ ਸੀ ਵੀ ਇੱਥੋਂ ਜਵਾਬ ਮਿਲਣਗੇ, ਕਰਨਾ ਕੀ ਹੈ, ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ। ਫਿਰ ਹੌਲੀ ਮੈਂ ਥਿਊਰੀ ਪੜ੍ਹਨੀ ਸ਼ੁਰੂ ਕੀਤੀ, ਅਤੇ ਮੈਂ ਸੱਚੀ ਮੁੱਚੀ ਹਰ ਤਰ੍ਹਾਂ ਦੀ ਥਿਊਰੀ ਨੂੰ ਹੱਥ ਪਾਇਆ, ਅਤੇ ਮੈਂ ਕਹਿੰਦੀ ਕਿ ਮੈਂ ਮਾਰਕਸਿਸਟ ਥਿਊਰੀ ਤਾਂ ਬਹੁਤ ਘੱਟ ਪੜ੍ਹੀ ਹੈ ਹਜੇ, ਅਤੇ ਜਿੰਨੀ ਵੀ ਥਿਊਰੀ ਹੈ ਉਹਦੇ ਹਿਸਾਬ ਨਾਲ ਤਾਂ ਥਿਊਰੀ ਹੀ ਘੱਟ ਪੜ੍ਹੀ ਹੈ। ਪਰ ਮੈਨੂੰ ਇੱਕ ਹੁਣ ਥੋੜ੍ਹੀ ਜਿਹੀ ਮੈਂ ਉਸ ਰਿਅਲਾਈਜ਼ੇਸ਼ਨ ਵੱਲ ਪਰਪੱਕ ਤਰੀਕੇ ਨਾਲ ਆਈ ਹਾਂ ਕਿ ਆਰਗੇਨਾਈਜੇਸ਼ਨ 'ਚ ਕੰਮ ਕਰਨਾ ਚਾਹੀਦਾ ਸੀ। ਸਟੂਡੈਂਟ ਆਰਗੇਨਾਈਜੇਸ਼ਨਸ ਬਹੁਤ ਜ਼ਰੂਰੀ ਨੇ, ਭਾਵੇਂ ਉਹ ਕਲੈਸ਼ਿੰਗ ਉਹਦੇ ਵਿੱਚ ਹੋਣ, ਸਪੇਸ ਵਿੱਚ ਹੋਣ। ਜਦੋਂ ਗੱਲ ਖੁੱਲ੍ਹਦੀ ਹੈ ਨਾ, ਉਹ ਜਿਵੇਂ ਮਰਜ਼ੀ ਖੁੱਲ੍ਹ ਤਾਂ ਗਈ ਨਾ, ਦੈਨ ਪੀਪਲ ਹੈਵ ਟੂ ਡਿਸਾਈਡ, ਠੀਕ ਹੈ। ਤੁਸੀਂ ਜਿੰਨਾ ਸਟਰੋਂਗ ਆਰਗੂਮੈਂਟ ਦੇ ਰਹੇ ਹੋ ਉੱਥੇ, ਅਤੇ ਇਹ ਕੰਮ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਇੱਕ ਆਰਗੇਨਾਈਜੇਸ਼ਨ, ਕਿਉਂਕਿ ਆਰਗੇਨਾਈਜੇਸ਼ਨ ਦਾ ਕੰਮ ਕੀ ਹੈ, ਉਹਨੇ ਡਿਸਿਪਲਿਨ ਵੀ ਕਰਨਾ, ਉਹਨੇ ਐਜੂਕੇਟ ਵੀ ਕਰਨਾ, ਉਹਨੇ
ਤੁਹਾਨੂੰ ਤੁਹਾਡੀ ਰਿਸਪੌਂਸਿਬਿਲਿਟੀ ਦਾ ਅਹਿਸਾਸ ਵੀ ਦਿਵਾਉਣਾ ਅਤੇ ਤੁਹਾਨੂੰ ਇੱਕ ਇਹੋ ਜਿਹਾ ਇੰਡੀਵਿਜੂਅਲ ਬਣਾ ਦੇਣਾ ਜਿਹਦੀ ਪੋਟੈਂਸ਼ੀਅਲ ਐਕਸਪਲੋਰ ਕੀਤਾ ਜਾਊਗਾ ਬਾਏ ਅ ਕਪਲ ਆਫ ਪੀਪਲ ਹੂ ਆਰ ਹੋਲਡਿੰਗ ਯੂ ਰਿਸਪੌਂਸਿਬਲ। ਅਤੇ ਮੈਨੂੰ ਤਾਂ ਲੱਗਦਾ ਕਿ ਆਪਾਂ ਕੁਛ ਵੀ ਇਕੱਲਿਆਂ ਨਹੀਂ ਕਰ ਸਕਦੇ, ਆਪਾਂ ਤਾਂ ਐਗਜ਼ਿਸਟ ਨਹੀਂ ਕਰ ਸਕਦੇ ਇਕੱਲਿਆਂ। ਆਪਾਂ ਇੱਕ ਕਮਿਊਨਿਟੀ ਨੂੰ ਕਿੰਨਾ ਸੀਰੀਅਸਲੀ ਲੈਂਦੇ ਹਾਂ। ਆਪਾਂ ਨੂੰ ਜਿੱਥੇ ਲੱਗਦਾ ਕਿ ਇੱਥੇ ਕਮਿਊਨਿਟੀ ਬਚਣੀ ਚਾਹੀਦੀ ਹੈ, ਇਹ ਆਪਣੇ ਮਸਲੇ ਨੇ, ਕਮਿਊਨਿਟੀ ਆਪਣਾ ਮਸਲਾ, ਫਿਰ ਜੇ ਹੈਗਾ ਤਾਂ ਕਮਿਊਨਿਟੀਜ਼ ਹੀ ਸਰਵਾਈਵ ਕਰਾਉਂਦੀਆਂ ਨਾ। ਤਾਂ ਨਾਓ ਆਈ ਐਮ ਇਨ ਅ ਪੋਜੀਸ਼ਨ ਵੇਅਰ ਆਈ ਕੈਨ ਸੇ ਕਿ ਇੰਪੈਰੇਟਿਵ ਹੈ ਇਹ ਕਿ ਤੁਸੀਂ ਜੇ ਕੋਈ ਚੇਂਜ ਲਈ ਕੰਮ ਕਰਨਾ ਤਾਂ ਤੁਹਾਡਾ ਇੱਕ ਆਰਗੇਨਾਈਜੇਸ਼ਨ ਦਾ ਹਿੱਸਾ ਹੋਣ ਦੀ ਲੋੜ ਹੈਗੀ ਹੈ। ਤੁਸੀਂ ਐਜ਼ ਇੰਡੀਵਿਜੂਅਲ ਇਕੱਲੇ ਤੌਰ 'ਤੇ ਕ੍ਰਿਟਿਕ ਕਰ ਸਕਦੇ ਹੋ ਅਤੇ ਤੁਸੀਂ ਇੱਕ ਬਹੁਤ ਚੰਗੇ ਕ੍ਰਿਟਿਕ ਵੀ ਹੋ ਸਕਦੇ ਹੋ। ਜਿਵੇਂ ਤੁਸੀਂ ਕਿਹਾ ਕਿ ਇੱਕ ਡਿਸਟੈਂਸ ਤੋਂ ਨਾ ਮੈਨੂੰ ਦਿਖ ਰਹੇ ਹੁੰਦੇ, ਖੱਪੇ ਦਿਖ ਰਹੇ ਹੁੰਦੇ ਨੇ, ਤਾਂ ਤੁਸੀਂ ਉਹਨਾਂ ਨੂੰ ਪੁਆਇੰਟ ਆਊਟ ਕਰ ਸਕਦੇ ਹੋ। ਸੋ ਇੰਡੀਵਿਜੂਅਲਸ ਦਾ ਡੈਫੀਨੇਟਲੀ ਰੋਲ ਹਮੇਸ਼ਾ ਰਹੂਗਾ ਉਹ। ਪਰ ਐਜ਼ ਅ ਪਰਸਨ ਮੈਨੂੰ ਇਹ ਲੱਗਦਾ ਕਿ ਮੈਨੂੰ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਦਾ ਪਾਰਟ ਹੋਣਾ ਚਾਹੀਦਾ ਸੀ, ਅਤੇ ਹੁਣ ਵੀ ਜਦੋਂ ਮੈਨੂੰ ਕੋਈ ਮੌਕਾ ਮਿਲੂਗਾ ਆਈ ਵਿਲ ਜੁਆਇਨ ਯੂਨੀਅਨ, ਜਨਤਕ ਜਥੇਬੰਦੀ ਕਿਹੜੀ ਵੀ, ਮਤਲਬ ਕਿਵੇਂ ਵੀ ਹੋ ਸਕਦੀ ਹੈ ਉਹ ਕਿਸੇ ਵੀ ਫਾਰਮ ਦੇ ਵਿੱਚ। ਪਰ ਮੇਰਾ ਥੋੜ੍ਹਾ ਵਿਸ਼ਵਾਸ ਪਰਪੱਕ ਹੋ ਗਿਆ ਇਸ, ਮਤਲਬ ਜੇ ਅੰਦਰ ਰਹਿ ਕੇ ਕ੍ਰਿਟੀਕਲ ਆਪਾਂ ਹੁੰਦੇ ਹਾਂ ਤਾਂ ਬੈਟਰ ਕ੍ਰਿਟਿਕ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਹਾਂ। ਮਤਲਬ ਟਰੂਥ ਟੂ ਪਾਵਰ ਇਕੱਲੀ ਉਹ ਵਾਲੀ ਪਾਵਰ ਨਹੀਂ ਨਾ ਹੈਗੀ ਜਿਹੜੀ ਆਪਾਂ ਨੂੰ ਬੜੀ ਸਿੱਧੀ ਤੌਰ 'ਤੇ ਦਿਖ ਰਹੀ ਹੈ। ਜੇ ਅੰਦਰ ਕਿਤੇ ਹੈਜਮਨੀ ਹੈ ਅਤੇ ਤੁਹਾਨੂੰ ਹੈਜਮਨੀ ਪੜ੍ਹਾਈ ਜਾਂਦੀ ਹੈ, ਹੂ ਵਿਲ ਯੂ ਸਟਾਰਟ ਫਰੋਮ? ਤੁਸੀਂ ਘਰ ਤੋਂ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ। ਯੂ ਵਿਲ ਟਾਕ ਟੂ ਦੈਮ ਕਿ ਇੱਥੇ ਮੈਨੂੰ ਹਾਇਰਾਰਕੀ ਦਿਖਦੀ ਹੈ। ਅੱਛਾ ਸਹਿਜ, ਇੱਕ ਸਵਾਲ ਹੈ ਮੇਰਾ, ਤੁਸੀਂ ਸਕਿਪ ਕਰ ਸਕਦੇ ਹੋ ਅਗਰ ਯੂ ਨਾਟ ਵਾਂਟ ਟੂ ਆਨਸਰ ਦੈਟ। ਅੱਜ ਤੋਂ 1 ਸਾਲ ਪਹਿਲਾਂ ਬਹੁਤ ਟਫ ਸਮੇਂ ਦੇ ਵਿੱਚੋਂ ਗੁਜ਼ਰੇ ਹਾਂ, ਗੱਲ ਕਰਨਾ ਚਾਹੋਗੇ ਇਹਦੇ ਬਾਰੇ? ਕੀ ਹੋਇਆ, ਕਿਉਂ ਹੋਇਆ, ਤੇ ਕੀ ਨਹੀਂ ਸੀ ਹੋਣਾ ਚਾਹੀਦਾ ਬੇਸਿਕਲੀ? ਮੈਂ ਹਜੇ ਤੱਕ ਨਹੀਂ ਪਬਲਿਕਲੀ ਗੱਲ ਕੀਤੀ ਇਹਦੇ ਬਾਰੇ ਬਿਲਕੁਲ ਵੀ, ਅਤੇ ਇਹਦੇ ਬਾਰੇ ਕ੍ਰਿਟੀਕਲ ਹੋਣ ਵਿੱਚ ਹੀ ਮੈਨੂੰ ਬਹੁਤ ਟਾਈਮ ਲੱਗਿਆ। ਮਤਲਬ ਇਹਦੇ ਬਾਰੇ ਇਸ ਤਰੀਕੇ ਨਾਲ ਇੱਕ ਡਿਸਟੈਂਸ ਤੋਂ ਸੋਚ ਸਕਣ 'ਚ ਹੀ ਬਹੁਤ ਟਾਈਮ ਹਜੇ ਵੀ ਲੱਗ ਰਿਹਾ। ਹਜੇ ਵੀ ਮਤਲਬ ਬਹੁਤ ਸਾਰੀਆਂ ਥਾਵਾਂ 'ਤੇ ਮੈਂ ਇੱਕ ਡਾਟਰ ਵਾਲਾ ਓਪੀਨੀਅਨ ਰੱਖਦੀ ਹਾਂ, ਤਾਂ ਮੈਨੂੰ ਲੱਗਦਾ ਕਿ ਬਹੁਤ ਕ੍ਰਿਟੀਕਲੀ ਮੇਰੇ ਤੋਂ ਨਹੀਂ ਇਹਦੇ ਬਾਰੇ ਗੱਲ ਹੋਣੀ। ਮਤਲਬ ਸਟੂਡੈਂਟ ਟੀਚਰ ਰਿਲੇਸ਼ਨ ਡਾਕਟਰ ਸਰਜੀਤ ਦੇ ਕੰਟੈਕਸਟ ਦੇ ਵਿੱਚ ਵੈਸੇ ਤਾਂ ਬਹੁਤ ਥਾਵਾਂ 'ਤੇ ਵਿਗੜੇ ਹੋਏ ਹੈ, ਪਰ ਉੱਥੇ ਇੱਕ ਐਕਸਟ੍ਰੀਮ ਰੂਪ ਧਾਰ ਜਾਂਦੇ ਆ। ਅਤੇ ਬੇਸਿਕਲੀ ਜੇ ਤੁਸੀਂ ਮੈਨੂੰ ਮੇਰਾ ਓਪੀਨੀਅਨ ਪੁੱਛਣਾ ਹੋਵੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਘਾਟਾਂ ਰਹੀਆਂ ਇੱਕ ਟੀਚਰ ਦੇ ਤੌਰ 'ਤੇ ਵੀ, ਪਰ ਸਟੂਡੈਂਟਸ ਦੇ ਤੌਰ ਦੇ ਉੱਤੇ ਇੱਕ ਜ਼ੁਲਮ ਹੋਇਆ। ਮਤਲਬ ਇੱਕ ਸਟੂਡੈਂਟਸ ਨੇ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਇੰਨਾ ਵਿਗੜ ਗਿਆ ਕੰਮ। ਇਹ ਤਾਂ ਐਜ਼ ਅ ਸਟੂਡੈਂਟ ਤੁਸੀਂ ਕਿਵੇਂ ਦੇਖਦੇ ਹੋ? ਐਜ਼ ਅ ਸਟੂਡੈਂਟ ਮੈਂ ਪਰਪਲੈਕਸਡ ਹਾਂ। ਮੇਰੇ ਕੋਲ ਸੱਚੀ, ਮੈਂ ਉਸ ਵੇਲੇ ਉਸ ਯੂਨੀਵਰਸਿਟੀ ਵਿੱਚ ਸੀ ਜਦੋਂ ਇਹ ਇਨਸੀਡੈਂਟ ਵਾਪਰਦਾ, ਅਤੇ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਸੁਪਰਵਾਈਜ਼ਰ ਕੋਲ ਜਾਂਦੀ ਹਾਂ ਇਹ ਕਿ ਮੈਨੂੰ ਲੱਗਦਾ ਕਿ ਅੱਜ ਵੀ ਕੁਛ ਹੋਊਗਾ। ਸੋ ਆਈ ਹੈਵ ਅ ਫੀਲਿੰਗ ਕਿ ਸਟੂਡੈਂਟਸ ਵਿੱਚ ਇੰਨਾ ਗੁੱਸਾ ਹੈ ਕਿ ਅੱਜ ਕੁਛ ਕਰ ਦੇਣਗੇ। ਇਹ ਗੱਲ ਮੇਰੇ ਤੱਕ ਕਨਵੇ ਹੋ ਚੁੱਕੀ ਹੈ ਉਹਨਾਂ ਦੇ ਬਿਹੇਵੀਅਰ ਤੋਂ, ਉਹਨਾਂ ਦੇ ਹਾਵ ਭਾਵ ਤੋਂ, ਉਹਨਾਂ ਦੇ ਅਪਰੋਚ ਤੋਂ। ਅਤੇ ਹਜੇ ਕੁਛ ਹੋਇਆ ਨਹੀਂ ਸੀਗਾ ਜਦੋਂ ਮੈਂ ਇਹ ਗੱਲ ਉਹਨਾਂ ਨਾਲ ਕਰਕੇ ਆਈ, ਅਤੇ ਮੈਂ ਆਪਣੇ ਦੋਸਤਾਂ ਨੂੰ ਵੀ ਦੱਸਿਆ ਕਿ ਮੈਨੂੰ ਅੱਜ ਵੀ ਲੱਗੀ ਪਈ ਹੈ। ਫਿਰ ਇਹਦਾ ਮਤਲਬ ਮੈਂ ਤਾਂ ਉਹ ਇਨਸਾਨ ਹਾਂ ਜਿਹਨੇ 2 ਜਾਂ 3 ਸਤੰਬਰ ਨੂੰ ਪਿਛਲੇ ਸਾਲ ਇਹ ਲਿਖਿਆ ਸੀ ਫੇਸਬੁੱਕ 'ਤੇ ਕਿ ਆਪਾਂ ਐਜ਼ ਟੀਚਰਸ ਕਿਤੇ ਮਤਲਬ ਆਪਣੇ 'ਚ ਕਿਤੇ ਲੈਕ ਆਫ ਐਂਪਥੀ ਤਾਂ ਨਹੀਂ ਵੀ ਆਪਾਂ ਆਪਣੇ ਸਟੂਡੈਂਟਸ ਨੂੰ ਸਮਝਦੇ ਹੀ ਨਹੀਂ। ਮੈਂ ਉਹ ਟੀਚਰ ਹਾਂ ਵੀ ਮੈਨੂੰ ਇਹ ਲੱਗਦਾ ਕਿ ਸਟੂਡੈਂਟਸ ਵੱਲ ਹੋਰ ਐਂਪਥੈਟਿਕ ਹੋਣ ਦੀ ਲੋੜ ਹੈ। ਅਤੇ ਉਸ ਟੀਚਰ ਨੂੰ ਇਹ ਗੱਲ ਇਮੋਸ਼ਨਲੀ ਪਤਾ ਲੱਗ ਜਾਣਾ ਕਿ ਇਹ ਸਟੂਡੈਂਟਸ ਅੱਜ ਕੁਛ ਕਰਨਗੇ, ਅਤੇ ਜਦੋਂ ਆਪਾਂ ਇਹ ਸੋਚਦੇ ਹਾਂ ਕੁਛ ਕਰਨਗੇ ਤਾਂ ਆਪਾਂ ਸਭ ਤੋਂ ਵਾਇਲੈਂਟ ਥੋਟ ਹੁੰਦਾ ਤੁਹਾਡੇ ਦਿਮਾਗ 'ਚ। ਇਹ ਮੈਂ ਹਫਤੇ ਦੇ ਵਿੱਚ 2 ਹਫਤੇ ਦੇ ਵਿੱਚ ਕਿਵੇਂ ਤੈਅ ਕੀਤਾ, ਮੇਰੇ ਤੋਂ ਨਹੀਂ ਹੋ ਰਿਹਾ ਇਹ ਰੈਸ਼ਨਲਾਈਜ਼ ਬਿਲਕੁਲ ਵੀ। ਪਰ ਉਹ ਉੱਥੇ ਇਹੋ ਜਿਹਾ ਮਾਹੌਲ ਹੈਗਾ ਸੀਗਾ ਕਿ
ਪਤਾ ਲੱਗਦਾ ਸੀ ਕਿ देयर विल बी वायलेंस। ਸੋ ਦੋਸਤੋ ਬਹੁਤ ਸਾਰੀਆਂ ਗੱਲਾਂ ਸਹਿਜ ਨਾਲ ਕਰਨੀਆਂ ਬਾਕੀ ਰਹਿ ਗਈਆਂ। ਸਮਾਂ ਆਗਿਆ ਨਹੀਂ ਦਿੰਦਾ, ਕਿਉਂਕਿ ਗੱਲਬਾਤ ਜਿੰਨੀ ਕੀਤੀ ਜਾ ਸਕਦੀ ਹੁੰਦੀ ਉਨੀ ਥੋੜ੍ਹੀ ਹੁੰਦੀ। ਤੁਹਾਡੇ ਮਨਾਂ ਦੇ ਵਿੱਚ ਵੀ ਇਸ ਕਨਵਰਸੇਸ਼ਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਆਏ ਹੋਣਗੇ, ਤੇ ਤੁਸੀਂ ਜ਼ਰੂਰ ਸਾਨੂੰ ਆਪਦੀ ਰਾਏ ਕਮੈਂਟ ਬਾਕਸ ਦੇ ਵਿੱਚ ਈਮੇਲ ਰਾਹੀਂ WhatsApp ਰਾਹੀਂ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਰਾਏ ਨੂੰ, ਉਹਨਾਂ ਸਵਾਲਾਂ ਨੂੰ ਦੁਬਾਰਾ ਸਹਿਜ ਤੱਕ ਪਹੁੰਚਾ ਸਕੀਏ ਤੇ ਦੁਬਾਰਾ ਇਸ ਪ੍ਰੋਗਰਾਮ ਦਾ ਹਿੱਸਾ ਬਣ। ਅੱਜ ਦਾ ਯੂਥ ਬਹੁਤ ਕੁਝ ਕਹਿਣਾ ਚਾਹੁੰਦਾ, ਅੱਜ ਦਾ ਯੂਥ ਬਹੁਤ ਕੁਝ ਸੁਣਨਾ ਵੀ ਚਾਹੁੰਦਾ। ਗੱਲ ਹੈ ਆਪਸ ਦੇ ਵਿੱਚ, ਸਵਾਲ ਹੈ ਕਿ ਆਪਸ ਦੇ ਵਿੱਚ ਅਸੀਂ ਕਦੋਂ ਇੱਕ ਦੂਜੇ ਨਾਲ ਗੱਲ ਕਰਨੀ ਸ਼ੁਰੂ ਕਰਾਂਗੇ। ਸੋ ਸਾਡੀ ਕੋਸ਼ਿਸ਼ ਹੈ ਵਰਿੰਦਰ ਖਰਾਣਾ ਸ਼ੋਅ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਹੀ ਇਸ ਗੱਲਬਾਤ ਦੀ ਲੜੀ ਨੂੰ ਅੱਗੇ ਤੋਂ ਅੱਗੇ ਵਧਾਇਆ ਜਾਵੇ ਤੇ ਇੱਕ ਅਜਿਹਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾਵੇ ਜਿਹਦੇ ਵਿੱਚ ਗੱਲ ਕਰਨੋਂ, ਕੋਈ ਵੀ ਗੱਲ ਕਰਨੋਂ ਰਹਿ ਨਾ ਜਾਵੇ। ਸੋ ਉਦੋਂ ਤੱਕ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੁਸੀਂ ਵੋਕਲ ਪੰਜਾਬ ਦੇ ਹੋਰ ਪੋਡਕਾਸਟ ਵੀ ਦੇਖ ਸਕਦੇ ਹੋ। ਯੰਗ ਇੰਟੈਲੈਕਚੁਅਲ ਸੀਰੀਜ਼ ਦੇ ਐਪੀਸੋਡ ਜਿਹੜੇ ਪਿਛਲੇ ਉਹ ਵੀ ਤੁਸੀਂ ਦੇਖ ਸਕਦੇ ਹੋ, ਅਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਡੇ ਕੰਮ ਆ ਸਕਦੀਆਂ, ਤੁਸੀਂ ਉਹਨੂੰ ਵੀ ਦੇਖੋ। ਅਤੇ ਜਿਹੜੇ ਸਾਥੀ, ਜਿਹੜੇ ਦੋਸਤ ਹਜੇ ਤੱਕ ਇਸ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰੋ। ਅਤੇ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੈ ਅਤੇ ਹਜੇ ਤੱਕ ਤੁਸੀਂ ਇਸ ਗੱਲਬਾਤ ਨੂੰ ਸੁਣ ਰਹੇ ਹੋ, ਅਤੇ ਆਪਦੇ ਦੋਸਤਾਂ ਨਾਲ, ਆਪਦੇ ਘਰਦਿਆਂ ਨਾਲ, ਆਪਦੇ ਸੱਜਣਾ ਮਿੱਤਰਾਂ ਨਾਲ ਇਸ ਵੀਡੀਓ ਨੂੰ ਸਾਂਝਾ ਕਰੋ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਪੋਡਕਾਸਟ ਦੇ ਵਿੱਚ ਜਾਂ ਅਗਲੀ ਕਿਸੇ ਵੀਡੀਓ ਦੇ ਵਿੱਚ। ਧੰਨਵਾਦ।